अगली खबर देख रहे सारे दर्शकों को मेरे हरप्रीत वालों प्यार भरी सत श्री अकाल। ਅੱਜ ਮੇਰਾ ਸਾਥ ਦੇ ਰਹੇ ਨੇ ਟੋਰਾਂਟੋ ਤੋਂ ਸੰਦੀਪ ਸਿੰਘ ਜੀ ਅਤੇ ਕੁਲਵੀਰ ਜੀ। ਸੰਦੀਪ ਜੀ ਕੁਲਵੀਰ ਜੀ ਤੁਹਾਡੇ ਦੋਵਾਂ ਦਾ ਸ਼ੋਅ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਨਾਲ ਹੀ ਸਾਡੇ ਨਾਲ ਇੰਡੀਆ ਤੋਂ ਜੁੜ ਰਹੇ ਨੇ ਹਮੇਸ਼ਾ ਹੀ ਤਰ੍ਹਾਂ ਦਿਲਰਾਜ ਜੀ ਅਤੇ ਸਬਦੀਸ਼ ਜੀ। ਦਿਲਰਾਜ ਜੀ ਸਬਦੀਸ਼ ਜੀ ਤੁਹਾਡੇ ਦੋਵਾਂ ਦਾ ਸ਼ੋਅ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਨਾਲ ਹੀ ਸਾਡੇ ਸਟੂਡੀਓ ਤੋਂ ਇੰਡੀਆ ਦੇ ਫਰੀਦਾਬਾਦ ਸਟੂਡੀਓ ਤੋਂ ਜੁੜ ਰਹੇ ਨੇ ਜਰਮਨਜੀਤ ਸਿੰਘ ਜੀ। ਜਰਮਨ ਜੀ ਤੁਹਾਡਾ ਵੀ ਸ਼ੋਅ ਦੇ ਵਿੱਚ ਸਵਾਗਤ ਹੈ। ਗੱਲਬਾਤ ਸ਼ੁਰੂ ਕਰਦੇ ਹਾਂ। ਡਿਬੇਟ ਨੰਬਰ 1 ਵਿੱਚ ਅਸੀਂ ਬੜਾ ਹੀ ਮਹੱਤਵਪੂਰਨ ਮੁੱਦਾ ਡਿਸਕਸ ਕਰਾਂਗੇ। ਥੋੜੇ ਦਿਨਾਂ ਤੋਂ ਅਸੀਂ ਸਾਰੇ ਹੀ ਜਾਣਦੇ ਹਾਂ, ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਐਦਾਂ ਦੀ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਇੱਕ ਐਦਾਂ ਦੀ ਚੇਂਜ ਕਰਾਈ ਸੀ ਐਸਜੀਪੀਸੀ ਵੋਟਿੰਗ ਰਾਈਟ ਵਿੱਚ, ਜਿਹਦੇ ਵਿੱਚੋਂ ਕਿ ਸਹਿਜਧਾਰੀਆਂ ਨੂੰ ਵੋਟਿੰਗ ਪਾਉਣ ਦਾ ਹੱਕ ਛਿਨ ਲਿਆ ਗਿਆ ਸੀ। ਇੱਕ ਇਤਿਹਾਸਿਕ ਫੈਸਲਾ ਸੀ। ਸਦੀਆਂ ਤੱਕ ਸ਼ਾਇਦ ਇਹਦੇ ਉੱਤੇ ਵਿਚਾਰ ਹੁੰਦਾ ਰਹੂਗਾ, ਪਰ ਮੰਨੋ ਜਾਂ ਨਾ ਮੰਨੋ ਇਹ ਬਿੱਲ ਨਿਚਲੇ ਸਦਨ ਤੋਂ ਅਪਰੂਵ ਹੋ ਚੁੱਕਾ ਹੈ, ਉੱਚਲੇ ਸਦਨ ਤੋਂ ਅਪਰੂਵ ਹੋਣਾ ਬਚਿਆ ਵਾ। ਇਹਦੇ ਚੱਲਦੇ ਹੋਈ ਹੀ ਹੁਣ ਕੁਝ ਹਿੰਦੂ ਗਰੁੱਪਾਂ ਨੇ ਇਹਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਸਹਿਜਧਾਰੀਆਂ ਨੂੰ ਘਰ ਵਾਪਸੀ ਦੇ ਨਾਂ ਨਾਲ ਹਿੰਦੂ ਧਰਮ ਚ ਮਿਲਾਉਣ ਦੀ ਗੱਲ ਸਾਹਮਣੇ ਆਈ ਆ। ਇਸ ਹਿੰਦੂ ਗਰੁੱਪਾਂ ਨੇ ਖਾਸ ਕਰਕੇ ਪਿੰਡਾਂ ਵਿੱਚੋਂ ਆਪਣਾ ਇੱਕ ਅਭਿਆਨ ਚਲਾਇਆ ਵਾ, ਸੋਸ਼ਲ ਮੀਡੀਆ ਤੋਂ ਵੀ, ਜਿੱਥੇ ਕਿ ਸਹਿਜਧਾਰੀਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇ ਤੁਹਾਨੂੰ ਤੁਹਾਡੇ ਧਰਮ ਦੇ ਲੋਕ ਨਹੀਂ ਰੱਖਣਾ ਚਾਹੁੰਦੇ, ਤੁਸੀਂ ਗੁੱਸਾ ਨਾ ਕਰੋ, ਤੁਸੀਂ ਸਾਡੇ ਧਰਮ ਚ ਆ ਜਾਓ, ਤੁਸੀਂ ਹਿੰਦੂ ਬਣ ਜਾਓ। ਬੜਾ ਹੀ ਮਹੱਤਵਪੂਰਨ ਮੁੱਦਾ ਹੈ, ਬੜਾ ਹੀ ਹਰ ਸਿੱਖ ਵਾਸਤੇ, ਜਿੱਥੇ ਵੀ ਸਿੱਖ ਹੋਊਗਾ ਉਹ ਸ਼ਾਇਦ ਇਹ ਨਿਊਜ਼ ਸੁਣ ਕੇ ਜ਼ਰੂਰ ਹੈਰਾਨ ਹੋਊਗਾ। ਅਸੀਂ ਇਹ ਗੱਲ ਨਾ ਭੁੱਲੀਏ, ਮੈਂ ਹੁਣੇ ਕਿਹਾ ਸੀ ਕਿ ਪਿੰਡਾਂ ਵਿੱਚੋਂ ਇਹ ਅਭਿਆਨ ਚਲਾਇਆ ਗਿਆ ਹੈ। ਇਹ ਉਹੀ ਪਿੰਡ ਆ ਜਿੱਥੋਂ ਦੇ ਲੋਕ ਕਰਜ਼ਿਆਂ ਉੱਤੇ ਦੱਬੇ ਹੋਏ ਨੇ, ਨਸ਼ੇ ਉੱਤੇ ਦੱਬੇ ਹੋਏ ਨੇ, ਤੇ ਹੁਣ ਸ਼ਾਇਦ ਆਰਐਸਐਸ ਜਾਂ ਹੋਰ ਹਿੰਦੂ ਗਰੁੱਪ ਇਹਨਾਂ ਦਾ ਫਾਇਦਾ ਚੱਕ ਕੇ ਇਹਨਾਂ ਨੂੰ ਹਿੰਦੂ ਧਰਮ ਵਿੱਚ ਮਿਲਾਉਣ ਦੀ ਨਈ ਸਾਜ਼ਿਸ਼ ਰਚ ਰਹੇ ਨੇ। ਸਭ ਤੋਂ ਪਹਿਲਾਂ ਮੈਂ ਸਾਰੇ ਹੀ ਪੈਨਲਿਸਟ ਨੂੰ ਚਾਹੂੰਗਾ ਕਿ ਆਪਣੇ ਇਨੀਸ਼ੀਅਲ ਕਮੈਂਟ ਦੇਣ, ਉਸ ਤੋਂ ਬਾਅਦ ਅਸੀਂ ਡਿਬੇਟ ਸ਼ੁਰੂ ਕਰਾਂਗੇ। ਇੱਕ ਬੇਨਤੀ ਜ਼ਰੂਰ ਮੈਂ ਕਰੂੰਗਾ ਪੈਨਲਿਸਟ ਨੂੰ, ਕਿਉਂਕਿ ਅਸੀਂ 6 ਜਣੇ ਆ ਟੋਟਲ। ਆਪਣਾ ਜਿਹੜਾ ਕਮੈਂਟ ਦਾ ਟਾਈਮ ਹੈ ਪਲੀਜ਼ 2 ਤੋਂ 3 ਮਿੰਟ ਰੱਖਿਓ। ਐਨੀਵਨ ਕੈਨ ਗੋ ਹੈਡ। ਸੰਦੀਪ ਜੀ ਜਾਂ ਕੁਲਵੀਰ ਜੀ, ਕੋਈ ਵੀ ਆਪਣੇ ਇਨੀਸ਼ੀਅਲ ਕਮੈਂਟ ਪਲੀਜ਼ ਗੋ ਹੈਡ। ਹਾਂਜੀ ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਬੁਰਾ ਨਾ ਮੰਨਿਓ, ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਕਿ ਅਕਾਲੀ ਦਲ ਨੇ ਆਪਣੇ ਪੋਲੀਟੀਕਲ ਬੈਨੀਫਿਟ ਕਰਕੇ ਇਹ ਬਿੱਲ ਪਾਸ ਕੀਤਾ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ। ਤੁਹਾਡੀ ਆਪਣੀ ਸੋਚ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਪੋਲੀਟੀਕਲ ਬਲੰਡਰ ਕੀਤਾ ਉਹਨਾਂ ਨੇ। ਬਲੰਡਰ ਇਨ ਦਾ ਸੈਂਸ, ਅਗਰ ਇਹਨੂੰ ਮੈਂ ਵੋਟਿੰਗ ਕ੍ਰਾਈਟੇਰੀਆ ਦੇਖਾਂ ਤਾਂ ਇਹਦਾ ਨੁਕਸਾਨ ਅਕਾਲੀ ਦਲ ਨੂੰ ਹੋਵੇਗਾ। ਉੱਦਾਂ ਇਹ ਮੁਬਾਰਕ ਫੈਸਲਾ ਆ। ਜਿੱਥੇ ਤੱਕ ਘਰ ਵਾਪਸੀ ਦੀ ਗੱਲ ਹੈਗੀ ਆ, ਇਹ ਕੋਈ ਪਹਿਲਾ ਕਦਮ ਨਹੀਂ ਹੈਗਾ ਹਿੰਦੂ ਸੰਗਠਨਾਂ ਵੱਲੋਂ। ਪਿਛਲੇ ਲੰਬੇ ਸਮੇਂ ਤੋਂ ਘਰ ਵਾਪਸੀ ਹਿੰਦੁਸਤਾਨ ਦੇ ਅਲੱਗ-ਅਲੱਗ ਸਟੇਟਸ ਦੇ ਵਿੱਚ ਇੱਕ ਏਜੰਡਾ ਬਣਿਆ ਹੋਇਆ ਹੈ, ਤੇ ਉਹਨਾਂ ਨੂੰ ਮੁਬਾਰਕ ਹੈ ਜਦ ਤੱਕ ਉਹ ਸ਼ਾਂਤਮਈ ਹੈਗਾ ਆ। ਜਿੰਨੇ ਵੀ ਜਿਸ ਧਰਮ ਨੂੰ ਅਡਾਪਟ ਕਰਨਾ, ਉਹਦਾ ਇੱਕ ਫਰੀਡਮ, ਉਹਨੂੰ ਇਹ ਫਰੀਡਮ ਹੈ ਕਿ ਉਹ ਆਪਣੇ ਜਿਸ ਧਰਮ ਨੂੰ ਚੁਣਨਾ ਚਾਹਵੇ ਉਹ ਚੁਣੇ। ਇਸ ਦੇ ਉੱਤੇ ਕੋਈ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਇਹ ਇਤਿਹਾਸ ਵੀ ਗਵਾਹੀ ਭਰਦਾ ਆ ਕਿ ਜਦੋਂ ਕਸ਼ਮੀਰੀ ਪੰਡਤਾਂ ਨਾਲ ਜ਼ਬਰਦਸਤੀ ਹੋਣ ਲੱਗੀ ਆ, ਉਦੋਂ ਸਿੱਖ ਗੁਰੂਆਂ ਨੇ ਵੀ ਸ਼ਹਾਦਤ ਦਿੱਤੀ ਹੈਗੀ ਹੈ। ਸੋ ਅਸੀਂ ਜ਼ਬਰਦਸਤੀ ਧਰਮ ਪਰਿਵਰਤਨ ਦੇ ਵਿਰੋਧ ਹਾਂ। ਉੱਦਾਂ ਜਿਸ ਨੂੰ ਜਿਹੜਾ ਵੀ ਧਰਮ ਚੰਗਾ ਲੱਗੇ, ਜੀ ਸੱਦ ਕੇ ਉਹ ਜੁਆਇਨ ਕਰਨ। ਪਰ ਇਹਦੇ ਨਾਲ ਮੈਂ ਇੱਕ ਤੱਥ ਜ਼ਰੂਰ ਰੱਖਣਾ ਚਾਹਾਂਗਾ ਕਿ ਜਿਨ੍ਹਾਂ ਨੂੰ ਅਸੀਂ ਸਹਿਜਧਾਰੀ ਕਹਿ ਰਹੇ ਹੈਗੇ ਹਾਂ, ਆਲਦੋ ਕਿ ਸਹਿਜਧਾਰੀ ਨਾਂ ਦਾ ਕੋਈ ਸ਼ਬਦ ਨਹੀਂ ਹੈਗਾ, ਪਰ ਜਿਨ੍ਹਾਂ ਨੂੰ ਅੱਜ ਦੇ ਦੇਰ ਦੇ ਉੱਤੇ ਸਹਿਜਧਾਰੀ ਕਿਹਾ ਜਾਂਦਾ ਆ, ਉਹ ਆਪ ਹੀ ਇਸ ਗੱਲ ਨੂੰ ਕਹਿ ਚੁੱਕੇ ਨੇ ਕਿ ਅਸੀਂ ਸਿੱਖ ਹਾਂ ਅਤੇ ਅਸੀਂ ਸਿੱਖੀਜ਼ਮ 'ਚ ਹੀ ਰਹਿਣਾ ਆ, ਅਸੀਂ ਕਿਸੇ ਵੀ ਹੋਰ ਧਰਮ ਦੇ ਵਿੱਚ ਨਹੀਂ ਜਾਣਾ। ਸੋ ਇਸ ਚੀਜ਼ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਬਹੁਤ ਕਲੈਰਿਟੀ ਆਈ ਜਾਂਦੀ ਆ ਕਿ ਜਿਹੜੇ ਬੰਦੇ ਸਿੱਖੀਜ਼ਮ ਦੇ ਵਿੱਚ ਵਿਸ਼ਵਾਸ ਰੱਖਦੇ ਆ, ਉਹ ਸਿਰਫ ਇੱਕ ਵੋਟ ਬਦਲੇ ਧਰਮ ਪਰਿਵਰਤਨ ਕਰਨ ਦੀ ਆਸਥਾ ਨਹੀਂ ਰੱਖਦੇ। ਜਿਹੜੇ ਬੰਦੇ ਧਰਮ ਪਰਿਵਰਤਨ ਕਰਨਾ ਚਾਹੁੰਦੇ ਨੇ, ਕਿਸੇ ਵੀ ਆਨੇ ਬਹਾਨੇ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਮੁਬਾਰਕ ਹੈ। ਉਹਨਾਂ ਨੂੰ ਆਪਣਾ ਉਹਨਾਂ ਦੇ ਫੈਸਲੇ ਲਈ, ਜਿਵੇਂ ਉਹਨਾਂ
ਨੂੰ ਸਹੀ ਲੱਗਦਾ ਆ ਉਹਨਾਂ ਨੂੰ ਕਰਨਾ ਚਾਹੀਦਾ ਆ, ਕਿਉਂਕਿ ਸਿੱਖੀਜ਼ਮ ਦੇ ਵਿੱਚ ਜ਼ਬਰਦਸਤੀ ਨਾਂ ਦੀ ਕੋਈ ਚੀਜ਼ ਨਹੀਂ। ਅਸੀਂ ਜ਼ਬਰਦਸਤੀ ਕਿਸੇ ਨੂੰ ਵੀ ਸਿੱਖੀਜ਼ਮ ਨਾਲ ਬਾਉਂਡ ਕਰਕੇ ਨਹੀਂ ਰੱਖਣਾ ਚਾਹੁੰਦੇ। ਹਰਪ੍ਰੀਤ ਜੀ, ਮੈਂ ਇਸ ਮੁੱਦੇ ਨੂੰ ਜਿਹੜਾ ਹੈਗਾ ਥੋੜਾ ਜਿਹਾ ਸੰਦੀਪ ਜੀ ਨਾਲੋਂ ਵੱਖਰੇ ਐਂਗਲ ਤੇ ਵੀ ਦੇਖਦਾ ਹਾਂ। ਹਾਂਜੀ, ਮੈਂ ਇਹਦੇ ਵਿੱਚ ਥੋੜਾ ਜਿਹਾ ਵੱਖਰੇ ਐਂਗਲ ਤੋਂ ਵੀ ਦੇਖਦਾ ਹਾਂ ਸੰਦੀਪ ਜੀ ਨਾਲੋਂ, ਕਿਉਂਕਿ ਮੇਰੀ ਜਿਹੜੀ ਗਿਣਤੀ ਹੈਗੀ ਆ ਉਹ ਸਹਿਜਧਾਰੀਆਂ ਦੇ ਵਿੱਚ ਹੁੰਦੀ, ਭਾਵੇਂ ਕਿ ਮੈਂ ਪੱਗ ਬੰਨ੍ਹਦਾ ਪਰ ਮੇਰੀ ਗਿਣਤੀ ਸਹਿਜਧਾਰੀਆਂ ਵਿੱਚ ਹੁੰਦੀ ਹੈ। ਇਸ ਕਰਕੇ ਮੇਰੀ ਸੋਚ ਜਿਹੜੀ ਹੈਗੀ ਆ, ਅੱਜ ਸਹਿਜਧਾਰੀ ਕਿੱਦਾਂ ਸੋਚਦਾ ਆ, ਮੇਰੀ ਸੋਚ ਉਦਾਂ ਦੀ ਹੀ ਹੋਵੇਗੀ। ਦੂਸਰੀ ਗੱਲ ਕਿ ਜਿਹੜਾ ਇਸ ਵੇਲੇ ਹਿੰਦੂ ਗਰੁੱਪਾਂ ਨੇ ਪਿੰਡਾਂ ਵਿੱਚ ਜਾ ਕੇ ਅਭਿਆਨ ਚਲਾਇਆ ਕਿ ਘਰ ਵਾਪਸ ਆ ਜਾਓ ਜਾਂ ਹਿੰਦੂ ਬਣ ਜਾਓ, ਸਾਡੇ ਨਾਲ ਰਲ ਜਾਓ, ਤੁਹਾਨੂੰ ਸਿੱਖਾਂ ਨੇ ਕੱਢ ਦਿੱਤਾ, ਇੱਕ ਭੰਡੀ ਪ੍ਰਚਾਰ ਹੈ। SGPC ਦੀ ਵੋਟ ਨਾ ਪਾਉਣ ਦਾ ਹੱਕ ਜਾਂ ਵੋਟ ਦੇਣ ਦਾ ਹੱਕ ਖੋਹ ਲੈਣ ਨਾਲ ਕਿਸੇ ਸਿੱਖ ਦੀ ਸਿੱਖੀ ਨਹੀਂ ਖੋਈ ਗਈ। ਕਿਸੇ ਸਿੱਖ ਦੇ ਦਿਲ ਚੋਂ ਸਿੱਖੀ ਪ੍ਰਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਦਰ ਨਹੀਂ ਘਟ ਸਕਦਾ ਇੰਨੀ ਗੱਲ ਦੇ ਨਾਲ, ਕਿਉਂਕਿ ਸਿੱਖ ਸਮਝਦੇ ਨੇ ਕਿ SGPC ਵੀ ਜਿੱਦਾਂ ਬਾਕੀ ਪੋਲੀਟੀਕਲ ਪਾਰਟੀਆਂ ਨੇ, ਮੈਂ ਉਹੀ ਸਮਝਦਾ ਕਿ SGPC ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੀ ਇੱਕ ਧਾਰਮਿਕ ਪੋਲੀਟੀਕਲ ਪਾਰਟੀ ਹੈਗੀ ਆ। ਜੇ ਆਪਾਂ ਨੁਕਸਾਨ ਫਾਇਦੇ ਦੀ ਗੱਲ ਕਰੀਏ, ਇਸ ਵੇਲੇ ਜਿਹੜਾ ਇਹ ਬਾਦਲ ਸਰਕਾਰ ਨੇ ਕੰਮ ਕੀਤਾ, ਸੰਦੀਪ ਜੀ ਦੇ ਕਹਿਣ ਮੁਤਾਬਕ ਦੇਖਣ ਨੂੰ ਮੈਨੂੰ ਵੀ ਇਹੀ ਲੱਗਦਾ ਕਿ ਇਹਦੇ ਵਿੱਚ ਜਿਹੜਾ ਉਹਨਾਂ ਦਾ ਵੋਟਾਂ ਦਾ ਨੁਕਸਾਨ ਹੋ ਸਕਦਾ, ਪਰ ਉਹ SGPC ਦੇ ਉੱਪਰ ਕਾਬਜ ਰਹਿਣਗੇ, ਜਿਹੜੀ ਕਿ ਪੈਰਲਲ ਪੰਜਾਬ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਕਿ ਸਰਕਾਰ ਹੁੰਦੀ ਆ, ਉਹ ਉਹਦੇ ਵਿੱਚ ਬਣੇ ਰਹਿਣਾ ਚਾਹੁੰਦੇ ਆ, ਜਿਹੜੇ ਕਿ ਉਹ ਕਾਮਯਾਬ ਹੋਣਗੇ ਇਸ ਮੁੱਦੇ ਤੋਂ ਬਾਅਦ। ਦੂਜੀ ਗੱਲ, ਅਕਾਲੀ ਦਲ BJP ਦਾ ਭਾਈਵਾਲ ਆ, RSS BJP ਦੀ ਮਾਂ ਆ, ਪਿਓ ਆ, ਚਾਚਾ ਦਾਦਾ ਸਾਰਾ ਕੁਝ ਹੈਗਾ। RSS ਚਾਹੁੰਦੀ ਹੈ ਕਿ ਹਿੰਦੁਸਤਾਨ ਨੂੰ ਜਿਹੜਾ ਆ, ਭਾਰਤ ਨੂੰ ਜਿਹੜਾ ਆ ਹਿੰਦੂ ਬਣਾਤਾ ਜਾਵੇ। ਤੇ ਜੇ ਮੈਂ ਕਹਾਂ ਇਹਦੇ ਵਿੱਚ ਮੈਨੂੰ ਇਹ ਬੋ ਆਉਂਦੀ ਆ, ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਅਕਾਲੀਆਂ ਨੇ RSS ਨੂੰ ਫਾਇਦਾ ਦੇਣ ਵਾਸਤੇ ਜਾਂ ਇਦਾਂ ਦੇ ਹਾਲਾਤ ਪੈਦਾ ਕਰਨ ਵਾਸਤੇ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਜਿਹੜਾ ਹਿੰਦੂਤਵ ਦਾ ਏਜੰਡਾ ਹੈਗਾ ਉਹਨੂੰ ਇੱਕ ਬੈਨੀਫਿਟ ਮਿਲ ਜੇ, ਅਕਾਲੀਆਂ ਨੇ ਇਹ ਗੰਦੀ ਸਾਜ਼ਿਸ਼ ਕੀਤੀ ਹੈ। ਸਿੱਖਾਂ ਨੂੰ ਦੋ ਗਰੁੱਪਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਆ। ਤੇ ਸ਼ਾਇਦ ਮੈਂ ਗਲਤ ਨਹੀਂ ਹੋਵਾਂਗਾ, ਕਿਉਂਕਿ ਮੇਰੀ ਸੋਚ ਇਹ ਕਹਿੰਦੀ ਆ ਕਿ ਬਾਦਲਾਂ ਨੇ, ਕਿਉਂਕਿ ਅੱਜ ਕੱਲ ਉਹ RSS ਦੇ ਪਿੱਠੂ ਕਹਿ ਜਾਂਦੇ ਨੇ, ਉਹਨਾਂ ਦੇ ਮੁਤਾਬਕ ਹੀ ਸਾਰੀਆਂ ਗੱਲਾਂ ਬਾਤਾਂ ਕਰਦੇ ਨੇ, ਇੱਥੇ ਵੀ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਹੈਗਾ ਅੰਦਰ ਖਾਤੇ ਜਿਹੜਾ ਹੈਗਾ RSS ਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਆ। ਨਹੀਂ ਤੇ ਇਦਾਂ ਨਹੀਂ ਹੋ ਸਕਦਾ ਕਿ ਕੱਲ ਸਹਿਜਧਾਰੀਆਂ ਦਾ ਇੱਕ ਫੈਸਲਾ ਆਉਂਦਾ ਹੋਵੇ ਔਰ ਅਗਲੇ ਦਿਨ ਪੋਸਟਰ ਛਪ ਕੇ ਜਿਹੜੇ ਹੈਗੇ ਆ ਉਹ ਪਿੰਡਾਂ ਵਿੱਚ ਪਹੁੰਚ ਜਾਣ। ਇਹ ਸਾਰੀ ਸੋਚੀ ਸਮਝੀ ਸਾਜ਼ਿਸ਼ ਸੀ। BJP ਨੇ ਜਿਹੜਾ ਹੈਗਾ ਉਹਨੂੰ ਸਪੋਰਟ ਕੀਤਾ, ਕਿਉਂਕਿ BJP RSS ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਡਿਵਾਈਡ ਕਰ ਦਿੱਤਾ ਜਾਵੇ, ਤਾਂ ਕਿ ਜਿਹੜੀ ਇੱਕ ਸਿੱਖਾਂ ਦੀ ਏਕਤਾ ਹੈਗੀ ਉਹਨੂੰ ਟੁੱਟ ਜੇ ਤੇ ਸਿੱਖ ਜਿਹੜੇ ਹੈਗੇ ਆ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਵੰਡੇ ਜਾਣ। ਔਰ ਇਹ ਜਿਹੜੀ ਵੰਡ ਹੈਗੀ ਆ ਉਹ ਸਾਫ਼ ਦਿਖਣ ਲੱਗ ਪਈ ਹੈ। ਸਰਦਾਰ ਜੀ, ਹਰਪ੍ਰੀਤ ਜੀ, ਮੈਂ ਨਹੀਂ ਸਮਝਦਾ ਕਿ ਏਦਾਂ ਦਾ ਕੁਝ ਵੀ, ਚਾਹੇ ਹਿੰਦੂ ਸੰਗਠਨ ਹੋਣ ਚਾਹੇ ਕਿਸੇ ਹੋਰ ਧਰਮ ਦੇ ਸੰਗਠਨ ਹੋਣ, ਉਹ ਏਦਾਂ ਦਾ ਕੁਝ ਵੀ ਕਰਕੇ ਸਿੱਖਾਂ ਨੂੰ ਆਪਣੇ ਵੱਲ ਆਪਣੇ ਧਰਮ ਵਿੱਚ ਐਡ ਕਰ ਸਕਦੇ ਨੇ ਜਾਂ ਪਰਿਵਰਤਨ ਕਰਵਾ ਸਕਦੇ ਨੇ। ਇੱਕ ਵੋਟਿੰਗ ਹੱਕ ਮਿਲਣ ਦੇ ਨਾਲ ਕੋਈ ਸਿੱਖ ਨਹੀਂ ਬਣਦਾ, ਇੱਕ ਵੋਟਿੰਗ ਹੱਕ ਨਹੀਂ ਮਿਲਣ ਦੇ ਨਾਲ ਕੋਈ ਕਿਸੇ ਹੋਰ ਧਰਮ ਵਿੱਚ ਨਹੀਂ ਬਣਦਾ, ਚਲੇ ਜਾਂਦਾ। ਬਿਲਕੁਲ। ਦੂਜੀ ਚੀਜ਼, ਇਹ ਸਿਰਫ ਇਹ ਬੰਦਿਆਂ ਲਈ ਆ ਜਿਹੜੇ ਸਹਿਜਧਾਰੀ ਆ ਉਹਨਾਂ ਤੇ ਨਹੀਂ ਲਾਗੂ ਹੁੰਦੀ, ਇਹੀ ਚੀਜ਼ ਉਹ ਬੰਦਿਆਂ ਤੇ ਵੀ ਲਾਗੂ ਹੁੰਦੀ ਹੈ ਜਿਹੜੇ ਕਹਿੰਦੇ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਵੋਟ ਨਹੀਂ ਪਾ ਸਕਦੇ। ਜਿਹੜਾ ਕੋਈ ਸਹਿਜਧਾਰੀ ਸਿੱਖ ਹੈ, ਜੇ ਉਹ ਵੋਟ ਨਹੀਂ ਪਾ ਸਕਦਾ, ਸਿਰਫ ਇੱਕ ਅੰਮ੍ਰਿਤ ਛਕਣ ਦਾ ਇਹੀ ਫਾਇਦਾ ਕਿ ਵੋਟ ਪਾ ਸਕਦਾ ਤੇ ਵੋਟ ਨਹੀਂ ਪਾ ਸਕਦਾ, ਜੋ ਬਾਕੀ ਹਰ ਚੀਜ਼ ਗੁਰਦੁਆਰੇ ਵਿੱਚ ਜਾ ਕੇ ਕਰ ਸਕਦਾ ਹੈ, ਤੇ ਇੱਕ ਵੋਟਿੰਗ ਦਾ ਹੱਕ ਵੀ ਦੇਣ ਦੇ ਨਾਲ ਕੋਈ ਖਾਸ ਫਰਕ ਨਹੀਂ ਪੈਣਾ ਸੀਗਾ। ਤੇ ਮੈਂ ਫਿਰ ਇੱਕ ਵਾਰ ਰਿਪੀਟ ਕਰਾਂਗਾ ਕਿ ਹਰ ਉਹ ਬੰਦੇ ਨੂੰ ਇਹਦੇ ਵਿੱਚ ਇੰਟਰਵੈਨ ਕਰਨਾ ਚਾਹੀਦਾ, ਹਰ ਉਹ ਬੰਦੇ ਨੂੰ ਆਪਣੀ ਸੋਚ ਰੱਖਣੀ ਚਾਹੀਦੀ ਹੈ, ਜਿਹੜੇ ਇਹ ਸਮਝਦੇ ਹੈਗੇ ਆ ਕਿ ਕਿਤੇ ਨਾ ਕਿਤੇ ਇੱਕ ਸਾਜ਼ਿਸ਼ ਸੀਗੀ ਸਿੱਖਾਂ ਨੂੰ ਦੋ ਧੜਿਆਂ ਵਿੱਚ ਵੰਡਣ ਦੀ, ਤੇ ਉਹ ਕਾਮਯਾਬ ਹੁੰਦੀ ਦਿਖਦੀ ਪਈ ਹੈ। ਸਬਦੀਪ ਜੀ, ਦੇਖੋ ਹਰਪ੍ਰੀਤ ਜੀ, ਜਿਸ ਦਿਨ ਅਸੀਂ ਪਹਿਲਾਂ ਗੱਲ ਕੀਤੀ ਸੀ ਇਸ ਮੁੱਦੇ ਦੇ ਉੱਤੇ, ਮੈਂ ਉਸ ਦਿਨ ਵੀ ਆਪਣੀ ਰਾਏ ਦਿੰਦਿਆਂ ਇਹ ਕਿਹਾ ਸੀ ਕਿ ਜੇ ਅਸੀਂ ਇਸ ਕਿਸਮ ਦੀ ਥੋੜਾ ਜਿਹਾ ਆਵਾਜ਼ ਆਪਣੀ ਉੱਚੀ ਰੱਖਿਓ ਪਲੀਜ਼। ਤਾਂ ਕੁਦਰਤੀ ਗੱਲ ਇਹ ਬਣੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਇਸ ਹਿੱਸੇ ਨੂੰ ਬਿਲਕੁਲ ਸਮਝ ਨਹੀਂ ਆਏਗੀ ਕਿ ਉਹ ਕਿੱਥੇ ਗਿਣਿਆ ਜਾਵੇਗਾ, ਕਿਉਂਕਿ ਇੱਕ ਤਰ੍ਹਾਂ ਨਾਲ ਉਹਨੂੰ ਅਹਿਸਾਸ ਕਰਵਾਇਆ ਜਾਏਗਾ ਕਿ ਤੂੰ ਨੌਨ ਸਿੱਖ,
ਪਰ ਫਿਰ ਵੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਵੋਟ ਪਾਉਣ ਦਾ ਅਧਿਕਾਰ ਹੀ ਸਿੱਖ ਹੋਣ ਦਾ ਜਾਂ ਸਿੱਖ ਹੋਣ ਦਾ ਸਵਾਲ ਨਹੀਂ ਹੈ। ਸਵਾਲ ਇਹ ਹੈ ਜੀ ਕਿ ਇੱਕ ਅੰਮ੍ਰਿਤਧਾਰੀ ਹੋਣਾ ਜਾਂ ਨਾ ਹੋਣਾ ਇੱਕ ਸਿੱਖ ਦੀ ਕਹਿ ਲਓ ਪਰਸਨਲ ਰਾਏ ਹੋ ਸਕਦੀ ਹੈ। ਵੋਟ ਉਹਨੂੰ ਮਿਲਣੀ ਕਿ ਨਹੀਂ ਮਿਲਣੀ ਇਹ ਸ਼੍ਰੋਮਣੀ ਕਮੇਟੀ ਦੀ ਰਾਏ ਹੋ ਸਕਦੀ ਹੈ, ਪਰ ਉਹਦੀ ਸਿੱਖ ਹੋਣ ਦੀ ਉਹਦੇ ਨਾਲ ਕੋਈ ਖਤਰਾ ਨਹੀਂ। ਇੰਨਾ ਜ਼ਰੂਰ ਹੈ ਕਿ RSS ਦੀ ਇੱਕ ਸਾਜ਼ਿਸ਼ ਕੇ ਸਿੱਖਾਂ ਦੇ ਵਿੱਚ ਦਫੇੜ ਪੈਦਾ ਹੋ ਗਈ, ਉਹ ਜ਼ਰੂਰ ਸਫਲ ਹੋਈ। ਚਰਨਜੀਤ ਸਿੰਘ ਜੀ, ਮੈਂ ਤਾਂ ਕਹਿਣਾ ਚਾਹੁੰਦਾ ਜੋ ਵੀ ਗੱਲ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਹੀ ਮੰਦਭਾਗੀ ਹੈ ਸਾਡੇ ਖਾਸ ਕਰਕੇ ਸਿੱਖ ਧਰਮ ਦੇ ਲਈ, ਕਿਉਂਕਿ ਹਮੇਸ਼ਾ ਹੀ ਜਿਹੜੀ ਵੱਧ ਗਿਣਤੀ ਹੁੰਦੀ ਹੈ ਦੇਸ਼ ਦੇ ਵਿੱਚ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਨ ਜਾਂ ਕੁਚਲਣ ਦੇ ਬਾਰੇ ਜਿਹੜੇ ਉਹਨਾਂ ਦੇ ਧਾਰਮਿਕ ਠੇਕੇਦਾਰ ਨੇ ਹਮੇਸ਼ਾ ਸੋਚਦੇ ਰਹਿੰਦੇ ਤੇ ਉਹਨਾਂ ਵਿੱਚ ਇਹਨਾਂ ਦੀ ਇੱਕ ਜਿਹੜੀ ਜਮਾਤ ਹੈ RSS ਉਹਦਾ ਕੰਮ ਹੀ ਇਹੀ ਹੈ ਚਾਹੇ ਉਹ ਮੁਸਲਮਾਨਾਂ ਦੇ ਖਿਲਾਫ ਲਫ਼ਜ਼ ਜੋ ਵੀ ਹੋਵੇ ਜਾਂ ਕਹਿਣਾ ਮਤਲਬ ਹੈ ਕਿ ਇਹਨਾਂ ਧਰਮ ਪਰਿਵਰਤਨ ਜਾਂ ਜ਼ਬਰਦਸਤੀ ਕਰਨਾ। ਹੁਣ ਸਿੱਖਾਂ ਦੇ ਵਾਰੀ ਆ ਗਈ ਕਹਿਣਾ ਮਤਲਬ ਕਹਿ ਲਓ ਉਹਨਾਂ ਦੇ ਮੁਤਾਬਕ। ਹੁਣ ਜੇਕਰ ਗੱਲ ਕੀਤੀ ਜਾਵੇ ਸਾਡੇ ਧਾਰਮਿਕ ਲੀਡਰਾਂ ਦੀ ਜਾਂ ਫਿਰ ਪੋਲੀਟੀਕਲ ਲੀਡਰਾਂ ਦੀ, ਇੱਕ ਸਾਡੀ ਜਿਹੜੀ ਸਾਡੀ ਇੱਕ ਸਿਆਸੀ ਪਾਰਟੀ ਹੈ ਅਕਾਲੀ ਦਲ, ਇਹ ਆਪਣੇ ਆਪ ਨੂੰ ਸਿੱਖਾਂ ਦੀ ਹਮਾਇਤੀ ਪਾਰਟੀ ਕਹਿੰਦੀ ਹੈ। ਹੁਣ ਸ਼ਾਇਦਧਾਰੀ ਸਿੱਖਾਂ ਦਾ ਮਸਲਾ ਕਾਫੀ ਦੇਰ ਦਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਸੀ। ਇਸ ਦੌਰਾਨ ਹੀ ਇਹਦਾ ਜਿਹੜਾ ਬਿੱਲ ਪਾਸ ਕੀਤਾ ਗਿਆ ਹੋਣਾ, ਇਹ ਇਹਨਾਂ ਦੀ ਜਿਹੜੀ ਭਾਈਵਾਲ ਪਾਰਟੀ ਹੈ ਸੈਂਟਰ ਦੇ ਵਿੱਚ ਭਾਜਪਾ, ਉਹਦੇ ਦੌਰਾਨ ਹੀ ਪਾਸ ਕੀਤਾ ਗਿਆ। ਮੇਰੇ ਹਿਸਾਬ ਨਾਲ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਕਹਿ ਲਓ ਇਹਨੂੰ ਵੋਟਾਂ ਦੇ ਮੱਦੇਨਜ਼ਰ ਜਿਹੜੀਆਂ ਵੋਟਾਂ ਆ ਰਹੀਆਂ ਉਹਦੇ ਮੱਦੇਨਜ਼ਰ, ਜਾਂ ਫਿਰ ਕਹਿ ਸਕਦੇ ਹਾਂ ਆਪਾਂ ਕਿ ਇਹ ਚਾਹੁੰਦੇ ਨੇ ਕਿ ਜਿਵੇਂ ਹਿੰਦੂ ਜਿਹੜੇ ਆਪਣੇ ਜਿਹੜੇ ਮਾਫ ਕਰਨਾ ਮੈਂ ਕੈਟੇਗਰੀ ਨਹੀਂ ਨਾ ਲੈਣਾ ਚਾਹੁੰਦਾ, ਜਿਵੇਂ ਕਿ ਭਾਜਪਾ ਚਾਹੁੰਦੀ ਹੈ ਕਿ ਦੇਸ਼ ਦੇ ਵਿੱਚ ਹਿੰਦੂਆਂ ਨੂੰ ਜਿਹੜਾ ਆਪਣਾ ਧਰੋਹੀਕਰਨ ਵੋਟਾਂ ਨਾ ਕਰਦੇ, ਜਿਵੇਂ ਕਦੀ ਮੁਸਲਮਾਨਾਂ ਦੇ ਖਿਲਾਫ ਕਦੀ ਗਊ ਮਾਸ ਦਾ ਜਿਹੜਾ ਨਾਰਾ ਬੁਲੰਦ ਕਰਦੀ ਹੈ, ਕਦੀ ਕੁਛ ਕਰਦੀ ਹੈ, ਇਹ ਕੁਝ ਹੁਣ ਪੰਜਾਬ 'ਚ ਕਰਨਾ ਚਾਹੁੰਦੇ ਆ। ਮੈਂ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਲੋਕ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ। ਥੈਂਕ ਯੂ ਜਰਮਨ ਜੀ। ਤੁਹਾਡੇ ਸਭ ਦੇ ਕਮੈਂਟ ਦੇਖੇ ਪਰ ਮੈਂ ਸੁਣ ਕੇ ਥੋੜਾ ਜਿਹਾ ਕੰਫਿਊਜ਼ ਆ। ਨੰਬਰ 1, ਇਸ ਟਾਈਮ ਪੰਜਾਬ 'ਚ ਜੋ ਪਾਵਰ 'ਚ ਆ ਪਾਰਟੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੀ ਭਾਈਵਾਲ ਪਾਰਟੀ BJP, ਸ਼੍ਰੋਮਣੀ ਅਕਾਲੀ ਦਲ ਤੇ BJP ਇੱਕ ਵੀ ਇਦਾਂ ਦਾ ਕੰਮ ਨਹੀਂ ਕਰੂਗੀ ਜਿਹਦੇ ਨਾਲ ਉਹ SGPC ਵਿੱਚ ਇਲੈਕਸ਼ਨ ਹਾਰ ਜਾਣ। ਮੈਂ ਤਾਂ ਤੁਹਾਡੇ ਕਮੈਂਟ ਸੁਣ ਕੇ ਹੈਰਾਨ ਆ ਕਿ ਇੱਕ ਸਹਿਸਤਾ ਤੋਂ ਵੋਟ ਦਾ ਹੱਕ ਛਿਨ ਕੇ ਸ਼੍ਰੋਮਣੀ ਅਕਾਲੀ ਦਲ SGPC ਵਿੱਚ ਇਲੈਕਸ਼ਨ ਹਾਰ ਜਾਣਗੇ। ਮੈਂ ਇੱਕ ਮਿੰਟ ਜੀ ਮੇਰੀ ਗੱਲ ਪੂਰੀ ਹੋਣ ਦਿਓ। ਬਾਦਲ ਸਾਹਿਬ ਜਾਂ ਮੋਦੀ ਜੀ ਜਾਂ ਅਮਿਤ ਸ਼ਾਹ ਇਹ ਤਿੰਨੇ ਇੰਨੇ ਬੇਵਕੂਫ ਨਹੀਂ ਹੈਗੇ ਕਿ ਆਪ ਲਾਅ ਪਾਸ ਕਰਨ ਤੇ ਆਪ SGPC ਦੀ ਇਲੈਕਸ਼ਨ ਹਾਰ ਜਾਣ। ਸਾਰੇ ਹੀ ਪੈਨਲਿਸਟ ਨੂੰ ਮੈਂ ਚਾਹੂੰਗਾ ਇੱਥੇ ਜਰੂਰ ਕਮੈਂਟ ਕਰਨ ਕਿ ਜब बादल साहब या ਸ਼੍ਰੋਮਣੀ ਅਕਾਲੀ ਦਲ ਜ਼ੋਰ ਲਾ ਕੇ ਇਹ ਬਿੱਲ ਪਾਸ ਕਰਾਉਂਦੀ ਆ, ਉਹ ਤੁਹਾਨੂੰ ਕੀ ਲੱਗਦਾ ਕਿ SGPC ਦੀ ਇਲੈਕਸ਼ਨ ਹਾਰਨ ਵਾਸਤੇ ਪਾਸ ਕਰਾਉਂਦੀ ਆ? ਪਹਿਲੀ ਗੱਲ, ਇਲੈਕਸ਼ਨ ਜਿੱਤਣ ਵਾਸਤੇ ਪਾਸ ਕਰਾਉਂਦੀ ਆ। ਤੇ ਮੈਂ ਤੁਹਾਨੂੰ ਅੱਜ ਲਿਖ ਕੇ ਤਿਆਰ ਆ, ਜਿਹੜੀ ਅਗਲੀ ਦੇਖ ਕੇ ਦੇਣ ਨੂੰ ਤਿਆਰ ਆ, ਜਿਹੜੀ ਅਗਲੀ SGPC ਦੀ ਇਲੈਕਸ਼ਨ ਹੋਊਗੀ ਸ਼੍ਰੋਮਣੀ ਅਕਾਲੀ ਦਲ ਜਿੱਤੂਗੀ ਤੇ ਉਦੋਂ ਤੁਸੀਂ ਕਹੋਗੇ ਹਾਂਜੀ ਸਾਡੇ ਕੋਲੋਂ ਗਲਤੀ ਹੋ ਗਈ। ਹਰਪ੍ਰੀਤ ਜੀ ਤੁਸੀਂ ਸ਼ਾਇਦ ਮੇਰਾ ਕਮੈਂਟ ਇੱਕ ਮਿੰਟ ਜੀ ਜਰਮਨ ਜੀ ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਹਰਪ੍ਰੀਤ ਦਾ ਕਮੈਂਟ ਮੇਰੇ ਕਮੈਂਟ ਤੋਂ ਬਿਲਕੁਲ ਉਲਟ ਹੈਗਾ। ਹਰਪ੍ਰੀਤ ਜੀ ਸ਼ਾਇਦ ਤੁਸੀਂ ਮੇਰਾ ਕਮੈਂਟ ਚੰਗੀ ਤਰ੍ਹਾਂ ਸੁਣਿਆ ਨਹੀਂ। ਮੈਂ ਇਹ ਗੱਲ ਕਹੀ ਕਿ ਬਾਦਲ ਭਾਵੇਂ ਪੰਜਾਬ ਨਾਮ ਹੀ ਨਹੀਂ ਲਿਆ, ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਲਿਆ। ਨਹੀਂ ਤੁਸੀਂ ਕਿਹਾ ਸਾਰੇ ਪੈਨਲਿਸਟ, ਮੈਂ ਪੈਨਲਿਸਟਾਂ ਵਿੱਚ ਆਉਣਾ, ਤੁਸੀਂ ਸਾਰੇ ਪੈਨਲਿਸਟ ਦੀ ਗੱਲ ਕੀਤੀ ਆ। ਮੈਂ ਸਾਫ਼ ਗੱਲ ਕੀਤੀ ਆ ਕਿ ਬਾਦਲ ਨਹੀਂ ਚਾਹੁੰਦਾ ਕਿ ਪੰਜਾਬ 'ਚੋਂ ਸਰਕਾਰ ਵੀ ਹਾਰ ਜਾਏ ਔਰ ਜਿਹੜੀ ਇੱਕ ਪੈਰਲਲ ਸਰਕਾਰ ਚੱਲਦੀ ਆ ਉਹ ਵੀ ਹਾਰ ਜਾਏ। ਉਹਦੇ ਕਰਕੇ ਉਹਨੇ ਇਹਨੇ ਬਿੱਲ ਨੂੰ ਪਾਸ ਕਰਵਾਇਆ। ਔਰ ਦੂਜੇ ਤੌਰ ਤੇ ਜੋ ਕਿਉਂਕਿ ਉਹਦੀ RSS BJP ਭਾਈਵਾਲ ਆ, ਉਹਨਾਂ ਦਾ ਹਿੰਦੂਇਜ਼ਮ ਦਾ ਟਾਰਗੇਟ ਏਜੰਡਾ ਵੀ ਇਹਦੇ ਨਾਲ ਪੂਰਾ ਹੁੰਦਾ ਸੀ। ਇਸ ਕਰਕੇ ਉਹਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ। ਮੈਂ ਬਿਲਕੁਲ ਸਪਸ਼ਟ ਗੱਲ ਕੀਤੀ ਆ ਕਿ ਉਹ ਨਹੀਂ ਚਾਹੁੰਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਾਰੇ, ਕਿਉਂਕਿ ਉਹਦੇ ਨਾਲ ਜਿੰਨੇ ਅਕਾਲੀ ਨੇ, ਚਾਹੇ ਉਹ ਦਿਲੋਂ ਸਿੱਖ ਆ ਚਾਹੇ ਉਹ ਦਿਲੋਂ ਸਿੱਖ ਨਹੀਂ ਹੈਗੇ, ਜਿਹੜੇ ਪੰਜ ਕਕਾਰਾਂ ਦੀ ਗੱਲ ਕੀਤੀ ਗਈ ਆ, ਸਾਰੇ ਅਕਾਲੀਆਂ ਦੀ ਵੇਸ਼ਭੂਸ਼ਾ ਉਹੋ ਹੀ ਹੈਗੀ ਆ। ਤੇ ਉਹਨਾਂ ਨੇ ਇਹ ਇੱਕ ਵਿੱਤ ਪਾ ਕੇ ਆਪਣਾ SGPC ਦੇ ਵਿੱਚ ਜਿਹੜਾ ਵੋਟ ਬੈਂਕ ਸੀ ਉਹਨੂੰ ਪੱਕਾ ਕੀਤਾ ਤੇ ਦੂਜੇ ਪਾਸੇ RSS ਨੂੰ ਸਿੱਧੇ ਤੌਰ ਤੇ ਇਹ ਮੌਕਾ ਦਿੱਤਾ ਕਿ ਉਹ ਪੰਜਾਬ ਦੇ ਵਿੱਚ ਘੁਸਪੈਠ ਕਰੇ ਤੇ ਜਿਹੜਾ ਹਿੰਦੂਇਜ਼ਮ ਦਾ ਉਹ ਏਜੰਡਾ ਹੈਗਾ ਉਹਨੂੰ ਸਫਲ ਕਰੇ। ਮੈਂ ਤਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਜੀ। ਕਿਉਂ ਲੌਜਿਕ ਨਹੀਂ ਬਣਦਾ ਦਿਲਰਾਜ ਜੀ? RSS ਨੂੰ ਸਿੱਧੇ ਇਹ ਅੰਦਰ ਦੀਆਂ ਗੱਲਾਂ ਤੁਸੀਂ ਕਿੱਦਾਂ ਸਮਝ ਸਕਦੇ ਹੋ?
ਮੇਰੀ ਗੱਲ ਹਾਂਜੀ। ਸੁਣੋਗੇ, ਇਸ ਕਰਕੇ ਲੌਜੀਕ ਨਹੀਂ ਬਣਦਾ ਕਿ ਆਪਾਂ ਆਰਐਸਐਸ ਨੂੰ ਤਾਂ ਦੋਸ਼ ਦਿੰਦੇ ਆ, ਆਪਾਂ ਆਪਣੇ ਬੰਦਿਆਂ ਨੂੰ ਨਹੀਂ ਦੋਸ਼ ਦਿੰਦੇ। ਨਹੀਂ, ਆਪਣੇ ਬੰਦਿਆਂ ਨੂੰ ਤਾਂ ਸਮਝ ਹੈ। ਦੇਖੋ ਸੰਦੀਪ ਜੀ ਤੁਹਾਡੇ ਨਾਲ ਬੈਠੇ ਹੋਏ ਆ, ਠੀਕ ਨਹੀਂ, ਹੈ, ਮੈਂ ਤਾਂ ਦੇਖੋ ਕਿ ਗਲਤ ਹੋਇਆ, ਇਹਨਾਂ ਨੂੰ ਨਹੀਂ। ਠੀਕ ਹੋਇਆ ਕਿ ਗਲਤ ਹੋਇਆ। ਨਹੀਂ, ਇਹ ਤਾਂ ਕਹਿੰਦੇ ਠੀਕ ਹੋਇਆ, ਇਹ ਤਾਂ ਕਹਿੰਦੇ ਠੀਕ ਹੋਇਆ, ਕਿਉਂਕਿ ਇਹ ਤਾਂ ਸਾਡੇ ਨਾਲ ਪਹਿਲਾਂ ਵੀ 2-3 ਡਿਬੇਟਾਂ ਦੇ ਵਿੱਚ ਮੇਰੇ ਨਾਲ ਬਹਿਸ ਕਰ ਚੁੱਕੇ ਆ ਸਹਿਜਧਾਰੀ ਬਾਰੇ ਔਰ ਇਹਦੇ ਬਾਰੇ। ਇਹ ਤਾਂ ਸਹਿਜਧਾਰੀਆਂ ਨੂੰ ਮੈਂ ਇੱਕ ਮਿੰਟ ਮੈਂ ਬਾਅਦ ਗਈ ਨਾ ਕਿਉਂ ਨਾ ਦਿਲਰਾਜ ਜੀ ਨਹੀਂ, ਅਸੀਂ ਘਰ ਦੇ ਵਿੱਚ ਲੜਾਈ ਨਹੀਂ ਪਾਉਣੀ। ਸਾਡੇ ਘਰ ਦੇ ਵਿੱਚ ਦੂਜਾ ਬੰਦਾ ਲੜਾਈ ਪਾ ਰਿਹਾ। ਲੜਾਈ ਕੁਲਵੀਰ ਜੀ ਨਹੀਂ, ਪੁਆਇੰਟ ਤੇ ਦਿਲਾਰ ਜੀ ਦਾ ਸੁਣਨ ਵਾਲਾ ਇੱਕ ਕਾਲਰ ਜੁੜ ਚੁੱਕੇ ਨੇ, ਕਾਲਰ ਲਵਾਂਗੇ ਆਪਾਂ। ਸਤਿ ਸ਼੍ਰੀ ਅਕਾਲ ਜੀ, ਲਾਸਟ 4 ਨੰਬਰ ਨੇ। ਹਾਂਜੀ ਸਰ, ਆਪਣਾ ਨਾਮ ਜ਼ਰੂਰ ਦੱਸੋਗੇ? ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਹਾਂਜੀ ਪਰਮਿੰਦਰ ਸਿੰਘ ਜੀ। हाँ ये तो बोल रहे हैं ਕੈਲੀਫੋਰਨੀਆ ਤੋਂ ਬੋਲ ਰਿਹਾ ਮੈਂ। ਹਾਂਜੀ ਸਰ, ਹਾਂਜੀ ਸਰ, ਹਾਂਜੀ ਹਾਂ ਮੈਂ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਯਾਰ। ਹਾਂਜੀ ਸਰ, ਤੁਸੀਂ ਔਨ 에ਅਰ ਜੋ ਗੋ ਅਹੈਡ ਸਰ। ਠੀਕ ਹੈ, ਹੈਲੋ। ਹਾਂਜੀ ਸਰ, ਤੁਸੀਂ ਔਨ 에ਅਰ ਜੋ, ਪਲੀਜ਼ ਗੋ ਅਹੈਡ ਸਰ। ਹਾਂ ਮੈਂ ਇਹ ਸ਼੍ਰੋਮਣੀ ਕਮੇਟੀ ਦੀ ਜਿਹੜੀ ਗੱਲਬਾਤ ਚੱਲਦੀ ਹੈ ਇਹਦੇ ਬਾਰੇ ਦੱਸਣਾ ਚਾਹੁੰਦਾ। ਮੈਨੂੰ 3-4 ਮਹੀਨੇ ਹੋਇਆ ਵੀ ਇੰਡੀਆ ਤੋਂ ਇੱਥੇ ਆਏ ਨੂੰ, ਤੇ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨੇ, ਇਹਨਾਂ ਨੇ ਜਿਹੜੀ ਸਹਿਜਧਾਰੀ ਦੀ ਸੈਕਟਰ ਦੀ ਗੱਲ ਕੀਤੀ, ਇਹ ਤਾਂ ਹੀ ਕਰਦੇ ਆ ਜਿਹੜੇ ਅਕਾਲੀ ਦਲ ਦੇ ਇਹਨਾਂ ਦੇ ਬੰਦੇ ਆ ਇੰਡੀਆ ਆਏ ਆਏ। ਹਾਂਜੀ ਸਰ, ਹਾਂਜੀ ਦੱਸੋ। ਸਰ, ਹਾਂ ਸ਼੍ਰੋਮਣੀ ਇਹਨਾਂ ਦੇ ਜਿਹੜੇ ਦੂਏ ਨੇ ਪਿੰਡ ਨੇਗੇ, ਉਹ ਵੋਟਾਂ ਨੂੰ ਕਤਾਰ ਦਿੰਦੇ ਨੇ, ਜਿਹੜੀ ਦੂਜੀ ਪਾਰਟੀ ਰਿਹਾ ਜਾਂ ਕੱਟੜਵਾਦੀ ਆ ਜਾਂ ਆਪਣੇ ਦੂਜੀ ਪਾਰਟੀ ਰਿਹਾ, ਤੇ ਉਹਦੇ ਕਰਕੇ ਇਹ ਕਰਨਾ ਚਾਹੁੰਦੇ ਹੁੰਦੇ ਆ। ਉਹਦੇ ਨਾਲ ਇਹਨਾਂ ਨੂੰ ਵੋਟਾਂ ਇਹ ਸ਼੍ਰੋਮਣੀ ਕਮੇਟੀ ਦਾ ਜਿੱਤ ਲੈਂਦੇ ਰਹੇ ਸਾਲ। ਮੈਂ ਕੇਸਧਾਰੀ ਤੇ ਅੰਮ੍ਰਿਤਧਾਰੀ ਸਿੰਘ ਸੀਗਾ ਜਦੋਂ ਪਿਛਲੀ ਵਾਰੀ ਵੋਟਾਂ ਪਈਆਂ, ਮੇਰੀ ਵੋਟ ਆਪਦੀ ਹੈ ਨਹੀਂ ਸੀ। ਕਿਉਂ ਇਹਨਾਂ ਦੇ ਜਿਹੜੇ ਬੰਦੇ ਆ ਪਿੰਡਾਂ ਦੇ ਵਿੱਚ ਉਹ ਵੋਟਾਂ ਕਟਾ ਦਿੰਦੇ ਆ, ਉਹਦੇ ਕਰਕੇ ਇਹਦੇ ਕਰਕੇ ਸ਼੍ਰੋਮਣੀ ਕਮੇਟੀ ਜਿੱਤ ਲੈਂਦੇ ਆ। ਇਹ ਤਾਂ ਹੀ ਕਹਿ ਦਿੰਦੇ ਆ ਵੀ ਇੱਕ ਇੱਧਰ ਪਾ ਦਿੰਦੇ ਆ, ਦੂਏ ਪਾਸੇ ਪਿੰਡਾਂ ਵਿੱਚ ਸਮਝੌਤਾ ਕਰਕੇ ਆਪਦੇ ਬੰਦੇ ਦੇ ਵੋਟਾਂ ਬਣਵਾ ਕੇ ਤੇ ਉਹਨਾਂ ਦੀਆਂ ਵੋਟਾਂ ਪਵਾ ਦਿੰਦੇ ਆ। ਠੀਕ ਹੈ ਸਰ, ਥੈਂਕ ਯੂ ਸਰ, ਥੈਂਕ ਯੂ ਜੀ। ਇੱਕ ਡਰਾਮਾ ਕਰ ਦਿੰਦਾ ਜੀ ਅਸੀਂ 6 ਤਾਰੀਖ ਦੀਆਂ ਕਿਤਾਬੀਆਂ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ ਫॉर द कॉल ਸਰ। ਕਿ ਸ਼੍ਰੋਮਣੀ ਕਮੇਟੀ ਦੀ ਚੋਣ ਅਕਾਲੀ ਦਲ ਬਾਦਲ ਜਿੱਤਦਾ ਕਿ ਨਹੀਂ, ਉਹ ਤੇ ਉਹਨਾਂ ਨੇ ਜਿੱਤ ਜਾਣੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਹਿਜਧਾਰੀਆਂ ਨੂੰ ਅਧਿਕਾਰ ਜਦੋਂ ਨਹੀਂ ਮਿਲਦਾ ਉਦੋਂ ਵੀ ਉਹਨਾਂ ਨੇ ਜਿੱਤ ਜਾਣੀ, ਜਦੋਂ ਨਹੀਂ ਮਿਲਦਾ ਉਹ ਉਦੋਂ ਵੀ ਜਿੱਤ ਜਾਣਗੇ। ਸਵਾਲ ਸਿਰਫ ਇਹ ਹੈ ਨਹੀਂ ਸਰ, ਥੋੜਾ ਜਿਹਾ ਸਰਦੀਪ ਜੀ, ਮੈਂ ਥੋੜਾ ਜਿਹਾ ਇੱਥੇ ਟੋਕਣਾ ਚਾਹੁੰਦਾ ਸਰਦੀਪ ਜੀ ਤੇ ਟੋਕਣਾ ਚਾਹੁੰਦਾ। ਜਦੋਂ ਤੁਹਾਡਾ ਵੋਟ ਬੈਂਕ ਛੋਟਾ ਹੁੰਦਾ ਹੈ, ਘੱਟ ਵੋਟਰ ਹੁੰਦੇ ਆ, ਤੁਸੀਂ ਉਹਨਾਂ ਤੇ ਦਬਾਅ ਜ਼ਿਆਦਾ ਬਣਾ ਸਕਦੇ ਜੋ। ਜੇ ਵੋਟ ਬੈਂਕ ਵੱਡਾ ਹੋਵੇ, ਵੋਟ ਜਿੱਤਦੇ ਕਿ ਨਹੀਂ ਜਿੱਤਦੇ ਇਹ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਇਹ ਆ ਕਿ ਇਸ ਵਿਵਾਦ ਨਾਲ ਸਿੱਖਾਂ ਦੇ ਅੰਦਰ ਜਿਹੜੀ ਦਫੇੜ ਪੈਦਾ ਹੋਏਗੀ, ਉਹਦਾ ਅਲਟੀਮੇਟਲੀ ਫਾਇਦਾ ਕਿਹਨੂੰ ਹੋਏਗਾ? ਕਿ ਉਹਦਾ ਫਾਇਦਾ ਸਿੱਖੀ ਨੂੰ ਹੋਏਗਾ ਤੇ ਨੌਨ ਸਿੱਖਾਂ ਨੂੰ ਹੋਏਗਾ, ਜਿਹਦੇ ਨਾਲ ਇੱਕ ਹਿੱਸਾ ਸਿੱਖਾਂ ਦਾ ਨਾਰਾਜ਼ ਹੋ ਕੇ ਸੱਚਮੁੱਚ ਧਰਮ ਪਰਿਵਰਤਨ ਕਰ ਦੇਗਾ, ਜਾਂ ਫਿਰ ਉਹ ਬਿਲਕੁਲ ਸਿੱਖੀ 'ਚ ਇੰਟਰਸਟ ਲੈਣਾ ਬੰਦ ਕਰ ਦੇਗਾ। ਉਹ ਕਹੇਗਾ ਕਿ ਜਦੋਂ ਤੁਸੀਂ ਸਾਨੂੰ ਸਿੱਖੀ ਨਹੀਂ ਸਮਝਦੇ, ਫਿਰ ਅਸੀਂ ਇਹਨਾਂ ਪਰੰਪਰਾਵਾਂ ਤੋਂ ਵੀ ਕੀ ਲੈਣਾ। ਇਹ ਪ੍ਰੋਬਲਮ ਆਉਂਗੀ ਅਗਰ ਵੋਟਾਂ ਨਹੀਂ ਦਿਲਰਾਜ ਸਿੰਘ ਸਰਦੀਪ ਜੀ ਨੇ ਬੜਾ ਵਧੀਆ ਪੁਆਇੰਟ ਚੁਣਿਆ ਵਾ। ਇਹਦੇ ਨਾਲ ਸਿੱਖਾਂ 'ਚ ਪਾੜ ਪੈਂਦੀ ਆ ਸਰ। ਬਿਲਕੁਲ ਦਿਖ ਰਹੀ ਹੈ ਜੀ ਦਿਲਰਾਜ ਜੀ, ਦਿਖ ਰਹੀ ਆ। ਮੈਂ ਤੁਸੀਂ ਕਹਿੰਦੇ ਪੈਂਦੀ ਆ, ਮੈਨੂੰ ਦਿਖ ਰਹੀ ਆ। ਕੁਲਵੀਰ ਜੀ ਬਿਲਕੁਲ ਮੈਨੂੰ ਵੀ ਚੁੱਭੀ ਜ਼ਰੂਰ ਸੀ ਗੱਲ, ਪਰ ਜੇ ਕਹੋ ਕਿ ਸਿੱਖ ਜਿਹੜਾ ਵੀ ਸਹੀ ਸਿੱਖ ਹੈ ਉਹ ਸਿਰਫ ਇੱਕ ਵੋਟਿੰਗ ਰਾਈਟ ਕਰਕੇ, ਜੇ ਮੈਂ ਹੁਣ ਸਹਿਜਧਾਰੀ ਹਾਂ, ਮੈਂ ਨਹੀਂ ਅੰਮ੍ਰਿਤ ਛਕਿਆ ਹੋਇਆ, ਮੈਂ ਵੋਟਿੰਗ ਰਾਈਟ ਨਹੀਂ ਮਿਲਿਆ ਤੇ ਮੈਂ ਉਹਦੇ ਤੱਕ ਕੋਈ ਹੋਰ ਧਰਮ ਨਹੀਂ, ਹੋਰ ਧਰਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਪਾੜ ਪੈਂਦੀ ਦਿਲਰਾਜ ਜੀ, ਉਹਨਾਂ ਨੇ ਪਾੜ ਪੈਣ ਦੀ ਗੱਲ ਕੀਤੀ, ਉਹਨਾਂ ਨੇ ਪਾੜ ਪੈਣ ਦੀ ਗੱਲ ਕੀਤੀ ਆ। ਸਰ ਕੁਐਸਚਨ ਇਹ ਨਹੀਂ ਹੈ ਕਿ ਤੁਸੀਂ ਦਰਬਾਰ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਕ ਆਮ ਸਿੱਖ ਦੀ ਗੱਲ ਕਰ ਰਿਹਾ। ਕੀ ਇਹ ਦਰਬਾਰ ਨੂੰ ਉਹ ਸੋਚੇਗਾ ਕਿ ਬਿਲਕੁਲ ਐਂਟੀ ਬਾਦਲ ਹੋ ਕੇ ਬਿਲਕੁਲ ਹੀ ਉਲਟੀ ਦਿਸ਼ਾ 'ਚ ਚਲਾ ਜਾਏਗਾ? ਮੈਂ ਆਮ ਭਾਵਨਾ ਦੀ ਗੱਲ ਕਰ ਰਿਹਾ। ਮੈਂ ਜਦੋਂ ਸ਼ੋਅ ਸ਼ੁਰੂ ਕੀਤਾ ਸੀ ਨਾ, ਮੈਂ ਉਦੋਂ ਇਹ ਗੱਲ ਆਖੀ ਸੀ ਕਿ ਜਿਹੜਾ ਇਹ ਹਿੰਦੂ ਸੰਸਥਾ ਨੇ ਇਹ ਅਭਿਆਨ ਚਲਾਇਆ ਵਾ, ਇਹ ਪਿੰਡਾਂ 'ਚੋਂ ਚਲਾਇਆ ਵਾ। ਨਾਲ ਹੀ ਮੈਂ ਗੱਲ ਆਖੀ ਸੀ ਕਿ ਉਹ ਉਹਨਾਂ ਨੂੰ ਟਾਰਗੇਟ ਕਰਨ ਦੇ ਆ
ਜਿਹੜੇ ਆਲਰੇਡੀ ਕਰਜ਼ੇ ਤੇ ਡੁੱਬੇ ਹੋਏ ਆ, ਕਰਜ਼ੇ ਦੀ ਮਾਰ ਤੇ ਡੁੱਬੇ ਹੋਏ ਨੇ, ਡਰੱਗਸ ਤੇ ਆਦੀ ਨੇ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਡਰੱਗਸ ਦੀ ਮਾਰ ਵੀ ਇਹਨਾਂ ਤੇ ਪੈਂਦੀ ਆ। ਉਹ ਲੋਕਾਂ ਨੂੰ ਜਿਹੜੇ ਕਮਜ਼ੋਰ ਨੇ ਸਰ, ਉੱਥੇ ਤਾਂ ਬੜੀ ਦੇਰ ਤੋਂ ਟਾਰਗੇਟ ਹੁੰਦਾ ਪਿਆ, ਜਿਹੜਾ ਕ੍ਰਿਸ਼ਨਰੀ ਵਾਲਾ ਮਿਸ਼ਨ ਹੈਗਾ ਵਾ, ਉਹ ਤਾਂ ਸਦੀਆਂ ਤੋਂ ਟਾਰਗੇਟ ਹੁੰਦਾ ਪਿਆ ਵਾ। ਪੈਸੇ ਵੀ ਦਿੰਦੇ ਆ, ਕਈ ਕੁਝ ਕਰਦੇ ਆ, ਉਹਦੇ ਨਾਲ ਸਿਰਫ ਵੋਟਿੰਗ ਰਾਈਟ ਜਾਂ ਨਾ ਰਾਈਟ ਦਾ ਕੋਈ ਫਰਕ ਨਹੀਂ ਪੈਂਦਾ। ਇਹ ਗੱਲ ਨੂੰ ਸਮਝੋ ਸਾਰੇ ਜਾਣੇ। ਇੱਥੇ ਜਿਹੜੇ ਮਰਜ਼ੀ ਪਿੰਡ 'ਚ ਮੈਨੂੰ ਕਹੋਗੇ ਮੈਂ ਤੁਹਾਨੂੰ ਲੈ ਜਾਊਂਗਾ, ਉੱਥੇ ਮਜਾਤੀ ਜਿਹੜੇ ਬੰਦੇ ਸੀਗੇ ਦਲਰਾਜ ਜੀ ਸਾਰੇ ਇੱਕੋ ਤਰੀਕੇ ਦੀ ਸੋਚਦੇ। ਦਲਰਾਜ ਜੀ ਇੱਕ ਮਿੰਟ ਮੇਰੀ ਗੱਲ ਸੁਣਿਓ ਧਿਆਨ ਨਾਲ। ਤੁਸੀਂ ਕਹਿੰਦੇ ਕਿ ਸਿੱਖਾਂ ਦੇ ਵਿੱਚ ਜਿਹੜਾ ਹੈਗਾ ਉਹ ਪਾੜ ਨਹੀਂ ਪੈਂਦਾ। ਜਦੋਂ ਗੱਲ ਜਦੋਂ ਵੱਲ ਕੋਰਟ 'ਚ ਚਲੀ ਜਾਂਦੀ ਹੈ, ਦੋ ਧਿਰਾਂ ਬਣ ਜਾਂਦੀਆਂ, ਤਾਂ ਉਹਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ ਕਿ ਉਹ ਇੱਕ ਕਹਿੰਦੇ ਸਾਨੂੰ ਹੱਕ ਚਾਹੀਦਾ, ਦੂਜਾ ਕਹਿੰਦਾ ਮੈਂ ਤੈਨੂੰ ਦੇਣਾ ਹੀ ਨਹੀਂ, ਤੂੰ ਕੁਝ ਲੱਗਦਾ ਨਹੀਂ। ਸੰਦੀਪ ਜੀ ਸਾਹਿਬ ਕਹਿੰਦੇ ਨੇ ਤੁਸੀਂ ਕੁਝ ਹੈ ਹੀ ਨਹੀਂ, ਨਾ ਤੁਸੀਂ ਸਿੱਖ ਹੋ ਨਾ ਤੁਸੀਂ ਹਿੰਦੂ ਹੋ, ਤੁਹਾਡੀ ਕੋਈ ਤੁਹਾਨੂੰ ਕੋਈ ਸਹਿਜਧਾਰੀ ਹੈ ਕਹਿੰਦੇ ਕੋਈ ਵਰਡ ਨਹੀਂ ਹੈਗਾ, ਔਰ ਇਸ ਕਰਕੇ ਤੁਸੀਂ ਕਿਤੇ ਐਗਜ਼ਿਸਟ ਹੀ ਨਹੀਂ ਕਰਦੇ ਸਹਿਜਧਾਰੀ। ਕਿਉਂਕਿ ਜਿਹੜੇ ਲੋਕ ਉਹਨੂੰ ਸਪੋਰਟ ਕਰਦੇ ਆ ਉਹਨਾਂ ਦੇ ਹਿਸਾਬ ਨਾਲ ਸਹਿਜਧਾਰੀ ਵਰਡ ਨਹੀਂ ਹੈਗਾ, ਔਰ ਸਹਿਜਧਾਰੀ ਕਿਤੇ ਐਗਜ਼ਿਸਟ ਨਹੀਂ ਕਰਦੇ। ਜਦੋਂ ਤੁਸੀਂ ਕਿਤੇ ਐਗਜ਼ਿਸਟ ਨਹੀਂ ਕਰਦੇ, ਸਾਰੇ ਬੰਦੇ ਤੁਹਾਡੇ ਵਾਂਗੂ ਸਟਰੋਂਗ ਨਹੀਂ ਹੁੰਦੇ, ਸਾਰੇ ਬੰਦਿਆਂ ਦੀ ਸੋਚ ਉਦਾਂ ਦੀ ਨਹੀਂ ਹੁੰਦੀ। ਇਹ ਜਿਹੜਾ ਧਰਮ ਪਰਿਵਰਤਨ ਹੁੰਦਾ ਜਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ, ਇਦਾਂ ਨਹੀਂ ਹੁੰਦਾ ਕਿ ਮਾਸਸ ਨੂੰ ਕਰ ਦਿੰਦੇ ਹੁੰਦੇ ਆ। ਪਰ ਇਹਦੀ ਜਿਹੜੀ ਬਿਮਾਰੀ ਲੱਗਦੀ ਆ ਨਾ, ਜਿਹੜੀ ਇਹਦੀ ਚੇੜ ਲੱਗਦੀ ਆ, ਇਹ ਡੇਰੇ ਸੱਚੇ ਸੌਦੇ ਵਾਲੇ ਨੇ ਝੂਠੇ ਸੌਦੇ ਵਾਲੇ ਨੇ ਲਾਈ ਸੀ। ਕਿੰਨੇ ਬੰਦਿਆਂ ਨੂੰ ਆਪਣੇ ਨਾਲ ਜੋੜ ਚੁੱਕਿਆ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ। ਕੀ ਉਹ ਸਿੱਖੀਜ਼ਮ ਨੂੰ ਫੋਲੋ ਕਰਦੇ ਨੇ ਜਾਂ ਡੇਰੇ ਨੂੰ ਫੋਲੋ ਕਰਦੇ ਨੇ? ਮੈਂ ਨਾਮ ਲਵਾਂਗਾ, ਮੈਨੂੰ ਇਤਰਾਜ਼ ਕੋਈ ਨਹੀਂ ਹੈਗਾ, ਪਰ ਕਿੰਨੇ ਸਿੱਖ ਨੇ ਜਿਹੜੇ ਆਪਣੇ ਆਪ ਨੂੰ ਹੁਣ ਰਾਧਾ ਸੁਆਮੀ ਕਹਿੰਦੇ ਨੇ, ਕਿੰਨੇ ਸਿੱਖ ਨੇ ਜਿਹੜੇ ਆਪਣੇ ਆਪ ਨੂੰ ਨਿਰੰਕਾਰੀ ਕਹਿੰਦੇ ਨੇ। ਇਹ ਜਿਹੜੀ ਉਹ ਪਰਿਵਰਤਨ ਹੋਇਆ ਕਿ ਨਹੀਂ ਹੋਇਆ? ਜੇ ਉਦੋਂ ਪਰਿਵਰਤਨ ਹੋ ਸਕਦਾ ਤਾਂ ਹੁਣ ਕਿਉਂ ਨਹੀਂ ਹੋ ਸਕਦਾ? ਹਿੰਦੂ ਕਿਉਂ ਨਹੀਂ ਉਹਦੇ ਆਪਣੇ ਵਿੱਚ ਧਰਮ ਪਰਿਵਰਤਨ ਕਰਵਾ ਸਕਦੇ ਉਹਨਾਂ ਦਾ? ਕਿਉਂਕਿ ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ। ਵੈਰੀ ਗੁੱਡ ਪੁਆਇੰਟ ਕੁਲਵੀਰ ਸਿੰਘ ਜੀ। ਮੈਂ ਕੁਝ ਕਹਿਣਾ ਚਾਹਾਂਗਾ ਅੰਦਰ ਵੜਨ ਦਾ ਮੌਕਾ ਦਿੰਦੇ, ਬਿਲਕੁਲ ਕਿਉਂ ਤੁਸੀਂ ਸੰਦੀਪ ਜੀ, ਜਦੋਂ ਤੁਸੀਂ ਕਿਸੇ ਨੂੰ ਅੰਦਰ ਵੜਨ ਦਾ ਮੌਕਾ ਦਿੰਦੇ ਜੋ ਉਹ ਤੇ ਵੜੂਗਾ। ਤੇ ਸਿਰਫ ਇਹ ਕਹਿਣਾ ਕਿ ਜਿਹਨੂੰ ਸਾਡਾ ਧਰਮ ਮਨਜ਼ੂਰ ਨਹੀਂ ਹੈ ਨਾ ਮਨਜ਼ੂਰ ਕਰੇ, ਪਹਿਲੀ ਗੱਲ ਤੁਸੀਂ ਇਹ ਵੀ ਤੁਹਾਨੂੰ ਗੱਲ ਨਹੀਂ ਕਹਿਣੀ ਚਾਹੀਦੀ। ਚਲੋ ਅਸੀਂ ਸਿੱਖ ਆ ਐਂਡ ਵੀ ਆਰ ਸਿੱਖ, ਜਿੱਦਾਂ ਦਿਲਰਾਜ ਜੀ ਆਉਂਦੇ ਉਹ ਕਦੀ ਧਰਮ ਨਹੀਂ ਚੇਂਜ ਕਰਨਗੇ ਜਾਂ ਵੋਟਿੰਗ ਰਾਈਟ ਦੇ ਕਾਰਨ ਗੁੱਸੇ ਨਹੀਂ ਹੋਣਗੇ, ਮੈਂ ਵੀ ਨਹੀਂ ਕਰੂੰਗਾ। ਪਰ ਕਿਤੇ ਨਾ ਕਿਤੇ ਸਾਨੂੰ ਅਫਸੋਸ ਰਹੂਗਾ ਕਿ ਜਦੋਂ ਸਾਡੀ ਲੋੜ ਪੈਂਦੀ ਸੀ ਉਦੋਂ ਸਾਨੂੰ ਆਖਿਆ ਜਾਂਦਾ ਸੀ ਨਾ ਲਾਓ, ਮੋਢੇ ਨਾਲ ਮੋਢਾ ਲਾ ਕੇ ਖੜੇ ਰਹੋ, ਕਿਉਂਕਿ ਅੱਜ ਅਸੀਂ SYL ਦੇ ਨਾਰੇ ਲਾਉਣੇ ਆ, ਅੱਜ ਪੰਜਾਬ ਦਾ ਪਾਣੀ ਬਚਾਉਣਾ ਵਾ। ਪਰ ਜਦੋਂ ਵੋਟਿੰਗ ਰਾਈਟ ਦੀ ਗੱਲ ਆਉਂਦੀ ਸੀ ਉਦੋਂ ਸਾਨੂੰ ਕਹਿਣਾ ਤੁਸੀਂ ਸਾਈਡ ਤੇ ਨਿਕਲੋ ਕਿਉਂਕਿ ਤੁਸੀਂ ਸਹਿਜਧਾਰੀ ਜੋ। ਹਾਂਜੀ, ਹੁਣ ਮੈਂ ਬੋਲ ਸਕਦਾ ਜੀ? ਹਾਂਜੀ ਸੰਦੀਪ ਸਿੰਘ ਜੀ, ਗੋ ਅਹੈਡ। ਦੇਖੋ, ਮੈਨੂੰ ਕਈ ਜਣਿਆਂ ਨੇ ਟਾਰਗੇਟ ਕੀਤਾ, ਇਸ ਲਈ ਮੈਂ ਬੇਨਤੀ ਇਹ ਕਰਾਂਗਾ ਕਿ ਮੈਨੂੰ ਆਪਣੀ ਗੱਲ ਪੂਰੀ ਕਰਨ ਦਿੱਤੀ ਜਾਵੇ, ਉਸ ਤੋਂ ਬਾਅਦ ਚੋਂ ਜਿਹਨੇ ਜੋ ਕਹਿਣਾ ਕਰੇ। ਮੈਂ ਕੁਝ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਪਹਿਲੀ ਗੱਲ ਤਾਂ ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਿੱਖ ਇਤਿਹਾਸ ਦੇ ਵਿੱਚੋਂ ਦੀ ਦੋ ਐਗਜ਼ਾਮਪਲਸ ਦੇਣਾ ਚਾਹੁੰਦਾ ਹਾਂ। ਇੱਕ 1699 ਦੀ ਐਗਜ਼ਾਮਪਲ ਆ ਕਿ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਦੀ ਇੱਕ ਸਟੇਜ ਤੋਂ ਖੜ੍ਹਦੇ ਹੈ ਤੇ ਉਹ ਸਿਰ ਮੰਗਦੇ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚੋਂ ਸਿਰਫ 5 ਦਿਨ ਆਉਂਦੇ ਨੇ। ਦੂਸਰੀ ਐਗਜ਼ਾਮਪਲ ਮੈਂ ਦਵਾਂਗਾ ਕਿ ਇੱਕ ਸ਼ਰਧਾਲੂ ਗੁਰੂ ਸਾਹਿਬ ਨੂੰ ਬੰਦੂਕ ਭੇਟਾ ਕਰਦਾ ਆ। ਬੰਦੂਕ ਭੇਟਾ ਕਰਨ ਤੋਂ ਬਾਅਦ ਚੋਂ ਉਹ ਕਹਿੰਦਾ ਹੈ ਕਿ ਇਸ ਬੰਦੂਕ ਦੀ ਜਿਹੜੀ ਗੋਲੀ ਆ ਉਹ ਨਿਸ਼ਾਨਾ ਕਦੀ ਨਹੀਂ ਛੱਡਦੀ, ਉਹ ਆਪਣਾ ਨਿਸ਼ਾਨਾ ਅਚੀਵ ਕਰਦੀ ਹੈ। ਤੇ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਤੇਰੇ ਕੋਲੇ ਐਡੇ ਸ਼ਰਧਾਲੂ ਨੇ, ਤੇਰੇ ਕੋਲੇ ਐਡੀ ਫੌਜ ਆ, ਲਿਆ ਇੱਕ ਬੰਦਾ ਟੈਸਟ ਕਰਕੇ ਦੇਖੀਏ। ਪਰ ਉਹਦਾ ਮਨ ਜਿਹੜਾ ਸੀਗਾ, ਉਸਨੂੰ ਗੁਰੂ ਸਾਹਿਬ ਤੇ ਇੰਨਾ ਭਰੋਸਾ ਨਹੀਂ ਸੀ, ਉਹਦੇ ਮਨ ਦੇ ਵਿੱਚ ਸ਼ੱਕ ਸੀ, ਸ਼ੰਕਾ ਸੀ, ਉਸਦੀ ਸ਼ਰਧਾ ਦੇ ਵਿੱਚ ਡਾਊਟ ਸੀ। ਤਾਂ ਕਰਕੇ ਉਹ ਕਹਿੰਦਾ ਗੁਰੂ ਸਾਹਿਬ ਤੁਹਾਨੂੰ ਕੀ ਹੋ ਗਿਆ? ਇਹ ਬੰਦੇ ਕਹਿੰਦਾ ਇਸ ਕੰਮ ਲਈ ਥੋੜਾ ਰੱਖਿਆ ਕਿ ਇੱਦਾਂ ਬੰਦੇ ਮਰਵਾ ਲਈਏ। ਗੁਰੂ ਸਾਹਿਬ ਕਹਿੰਦੇ ਚੱਲ ਠੀਕ ਹੈ, ਕੱਲ ਸਵੇਰੇ ਤੈਨੂੰ ਕੁਝ ਦਿਖਾਵਾਂਗੇ। ਗੁਰੂ ਸਾਹਿਬ ਅਨਾਉਂਸ ਕਰਦੇ ਨੇ ਤੇ ਅਗਲੇ ਦਿਨ ਉੱਥੇ ਇੱਕ ਨੌਜਵਾਨ ਤੇ ਇੱਕ ਬਜ਼ੁਰਗ ਭੱਜਿਆ ਆਉਂਦਾ, ਜਿਹੜੇ ਪਿਓ ਪੁੱਤ ਨੇ। ਤੇ ਉਹ ਕਹਿੰਦੇ ਕਿ ਸਾਡੇ ਤੇ ਤੁਸੀਂ ਨਿਸ਼ਾਨਾ ਲਗਾਓ। ਤੇ ਉਹ ਜਿਹੜਾ ਨਿਸ਼ਾਨਾ ਗੁਰੂ ਸਾਹਿਬ ਉੱਪਰ ਨੂੰ ਛੱਡ ਦਿੰਦੇ ਹੈਗੇ ਆ। ਭਾਵ ਇਹ ਸੀ ਉੱਥੇ ਜਿਹੜਾ ਬੰਦਾ ਜਿਹੜਾ ਇੱਕ ਦਿਨ ਪਹਿਲਾਂ ਸੀ ਉਹ ਕਹਿੰਦਾ ਆ ਕਿ ਅਗਰ ਇਹੀ ਕੰਮ ਹੀ ਕਰਨਾ ਸੀ ਫਿਰ ਤਾਂ ਮੈਂ ਵੀ ਖੜਾ ਹੋ ਸਕਦਾ ਸੀ। ਸੋ ਭਾਵ ਇਹ ਆ ਕਿ ਇਹ ਜਿਹੜਾ ਰਸਤਾ ਆ, ਜਿਹੜੀ ਸਪਿਰਚੁਅਲਿਟੀ ਆ, ਪਹਿਲੀ ਗੱਲ ਉਹ ਰਸਤਾ ਜਿਹੜਾ ਹੈਗਾ ਆ ਉਹ ਸ਼ਰਧਾ ਦਾ ਆ। ਉਹਨੂੰ ਤੁਸੀਂ ਕਿਸੇ ਥਰਮੋਮੀਟਰ ਨਾਲ ਮੈਜ਼ਰ ਨਹੀਂ ਕਰ ਸਕਦੇ ਹੈਗੇ। ਉਹ ਭਾਵਨਾ ਦਾ ਆ, ਉਹ ਤੁਹਾਡੀ ਕਿੰਨੀ ਵਿਸ਼ਵਾਸ ਆ, ਕਿੰਨੀ ਦ੍ਰਿੜਤਾ ਆ, ਉਹਦਾ ਆ। ਹੁਣ ਆ ਜੀ ਅਸੀਂ ਦੁਨਿਆਵੀ ਇਲੈਕਸ਼ਨਸ ਦੇ ਉੱਤੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ। ਪਹਿਲੀ ਗੱਲ, ਅਸੀਂ ਇਸ ਚੀਜ਼ ਨੂੰ ਹਰ ਵਾਰੀ ਮੈਂ ਬਾਰ-ਬਾਰ ਕਹਿੰਦਾ, ਅੱਜ ਇੱਕ ਵਾਰੀ ਹੋਰ ਰਿਪੀਟ ਕਰਨ ਲੱਗਿਆ ਹਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਸ ਦੇ ਅਸੀਂ ਟੋਟਲੀ ਅਗੇਂਸਟ ਆ, ਕਿਉਂਕਿ ਉਹ ਹਿੰਦੁਸਤਾਨ ਦੇ ਇੱਕ ਕਨਸਟੀਟਿਊਸ਼ਨ ਦੇ ਅਧੀਨ ਆਉਂਦਾ ਆ। ਦੂਸਰੀ ਗੱਲ ਹਰਪ੍ਰੀਤ ਜੀ ਨੇ ਕੀਤੀ, ਇੱਕ ਸੈਕਿੰਡ, ਕਿਉਂਕਿ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਅਧੀਨ ਆਉਂਦਾ ਜਾਂ ਕੋਈ ਹੋਰ ਕਾਰਨ ਆ? ਹਾਂਜੀ ਨਹੀਂ, ਉਹ ਕਿਉਂਕਿ ਹਿੰਦੁਸਤਾਨ ਕਨਸਟੀਟਿਊਸ਼ਨ ਦੇ ਅਧੀਨ ਆਉਂਦਾ ਹੈ, ਇਸ ਲਈ ਅਗੇਂਸਟ ਆ। ਦੂਸਰੀ ਇਹਦੇ ਕਾਰਨ ਤੁਸੀਂ ਅਗੇਂਸਟ? ਇੱਕ ਸੈਕਿੰਡ ਮੈਨੂੰ ਆ ਲੈਣ ਦਿਓ ਮੈਂ ਆ ਰਿਹਾ। ਦੂਸਰੀ ਗੱਲ ਕਿ ਸਾਡਾ ਜਿਹੜਾ ਸਿਧਾਂਤ ਆ ਉਹ ਸਿਲੈਕਸ਼ਨ ਦੀ ਪ੍ਰਥਾ ਰੱਖਦਾ ਆ, ਇਲੈਕਸ਼ਨ ਦੀ ਪ੍ਰਥਾ ਨਹੀਂ ਰੱਖਦਾ ਹੈਗਾ। ਤੀਸਰੀ ਗੱਲ ਹਰਪ੍ਰੀਤ ਜੀ ਨੇ ਇੱਕ ਗੱਲ ਕੀਤੀ ਕਿ ਜਦੋਂ ਤਾਂ SYL ਦੇ ਲਈ ਮਰਨ ਦੀ ਗੱਲ ਆਉਂਦੀ ਆ ਉਦੋਂ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ। ਮੈਂ ਇੱਥੇ ਇੱਕ ਗੱਲ ਸਪਸ਼ਟ ਕਰ ਦੇਵਾਂ ਕਿ ਜਿਹੜਾ SYL ਦਾ ਮਸਲਾ ਆ ਉਹ ਸਿੱਖਾਂ ਦਾ ਮਸਲਾ ਨਹੀਂ, ਉਹ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੇ ਪੰਜਾਬੀਅਤ ਦਾ ਮਸਲਾ ਆ। ਜਿਹੜਾ ਗੁਰਦੁਆਰਿਆਂ ਦਾ ਮਸਲਾ, ਲੈਟ ਮੀ ਕੰਪਲੀਟ ਸੰਦੀਪ ਸਿੰਘ ਜੀ। ਹਾਂਜੀ ਕੋਈ ਚੱਕਰ ਨਹੀਂ। ਜਿੱਥੇ ਸਿੱਖਾਂ ਦਾ ਮਸਲਾ ਆ ਉੱਥੇ ਸਿਧਾਂਤ ਪਹਿਲਾਂ ਆਉਂਦਾ ਆ, ਗਿਣਤੀ ਬਾਅਦ ਚੋਂ ਆਉਂਦੀ ਹੈਗੀ ਆ। ਅਖੀਰ ਦੇ ਵਿੱਚ ਇੱਕ ਗੱਲ ਹੋਰ ਕਹਾਂਗਾ ਕਿ ਜਿੱਥੇ ਗਿਣਤੀ ਦੀ ਗੱਲ ਤੁਸੀਂ ਕੀਤੀ, ਮੈਂ ਕਿਉਂ ਕਿਹਾ ਕਿ ਇਹਦਾ ਬਾਦਲ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ। ਉਦਾਹਰਨ ਦੇਣ ਲੱਗਿਆ ਆ 2011 ਦੀਆਂ ਇਲੈਕਸ਼ਨਸ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 37% ਵੋਟ ਪੈਂਦੀ ਆ। ਜਿਹੜਾ ਸਿੱਖ ਨੈਟ ਦੇ ਸਰਵੇ ਦੇ ਅਨੁਸਾਰ 11% ਤੋਂ ਵੱਧ ਪਤਿਤ ਵੋਟ ਪਾਉਂਦੇ ਆ, ਜਿਨ੍ਹਾਂ ਵਿੱਚੋਂ ਜੀ ਉਹਨੇ ਪਤਿਤ ਵਰਡ ਯੂਜ਼ ਕੀਤਾ, ਤੁਸੀਂ ਉਹਨੂੰ ਸਹਿਜਧਾਰੀ ਕਹਿ ਲਓ, ਜੋ ਕਹਿਣਾ ਉਹ ਤੁਹਾਡੀ ਮਰਜ਼ੀ ਆ। 8% ਵੋਟ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਾਉਂਦੇ ਨੇ। ਇਹਦੇ ਨਾਲ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਉਹਨਾਂ ਦੇ ਅਗੇਂਸਟ ਹਾਂ ਜਾਂ ਹੱਕ 'ਚ, ਪਰ ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਗਰ ਸਹਿਜਧਾਰੀ ਵੋਟ ਦੀ ਅਗਰ ਉਹ ਵੋਟ ਮਾਈਨਸ ਹੋ ਜਾਂਦੀ ਆ ਤੇ ਇਹ ਗੱਲ ਗਾਰੰਟਿਡ ਆ ਕਿ ਅਕਾਲੀ ਦਲ ਬਾਦਲ ਦੀ ਬੁਰੀ ਤਰ੍ਹਾਂ ਹਾਰ ਹੋਵੇਗੀ, ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਉਹ ਸਿਰਫ 37% ਵੋਟ ਨਾਲ ਆਪਣੇ ਬੰਦੇ ਜਿਤਾਉਂਦੇ ਨੇ। ਕਈ ਇਹੋ ਜਿਹੀਆਂ ਸੀਟਸ ਨੇ, ਕਈਆਂ ਦੀ ਉਦਾਹਰਨ ਦਿੱਤੀ ਜਾ ਸਕਦੀ ਆ, ਜਿੱਥੇ ਜਿਵੇਂ ਕਿ ਪ੍ਰੋਫੈਸਰ ਬਲਜਿੰਦਰ ਦੇ ਜਿਹੜੇ ਫਾਦਰ ਸਾਹਿਬ, ਪ੍ਰੋਫੈਸਰ ਬਲਜਿੰਦਰ ਜਿਹੜੇ ਆਮ ਆਦਮੀ ਪਾਰਟੀ ਦੇ ਲੇਡੀਜ਼ ਵਿੰਗ ਦੇ ਪ੍ਰੈਜ਼ੀਡੈਂਟ ਆ, ਉਹਨਾਂ ਦੇ ਫਾਦਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਦੇ ਹੇਠ ਇਲੈਕਸ਼ਨ ਲੜੀ ਤੇ ਮੈਂ ਖਿਆਲ ਸਿਰਫ 200 ਜਾਂ 250 ਵੋਟ ਤੋਂ ਉਹ ਹਾਰੇ। ਇਦਾਂ ਦੀਆਂ ਕਈ ਉਦਾਹਰਨਾਂ ਤੁਹਾਨੂੰ ਮਿਲਣਗੀਆਂ। ਸੋ ਜਿੱਥੇ ਤੱਕ ਵੋਟਸ ਦੀ ਗੱਲ ਹੈ, ਬਾਕੀ ਤਾਂ ਰਿਜ਼ਲਟ ਦੱਸਦੇ ਹੁੰਦੇ ਆ, ਪਰ ਇਹਦਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਵੇਗਾ। ਅਖੀਰ 'ਚ ਇੱਕ ਗੱਲ ਹੋਰ ਕਹਿ ਦੇਵਾਂ ਕਿ ਇਹਦਾ ਨੁਕਸਾਨ ਹੋਵੇ ਜਾਂ ਫਾਇਦਾ ਹੋਵੇ, ਇਹ ਕੋਈ ਜ਼ਿਆਦਾ ਵੱਡਾ ਮਸਲਾ ਇਸ ਲਈ ਨਹੀਂ ਆ, ਕਿਉਂਕਿ ਜਿਹੜੇ ਸਿਧਾਂਤ ਨੇ ਉਹ ਜਿਉਂਦੇ ਰਹਿਣੇ ਚਾਹੀਦੇ ਨੇ। ਵੋਟਾਂ ਜਿੱਤਦੇ ਆ ਹਾਰਦੇ ਆ ਉਹ ਡਿਫਰੈਂਟ ਇਸ਼ੂਜ਼ ਨੇ। ਮੈਨੂੰ ਟਾਰਗੇਟ ਕੀਤਾ ਸੀਗਾ ਦਿਲਰਾਜ ਜੀ ਨੇ, ਕੁਲਵੀਰ ਜੀ ਨੇ ਵੀ ਕੀਤਾ ਤੇ ਹਰਪ੍ਰੀਤ ਜੀ ਨੇ ਵੀ ਕੀਤਾ। ਮੈਂ ਤਾਂ ਸਿਰਫ ਇੱਕ ਗੱਲ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਗੁਰੂ ਨਾਨਕ ਦੇ ਸਿਧਾਂਤ ਇਹ ਆ ਕਿ ਜਦੋਂ ਅਸੀਂ ਕਿਸੇ ਨੂੰ ਜਬਰੀ ਧਰਮ ਚੇਂਜ ਕਰਨ ਲਈ ਨਹੀਂ ਕਹਿੰਦੇ, ਤੇ ਅਗਰ ਕੋਈ ਬੰਦਾ ਜਬਰੀ ਕਿਸੇ ਨੂੰ ਜ਼ਬਰਦਸਤੀ ਸਿੱਖੀਜ਼ਮ 'ਚ ਰਹਿਣ ਨੂੰ ਵੀ ਨਹੀਂ ਕਹਿੰਦੇ। ਇਹ ਜਿਹੜਾ ਆ ਇਹ ਸ਼ਰਧਾ ਦਾ ਰਸਤਾ ਆ, ਇਹ ਸ਼ਰਧਾ ਦਾ ਰਸਤਾ ਆ, ਇਹ ਸ਼ਰਧਾ ਦਾ ਰਸਤਾ ਆ। ਇਹ ਬੰਦੇ ਨੂੰ ਆਜ਼ਾਦੀ ਆ ਕਿ ਉਹਨੇ ਕਿਹੜਾ ਧਰਮ ਚੂਜ਼ ਕਰਨਾ ਆ। ਹਰਪ੍ਰੀਤ ਜੀ ਮੈਨੂੰ ਮੌਕਾ ਜ਼ਰੂਰ ਦੇਣਾ ਜੀ, ਮੈਂ ਕੁਝ ਗੱਲਾਂ ਕਰਨੀ ਚਾਹੁੰਦਾ। ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਦੀ ਇਹ ਕਿਹਾ ਸੀ ਤੂੰ ਸਹਿਜਧਾਰੀ ਆ, ਤੂੰ ਆ ਨਹੀਂ ਕੰਮ ਕਰ ਸਕਦਾ, ਤੂੰ ਆ ਕੰਮ ਕਰ ਸਕਦਾ ਵਾ? ਹਾਂਜੀ, ਇਹਦਾ ਜਵਾਬ ਹੈ ਲੋ ਜੀ ਕਿ ਇਹਦਾ ਲਫ਼ਜ਼ ਹੈ, ਇਹਦਾ ਜਵਾਬ ਹੈ ਕਿ ਸਹਿਜਧਾਰੀ ਕੋਈ ਲਫ਼ਜ਼ ਹੀ ਨਹੀਂ ਹੈਗਾ। ਮੈਂ ਤਾਂ ਕਹਿ ਹੀ ਰਿਹਾ ਪਹਿਲਾਂ ਹੀ ਕਿ ਗੁਰੂ ਨਾਨਕ ਦੇ ਸਿਧਾਂਤ ਤੋਂ ਲੈ ਕੇ ਗੁਰੂ ਨਾਨਕ ਦੇ ਸਿਧਾਂਤ, ਇੱਕ ਸੈਕਿੰਡ ਭਾਜੀ ਤੁਹਾਨੂੰ ਗੱਲ ਸੁਣਨੀ ਪਵੇਗੀ, ਤੁਸੀਂ ਸਹਿਜਧਾਰੀ ਲਫ਼ਜ਼ ਤੁਸੀਂ ਯੂਜ਼ ਕੀਤਾ। ਦੂਜੇ ਪਾਸੇ ਤੁਸੀਂ ਆਂਦੇ ਹੋ ਬਿਲਕੁਲ ਠੀਕ ਹੋਇਆ ਜਿਹੜਾ ਕਿ ਸਹਿਜਧਾਰੀ ਨੂੰ ਵੋਟ ਨਾ ਪਾਉਣ ਦਾ ਹੱਕ ਦਿੱਤਾ ਗਿਆ। ਮੈਨੂੰ ਹਰਪ੍ਰੀਤ ਅਸੀਂ ਕਹਿ ਰਹੇ ਸਿੱਖਾਂ ਨੂੰ ਵੋਟ ਹੋਣਾ ਚਾਹੀਦਾ। ਹਰਪ੍ਰੀਤ ਜੀ ਮੈਨੂੰ ਮੌਕਾ ਦਿੱਤਾ ਜਾਵੇ, ਸਿੱਖਾਂ ਨੂੰ ਹੱਕ ਹੋਣਾ ਚਾਹੀਦਾ ਆ। ਹਰਪ੍ਰੀਤ ਜੀ ਮੈਨੂੰ ਮੌਕਾ ਦਿੱਤਾ ਜਾਵੇ, ਮੈਂ ਕੁਝ ਗੱਲਾਂ ਕਰਨੀ ਚਾਹੁੰਦਾ ਸੰਦੀਪ ਜੀ ਦੇ ਨਾਲ ਜੀ। ਹਰਪ੍ਰੀਤ ਜੀ ਮੈਨੂੰ ਮੌਕਾ ਦਿੱਤਾ। ਇੱਕ ਚੀਜ਼ ਕੁਲਵੀਰ ਜੀ ਤੁਸੀਂ ਇੱਕ ਬੋਲੋ, ਉਸ ਤੋਂ ਪਹਿਲਾਂ ਇੱਕ ਚੀਜ਼ ਮੈਂਸ਼ਨ ਕਰਨਾ ਚਾਹੁੰਦਾ। 1925 ਵਿੱਚ ਗੁਰਦੁਆਰਾ ਐਕਟ ਬਣਿਆ ਸੀ, ਸਹਿਜਧਾਰੀਆਂ ਨੂੰ ਵੋਟ ਪਾਉਣ ਦਾ ਹੱਕ ਮੈਨੂੰ ਚੇਤਾ ਭੁੱਲ ਰਿਹਾ 1941 ਜਾਂ 1945 ਚ ਮਿਲਿਆ ਸੀ। ਕਿ ਉਦੋਂ ਦੇ ਸਿੱਖ 1940 ਦੇ ਸਿੱਖ ਨੇ ਕਿ ਬਾਦਲ ਸਾਹਿਬ ਉਹਨਾਂ ਤੋਂ ਜ਼ਿਆਦਾ ਸਿਆਣੇ ਹੋ ਗਏ? ਹਰਪ੍ਰੀਤ ਜੀ ਹੱਕ ਸਹਿਜਧਾਰੀਆਂ को वापस छीनिया गया कि
ਕਿ ਤੁਸੀਂ ਉਦੋਂ ਦੇ ਸਿੱਖਾਂ ਤੇ ਟਰਸਟ ਕਰੋਗੇ ਜਾਂ ਸ਼੍ਰੋਮਣੀ ਹਾਂਜੀ। ਅਕਾਲੀ ਦਲ ਦੇ ਬਾਦਲ ਸਾਹਿਬ ਤੇ ਮੈਂ trust ਦੱਸਦਾ ਕਰੋਗੇ? ਨਹੀਂ, ਇਹਦਾ ਜਵਾਬ ਜ਼ਰੂਰ ਦੇਣਾ ਚਾਹਾਂਗਾ। ਇਹਦਾ ਜਵਾਬ ਇਹ ਆ, ਬੁਲਕ ਦੇ ਵਿੱਚ ਪੈਸਾ ਘੱਟ ਆਉਂਦਾ ਸੀ, ਇਹਦਾ- ਚੜਾਵਾ ਘੱਟ ਸੀ ਉਦੋਂ, ਹੁਣ ਚੜਾਵਾ ਜ਼ਿਆਦਾ ਹੋ ਗਿਆ। ਨਹੀਂ ਨਹੀਂ ਉਹ ਵੀ ਇਸ਼ੂ ਨਹੀਂ, ਉਹ ਵੀ ਇਸ਼ੂ ਨਹੀਂ, ਉਹ ਵੀ ਇਸ਼ੂ ਨਹੀਂ। ਉਹਦਾ ਜਵਾਬ ਇਹ ਹੈ ਕਿ ਜਦੋਂ ਗੁਰਦੁਆਰਾ ਐਕਟ ਦੇ ਅਧੀਨ ਸ਼੍ਰੋਮਣੀ ਕਮੇਟੀ ਨੂੰ ਗਠਨ ਕੀਤਾ ਜਾ ਰਿਹਾ ਸੀ, ਉਦੋਂ ਜਿਹੜੇ ਪੜ੍ਹੇ ਲਿਖੇ ਸਿਆਣੇ ਸਿੱਖ ਸਨ ਉਹ ਜੇਲ੍ਹ ਦੇ ਵਿੱਚ ਸਨ। ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਇਨਕਾਰੀ ਕੀਤਾ। ਜਿਹੜੇ ਬੰਦੇ ਜੇਲ੍ਹਾਂ ਤੋਂ ਬਾਹਰ ਆਏ ਉਹਨਾਂ ਤੋਂ ਸਾਈਨ ਕਰਵਾ ਕੇ ਹੀ ਜੇਲ੍ਹਾਂ ਤੋਂ ਬਾਹਰ ਲਿਆਂਦਾ ਗਿਆ। ਸੋ ਸਿੱਖਾਂ ਨੇ ਉਦੋਂ ਵੀ ਆਪਣੀ ਵਿਰੋਧਤਾ ਦਰਜ ਕਰਵਾਈ। ਹਰਪ੍ਰੀਤ ਜੀ ਓਕੇ ਹਰਪ੍ਰੀਤ ਜੀ, ਦਿਲਰਾਜ ਜੀ ਉਦੋਂ ਵੀ ਸੋਚ ਕੇ ਦਿਲਰਾਜ ਜੀ ਮੈਨੂੰ ਵੋਟ ਕੀਤੀ ਸੀਗੀ, ਕਿਉਂਕਿ ਮਹੰਤ ਸੀਗੇ, ਮਹੰਤਾਂ ਦਾ ਕਾਬਲ ਸੀਗਾ। ਨਹੀਂ ਮਹੰਤਾਂ ਦਾ ਸਟੋਰੀ ਖਤਮ ਤੁਸੀਂ ਹੋ ਡਿਬੇਟ ਗਈ। ਹੋਰ ਪਾਸੇ ਲੈ ਜਾਣੀ। ਮੈਂ ਸੰਦੀਪ ਜੀ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ, ਜਿਹੜੀ ਸੰਦੀਪ ਜੀ ਦੇ ਪਹਿਲੇ ਕਮੈਂਟ ਸੀ। ਪਲੀਜ਼ ਮੈਨੂੰ ਹਰਪ੍ਰੀਤ ਜੀ ਟਾਈਮ ਤੇ ਜਾਵੇ। ਹਾਂਜੀ, ਸੰਦੀਪ ਜੀ ਦੀ ਗੱਲਾਂ ਦੇ ਵਿੱਚ ਕਨਫਲਿਕਟ ਹੈਗਾ। ਸੰਦੀਪ ਜੀ ਦੀਆਂ ਗੱਲਾਂ ਦੇ ਵਿੱਚ ਕਨਫਲਿਕਟ ਹੈ। ਲਿਆਓ conflict। ਇੱਕ ਪਾਸੇ ਸੰਦੀਪ ਜੀ ਕਹਿੰਦੇ ਆ ਕਿ ਜਿਹੜਾ ਸਿੱਖੀ ਦਾ ਸਿਧਾਂਤ ਹੈਗਾ ਉਹ ਸਿਲੈਕਸ਼ਨ ਬੇਸਡ ਆ, ਇਲੈਕਸ਼ਨ ਬੇਸਡ ਨਹੀਂ ਹੈਗਾ। ਬਿਲਕੁਲ ਠੀਕ ਹੈ। ਦੂਜੇ ਪਾਸੇ ਸੰਦੀਪ ਜੀ ਖੁਸ਼ ਹੁੰਦੇ ਆ ਕਿ ਜਿਹੜੇ ਸਹਿਧਾਰੀ ਹੈਗੇ ਆ ਜਾਂ ਜਿਨ੍ਹਾਂ ਨੇ 5 ਕਕਾਰ ਨਹੀਂ ਧਾਰੇ, ਉਹਨਾਂ ਦੀ ਵੋਟ ਕੱਟ ਕੇ ਸਾਨੂੰ ਚੰਗਾ ਲੱਗ ਰਿਹਾ। ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹ ਫਿਰ ਇਹ ਉਧਰ ਸਪੋਰਟ ਕਿਉਂ ਕਰਦੇ ਆ ਵੋਟ ਕੱਟਣ ਦੀ, ਜਦੋਂ ਇੱਕ ਮਿੰਟ ਸੰਦੀਪ ਜੀ ਮੈਨੂੰ ਮੇਰੇ ਸਾਰੇ ਸਵਾਲ ਨਹੀਂ ਤੁਸੀਂ ਕਰ ਕਹੀ ਆ, ਤੁਸੀਂ ਕਿਹਾ ਕਿ ਸਾਨੂੰ ਖੁਸ਼ੀ ਆ। ਹਾਂ ਕੁਲਵੀਰ ਜੀ ਗੱਲ ਸੁਣੋ, ਫਿਰ ਤੁਸੀਂ ਇਨਕੰਪਲੀਟ ਗੱਲ ਨੂੰ ਕਿੰਨਾ ਮੈਂ ਮੁੱਦਾ ਬਣਾ ਰਹੇ ਹੋ। ਮੈਂ ਤੁਹਾਨੂੰ ਅੱਜ ਮੇਰੇ ਹੋਰ ਵੀ ਸਵਾਲ ਨੇ, ਹਾਂ ਮੇਰੇ ਹੋਰ ਵੀ ਸਵਾਲ ਸਾਰੀ ਗੱਲ ਕਰਨੀ, ਇਸ ਚੀਜ਼ ਦਾ ਜਵਾਬ ਦੇ ਦੇਵਾਂ। ਪਹਿਲੀ ਗੱਲ ਹਰਪ੍ਰੀਤ ਜੀ ਇਦਾਂ ਫਿਰ ਮੇਰੇ ਤੇ ਇਲਜ਼ਾਮ ਲੱਗ ਰਿਹਾ, ਮੈਨੂੰ ਉਹ ਕਲੀਅਰ ਕਰਨ ਦਿਓ ਪਲੀਜ਼। ਮੇਰੇ ਸਾਰੇ ਸਵਾਲ ਲੈ ਲਓ, ਉਸ ਤੋਂ ਬਾਅਦ ਜਵਾਬ ਦਿਓ ਜੀ। ਓਕੇ ਚਲੋ ਠੀਕ ਹੈ ਜੀ। ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਸਿੱਖੀ ਵਿੱਚ ਜਿਹੜਾ ਇੱਕ ਮਿੰਟ ਕੁਲਵੀਰ ਜੀ ਸੰਦੀਪ ਜੀ ਇੱਕ ਗੱਲ ਸੁਣ ਲਿਓ। ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਜੋ ਸਿੱਖਾਂ ਨਾਲ ਜੁੜਦਾ ਵਾ, ਜੋ ਗੁਰਦੁਆਰਿਆਂ ਦੇ ਨਾਲ ਹੀ ਰਿਲੇਟਡ ਆ, ਉਹ ਵੀ ਮੇਰੇ ਕੋਲ ਹੈਗਾ, ਉਹ ਜ਼ਰੂਰ ਮੈਂ ਡਿਸਕਸ ਕਰਨਾ ਚਾਹੁੰਦਾ ਵਾ। ਮੈਂ ਸਿਰਫ 2-3 ਗੱਲਾਂ ਸੰਦੀਪ ਜੀ ਨੂੰ ਪੁੱਛਣੀਆਂ ਜੀ, ਉਸ ਤੋਂ ਬਾਅਦ ਤੁਸੀਂ ਅੱਗੇ ਗੱਲ ਤੋਰ ਲਿਓ। ਪਹਿਲੀ ਗੱਲ, ਇਹਨਾਂ ਦੀ ਆਪਣੀ ਗੱਲ ਵਿੱਚ ਕਨਫਲਿਕਟ ਹੈਗਾ। ਇੱਕ ਪਾਸੇ ਇਹ ਸਿਲੈਕਸ਼ਨ ਦੇ ਸਿਧਾਂਤ ਨੂੰ ਮੰਨਦੇ ਆ, ਦੂਜੇ ਪਾਸੇ ਇਲੈਕਸ਼ਨ ਦੇ ਵਿੱਚ ਵੋਟਾਂ ਕੱਟਣ ਨੂੰ ਇਹ ਚੰਗਾ ਮੰਨਦੇ ਆ। ਦੂਜੀ ਗੱਲ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਦਾਹਰਣ ਦਿੱਤੀ, ਖਾਲਸਾ ਪੰਥ ਸਾਜਣ ਦੀ ਉਦਾਹਰਣ ਦਿੱਤੀ ਹੈ। 5 ਸਿੰਘ ਸਾਹਮਣੇ ਆਏ ਸੀ। ਕੀ ਉਦੋਂ ਗੁਰੂ ਸਾਹਿਬ ਨੇ ਬਾਕੀਆਂ ਨੂੰ ਕਹਿਤਾ ਸੀ ਘਰ ਮੁੜ ਜਾਓ, ਤੁਸੀਂ ਮੇਰੇ ਸਿੱਖ ਨਹੀਂ? ਪਹਿਲਾਂ ਤਾਂ ਸਾਰੇ ਸਿੱਖ ਹੀ ਸੀ। ਨੰਬਰ 3 ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ, ਜਿੰਨੇ ਲੋਕਾਂ ਨੇ ਸਿੱਖੀਜ਼ਮ ਨੂੰ ਫੋਲੋ ਕੀਤਾ, ਉਹਨਾਂ ਨੂੰ ਇਹ ਕਿਹੜਾ ਨਾਮ ਦੇਣਗੇ? ਉਹਨਾਂ ਨੂੰ ਵਾਸਤੇ ਇਹਨਾਂ ਦੇ ਕੋਲ ਕੋਈ ਨਾਮ ਮੈਨੂੰ ਪਤਾ ਸੀ। ਹਾਂਜੀ ਹੈਗਾ ਨਾਮ, ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਵੇਲੇ ਕੀ ਜਿੰਨੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਸੀ, ਫੋਲੋ ਕਰਦੇ ਸੀ, ਕੀ ਸਾਰੇ 5 ਕਕਾਰਾਂ ਵਾਲੇ ਸੀ? ਇਦਾਂ ਨਹੀਂ ਹੁੰਦਾ ਸੰਦੀਪ ਜੀ ਜਿੱਦਾਂ ਤੁਸੀਂ ਕਰਦੇ ਹੋ। ਇਹਦਾ ਜਵਾਬ ਹੈਗਾ ਇਤਿਹਾਸ 'ਚ, ਮੈਨੂੰ ਜਵਾਬ ਦੇਣ ਦਿਓ। ਇੱਕ ਮੇਰਾ ਵੀ ਕੁਐਸਚਨ ਲੈ ਲਓ, ਨਾਲ ਹੀ ਜਵਾਬ ਦੇ ਦਿਓ। ਹਾਂਜੀ ਤੁਸੀਂ 1699 ਦੀ ਗੱਲ ਕੀਤੀ, ਤੁਸੀਂ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਕੀਤੀਆਂ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕਈ ਉਦਾਹਰਨਾਂ ਦਿੱਤੀਆਂ। ਇੱਕ ਸਿੰਪਲ ਜਿਹਾ ਸਵਾਲ ਹੈ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ 4 ਦਰਵਾਜ਼ੇ ਕਿਸ ਕਰਕੇ ਨੇ? ਚਾਰੋਂ ਪਾਸੇ ਦਰਵਾਜ਼ੇ ਆ, ਉਹ ਕਿਸ ਕਰਕੇ ਨੇ? ਠੀਕ ਹੈ। ਇੱਕ ਚੀਜ਼ ਹੋਰ ਹੈ ਜੀ, ਇਹ ਕਹਿੰਦੇ ਨੇ ਕਿ ਸਿੱਖੀ ਦੇ ਵਿੱਚ ਜ਼ਬਰਦਸਤੀ ਨਹੀਂ ਹੈਗੀ, ਨਾ ਮੰਨਣ ਵਿੱਚ ਤੇ ਨਾ ਛੱਡਣ ਵਿੱਚ। ਪਰ ਵੋਟ ਕੀ ਆ? ਵੋਟ ਪਾਉਣ ਦਾ ਹੱਕ ਖੋਣਾ ਕੀ ਆ? ਇੱਕ ਕਿਸਮ ਦੀ ਇਹ ਜ਼ਬਰਦਸਤੀ ਆ। ਹੁਣ ਮੈਂ ਇਹਨਾਂ ਚੀਜ਼ਾਂ ਦਾ ਜਵਾਬ ਦੇ ਦਾਂ? ਜੀ ਆ ਦੇਖੋ ਮੇਰੇ ਕੋਲੇ 5-6 ਦਾ ਸਵਾਲ ਇਕੱਠੇ ਹੋ ਗਏ, ਫਿਰ ਤੁਸੀਂ ਮੈਨੂੰ ਇੰਨਾ ਬੋਲਣ ਵੀ ਨਹੀਂ ਦੇਣਾ। ਸੰਦੀਪ ਸਿੰਘ ਜੀ, ਜਦੋਂ 2020 ਰੈਫਰੈਂਡਮ ਕਰਾਇਆ ਨਾ, ਵੋਟਾਂ ਪਵਾਈਆਂ, ਉਦੋਂ ਸ਼ਾਇਦ ਨੰਬਰ ਵੀ ਲੋਡ ਹੋਊਗੀ। ਕੋਈ ਚੱਕਰ ਨਹੀਂ, ਮੈਂ ਆ ਰਿਹਾ ਉਸ ਉੱਤੇ। ਹਰਪ੍ਰੀਤ ਜੀ, ਮੈਂ ਇੱਕ ਛੋਟੀ ਜਿਹੀ ਵਿੱਚ ਇਨਵੋਲਵਮੈਂਟ ਮੈਂ ਚਾਹੁੰਦਾ ਮੇਰੀ ਹੋ ਜਾਵੇ, ਉਹ ਵੀ ਸ਼ਾਇਦ ਸੰਦੀਪ ਜੀ ਜ਼ਿਆਦਾ ਸਪਸ਼ਟ ਕਰ ਸਕਣ। ਮੈਂ ਚਾਹਾਂਗਾ ਹੋ ਜਾਈਏ। ਕਰਾਓ ਜੀ, ਕਰਾਓ, ਤੁਸੀਂ ਵੀ ਆਪਣਾ ਸਵਾਲ ਰੱਖੋ। ਜਦੋਂ ਗੁਰੂ ਸਾਹਿਬ ਨੇ 5 ਸਿੱਖਾਂ ਨੂੰ ਅੰਮ੍ਰਿਤ ਛਕਾਇਆ, ਉਹਦੇ ਚ 5 ਉੱਠੇ, ਇਹਦਾ ਮਤਲਬ ਇੱਥੇ ਇਹ ਮੰਨ ਲਈਏ ਕਿ ਜਿਹੜੇ ਬਾਕੀ ਸਾਰੇ ਬੈਠੇ ਸੀ ਉਹ ਗੁਰੂ ਦੇ ਸਿੱਖ ਨਹੀਂ ਸੀ। ਦੂਸਰੀ ਗੱਲ, ਜਦੋਂ ਗੁਰੂ ਸਾਹਿਬ ਨੇ ਭਾਈ ਨੰਦ ਲਾਲ ਜਿਹੜੇ 52 ਕਵੀਆਂ ਚ ਸਭ ਤੋਂ ਮੋਹਰੀ ਕਵੀ, ਉਹਨਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਚ ਅੰਮ੍ਰਿਤ ਨਹੀਂ ਛਕਾਇਆ। ਇਹਦਾ ਮਤਲਬ ਭਾਈ ਸਾਹਿਬ ਜਿਹੜੇ ਸੀ ਉਹ ਗੁਰੂ ਦੇ ਸਿੱਖਾਂ ਚ ਨਾ ਕਿਵੇਂ ਜਾਣ, ਜਿਨ੍ਹਾਂ ਨੇ ਅੰਮ੍ਰਿਤ ਕਦੇ ਵੀ ਨਹੀਂ ਛਕਿਆ ਸਾਰੀ ਉਮਰ ਦੇ ਵਿੱਚ, ਪਰ ਉਹ ਗੁਰੂ ਦੇ ਦਰਬਾਰ ਚ ਸਾਰੀ ਉਮਰ ਰਹੇ। ਠੀਕ ਹੈ ਜੀ, ਹੁਣ ਮੈਂ ਆਪਣੇ ਜਵਾਬ ਦੇਣੇ ਸ਼ੁਰੂ ਕਰਾਂ। ਹਾਂਜੀ ਸੰਦੀਪ ਜੀ, ਗੋ ਹੈਡ। ਹਰਪ੍ਰੀਤ ਜੀ ਬੇਨਤੀ ਆਇਆ 2020 ਚ ਰੈਫਰੈਂਡਮ ਕਿੱਦਾਂ ਆਪਾਂ ਜਿੱਤਣਾ, ਕਿਉਂਕਿ ਉਦੋਂ ਨੰਬਰ ਸ਼ਾਇਦ ਚਾਹੀਦੇ ਹੋਣਗੇ। ਹਾਂਜੀ ਬਿਲਕੁਲ ਆ ਗਿਆ, ਮੈਂ ਉਸ ਦੇ ਉੱਤੇ ਵੀ ਆ ਗਿਆ ਜੀ।
हाँ हरप्रीत जी, बेनती मेरी है कि तुसी होस्ट हो, इसलिए मैं बेनती कर रहा कि मैनू 7 सवाल लिखवाए गए आ, सो मैनू अपनी गल कंप्लीट करन दित्ती जावे। जिवें बाकी सारिਆਂ ने सवाल लिखवाए, मैं कुछ नहीं सी बोलिया। बिल्कुल बिल्कुल, गो हैड। पहली गल कुलवीर जी ने की सिलैक्शन ते इलैक्शन की मेरी डेफिनेशन, मेरी नहीं सिद्धांतक डेफिनेशन तोड़ मरोड़िया। मैं गल कही क्योंकि पहली गल कि गुरुद्वारे इलैक्शन जो हिंदुस्तान के कॉन्स्टिट्यूशन के अधीन आते आ, इसलिए असी उसकी विरोधता करते हैं, पहली गल। दूसरी गल मैं गल कही कि जरा सिख सिद्धांत आ वो इलैक्शन दे विच विश्वास नहीं रखता, सिलैक्शन च विश्वास रखता है। इत्थे तक कोई कन्फ्यूजन नहीं हैगी। हुण जी तीसरी गल आ वो मैं पिछली जी अपनी इंटरव्यू उस कही हुई आ, उन्होंने सुनिया जा सकता दोबारा तो, उन्होंने मैं रिपीट करन लग्या आ। वो ऐ आ कि सिखां दी एक मजबूरी आ अज दी डेट दे विच, क्योंकि एक इलैक्शन प्रथा तुहाडे सिर ते मढ़ दित्ती गई आ, नहीं तां सिखां नूं इलैक्शन दी लोड़ नहीं। दूसरी गल, सिख दी परिभाषा दे उत्ते सवाले चिन्ह खड़े किए गए। क्या गया कि गुरु नानक साहब तो लैके गुरु तेग बहादुर साहब ने अमृत नहीं छकिया। हुण इस दे विच मेरी गल दा बुरा ना मन्निओ, इतिहास पढ़न की जी रुचि है वो घट गई है, वो एक चीज़ नज़र आती है। पहली गल मैं स्पष्ट कर देवां कि गुरु नानक साहब ही 10वीं जोत आ ते वह 10वें गुरु नानक आ। गुरु नानक ही गुरु अंगद आ, गुरु अंगद ही गुरु नानक ही गुरु गोबिंद सिंह ने। नाम दे विच फर्क आ, असीं कहंदे आ 10 पातशाहियां दी जोत आ गुरु ग्रंथ साहिब। ਇਹਦਾ ਭਾਵ है आ कि पहली दी जोत दूजी च, दूजी दी जोत तीजी, तीजी दी जोत चौथी, सो ऑन 10वीं। सो 10 दे विच कोई कॉन्फ्लिक्ट नहीं हैगा। जो पहले गुरु नानक ने कहा वो ही 10वें गुरु नानक ने कहा, ਉਹਦੇ विच कॉन्फ्लिक्ट हो ही नहीं सकता। जिथे तक अमृत सिद्धांत की गल हैगी आ, पहली उस दे विच भी 2-3 इशूज ने। पहली गल उन्हां समयां दे उत्ते पौल अमृत दिता गया गुरु नानक साहब तो गुरु अंगद साहब तक ते अगे अगे चलता रहा। इसनू एक मैकेनिज्म तरीके दे विच कन्वर्ट करके, क्योंकि जिहड़ी देहधारी गुरु सी वो अंत च आ रहा सी ते गुरुआं दी जोत जिहड़ी 10वें पातशाह गुरु गोबिंद सिंह साहब ने गुरु ग्रंथ साहब नू अगला गुरु सुशोभित करता सी कि 10 हुण अज तो बाद चो कोई इंसान गुरु नहीं होवेगा, गुरु ग्रंथ साहब गुरु होणगे। ਉਹਦੇ ਨਾਲ ही 5 ਦਾ सिद्धांत भी पैदा किया, ਜਿਹਦੇ ਨਾਲ इस गल सामने आई कि यह 5 ਜਿਹੜੇ ने गुरु रूप ने, गुरु की बराबरी करते हैं, तो यही 5 फिर गुरु यही 5 गोबिंद राय नू गोबिंद सिंह बनाते हैं। सो इस जिथे तक एक बार बार एक कॉन्फ्लिक्ट खड़ा किया जाता है कि गुरु नानक साहब ने नहीं अमृत छकिया या गुरु अंगद साहब ने नहीं अमृत छकिया, तो ਜਿਹੜੇ ਉਹ ਨੇ ਉਹਨਾਂ ਨੂੰ ਬਾਹਰ ਕੱਢਤਾ, बिल्कुल नहीं बाहर ਕੱਢਿਆ। ਜਿਹੜੀ अमृत संचार की परंपरा आ वो पौल अमृत तो चलती चलती अमृत संचार ਦੇ ਵਿੱਚ कन्वर्ट हुई हैगी आ। इस दे नाल ही एक गल होर भी जुड़ती आ, वो हैगी आ कि भाई नंद लाल जी ਜਾਂ ਉਹਨਾਂ ਦੇ ਉੱਤੇ ਜਿਹੜੇ ਇਸ਼ੂਜ਼ ਨੇ, मैं एक गल स्पष्ट करा, ਸਾਡੇ ਲਈ बहुत सत्कारयोग ने भाई नंद लाल जी ਜਾਂ ਹੋਰ ਕਿਰਪਾਲ ਜੀ, ਤੇ ਅਨੇਕਾਂ ਦੀਆਂ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ, ਦਿੱਤੀਆਂ ਜਾ ਸਕਦੀਆਂ ਨੇ। ਪਰ ਜਿਸ ਦਿਨ ਮੈਨੂੰ 10ਵੀਂ ਜੋਤ ਨੇ ਹੁਕਮ ਕਰਤਾ कि गुरु मान्यो ग्रंथ असीं ਉਹਨੂੰ ਅਡਾਪਟ ਕੀਤਾ, जिस दिन गुरु साहब ने कहता कि तुसी ਜਿਹੜੇ सिख की परिभाषा आ वो डिफाइन करती, वो असी अखां मीट के अपने उत्ते ਉਹਦੇ ਉੱਤੇ सहमति प्रगटाई। हुण कि नाम है कहा जाता है कि केस रखने की लोड़ नहीं, पर गुरु साहब कहते हैं कि सोने नक जिन लंबड़े वाला। हुण इस बाणी नूं तुसीं क्योंकि अपने शबदीश जी कह रहे होंगे कि बाणी का प्रमाण बाणी तो दिता जाना चाहिए, तां करके मैं सिर्फ बाणी का ही प्रमाण दिता। अज रहत मर्यादा तो मैं क्या नाम, क्योंकि वो कह रहे होंगे कि भावें कि रहत मर्यादा साडे लई इंपॉर्टेंट आ। सो कहण दा जिहड़े इन्हां दे विच इशूज़ ने तुहाडे अपने, हुण पीवो पौहल खंडे धार होए जन्म सुहेला, हुण इनू भी कढ दो, कह दो कि असीं इनू नहीं मानते क्योंकि यह तो गुरु साहब का फरमान आ। हुण इनू तुसीं किस कैटागरी दे विच पाओगे?
ਇਹ ਤੁਸੀਂ ਆਪਣੀਆਂ ਦੁਨਿਆਵੀ ਲਾਲਸਾਵਾਂ ਕਰਕੇ ਆਪਣੀਆਂ ਪ੍ਰਭਾਸ਼ਾਵਾਂ ਦੇ ਸਕਦੇ ਹੋ, ਕੋਈ ਇਸ਼ੂਜ਼ ਨਹੀਂ ਹੈਗਾ। ਸਮੇਂ ਦੇ ਵਿੱਚ ਸਮੇਂ ਦੇ ਰਾਜਨੀਤਿਕ ਲੋਕਾਂ ਨੇ ਵੀ ਤੇ ਦੁਨਿਆਵੀ ਲੋਕਾਂ ਨੇ ਵੀ ਇਹ ਕੰਮ ਕੀਤਾ, ਪਰ ਇਸ ਦਾ ਭਾਵ ਇਹ ਨਹੀਂ ਨਿਕਲਦਾ ਕਿ ਅਸੀਂ ਗੁਰੂ ਵੱਲੋਂ ਦੱਸੇ ਹੋਏ ਮਾਰਗ ਨੂੰ ਛੱਡ ਦਈਏ। ਹੁਣ ਕੱਲ ਨੂੰ ਕੋਈ ਬੰਦਾ ਉੱਠ ਕੇ ਇਹ ਕਹਿ ਦੂਗਾ ਕਿ 4 ਕੁਰੈਤਾਂ ਕਰਤੀਆਂ ਫਿਰ ਕੀ ਹੋ ਗਿਆ, ਕਿ ਨਾਮ ਅਸੀਂ ਪਰ ਬਹੁਤ ਚੰਗਾ ਕੰਮ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, 4 ਕੁਰੈਤਾਂ ਕਰਨ ਦੇ ਨਾਲ ਅਸੀਂ ਸਿੱਖਾਂ ਤੋਂ ਬਾਹਰ ਥੋੜ੍ਹਾ ਹੋ ਜਾਂਦੇ ਹਾਂ। ਨਾਲੇ ਅਖੀਰ ਦੇ ਵਿੱਚ ਜਿਹੜੀ ਗੱਲ ਮੈਂ ਕਹਾਂਗਾ ਕਿ ਜੇ 2020 ਰੈਫਰੈਂਡਮ ਦੀ ਗੱਲ ਹੋਈ ਜਾਂ ਹੋਰ ਕੋਈ ਇਸ਼ੂਜ਼ ਹੋਣ ਜਾਂ ਕੱਲ ਨੂੰ ਕਿਸੇ ਨੇ ਇਲੈਕਸ਼ਨ ਲੜਨੀ ਹੋਵੇ, ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਹਾਂ ਔਰ ਇਸ ਗੱਲ ਦੇ ਉੱਤੇ ਦ੍ਰਿੜ ਹਾਂ ਕਿ ਸਿਧਾਂਤ ਸਭ ਤੋਂ ਇੰਪੋਰਟੈਂਟ ਆ। ਜਿਹੜੇ ਨੰਬਰਸ ਨੇ ਉਹ ਕਦੀ ਮਾਇਨੇ ਨਹੀਂ ਰੱਖਦੇ। ਨੰਬਰਸ ਦੀ ਐਗਜ਼ਾਮਪਲ ਦੇ ਉੱਤੇ ਜਦੋਂ ਲੜਾਈ ਦਾ ਵਕਤ ਆਇਆ ਉਦੋਂ 40 ਰਹਿ ਗਏ ਸੀ। ਇੱਕ ਸਮਾਂ ਐਸਾ ਵੀ ਆਇਆ ਕਿ ਉਹ 40 ਵੀ ਛੱਡ ਕੇ ਚਲੇ ਗਏ ਸਨ ਤੇ ਉਹਨਾਂ ਨੂੰ ਉਸ ਇੱਕ ਬੀਬੀ ਨੇ ਵਾਪਸ ਲਿਆਂਦਾ ਤੇ ਉਹ ਚਲੋ ਜਿਹੜੀ ਸਾਖੀ ਆਪਾਂ ਸਾਰੇ ਜਾਣਦੇ ਹਾਂ। ਸੋ ਸਿਧਾਂਤ ਜਿਹੜਾ ਆ ਉਸ ਦੇ ਵਿੱਚ ਗਿਣਤੀ ਮਾਇਨੇ ਨਹੀਂ ਰੱਖਦੀ। ਗਿਣਤੀ ਮੈਂ ਇਹ ਨਹੀਂ ਕਹਿੰਦਾ ਜਿਵੇਂ ਕਿ ਕਈ ਬੰਦੇ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਿੱਖ ਕੌਣ ਆ, ਸਿੱਖ ਕੌਣ ਨਹੀਂ ਆ। ਸਿੱਖ ਦੀ ਪਰਿਭਾਸ਼ਾ ਗੁਰੂ ਨਾਨਕ ਨੇ ਬਹੁਤ ਹੀ ਸਪਸ਼ਟ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ ਆ, ਉਹ ਹੀ ਸਿੱਖ ਦੀ ਪਰਿਭਾਸ਼ਾ ਆ। ਉਸ ਤੋਂ ਬਾਅਦ ਚੋਂ ਰਹਿਤ ਮਰਿਆਦਾ ਲਿਖੀ ਗਈ ਆ। ਰਹਿਤ ਮਰਿਆਦਾ ਪੰਥ ਪ੍ਰਵਾਨਿਤ ਆ। ਕਿਸੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਰਹਿਤ ਮਰਿਆਦਾ ਦੇ ਉੱਤੇ ਉਂਗਲ ਚੱਕ ਸਕੇ ਤੇ ਜਿਹੜੀ ਰਹਿਤ ਮਰਿਆਦਾ ਆ ਉਹ ਸਾਨੂੰ ਅੰਮ੍ਰਿਤ ਛਕਣ ਲਈ ਕਹਿੰਦੀ ਆ, ਅਸੀਂ ਛਕਣਾ ਆ। ਉਹ ਕਹਿੰਦੀ ਆ 4 ਕੁਰੈਤਾਂ ਨਹੀਂ ਕਰਨੀਆਂ, ਅਸੀਂ ਨਹੀਂ ਕਰਨੀਆਂ। ਉਹ ਕਹਿੰਦੀ ਆ ਕਿ 5 ਕਕਾਰੀ ਹੋਣਾ ਆ, ਅਸੀਂ ਹੋਣਾ ਆ। ਹੋਰ ਇਸ ਚੀਜ਼ ਨੂੰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿਉਂਕਿ ਦੇਖੋ ਧਰਮ ਦੇ ਵਿੱਚ ਨਾ ਇਹ ਨਹੀਂ ਸਵਾਲ ਜਵਾਬ ਨਹੀਂ ਹੁੰਦੇ ਹੈਗੇ। ਧਰਮ ਜਿਹੜਾ ਆ ਉਹ ਇੱਕ ਰਸਤਾ ਆ, ਦਿਖੜਾ ਪੈਂਦਾ ਆ, ਉਹ ਇੱਕ ਔਖਾ ਰਸਤਾ ਆ, ਉਸ ਰਸਤੇ ਤੇ ਚੱਲਣਾ ਪੈਂਦਾ ਆ। ਉਹ ਇੱਕ ਸਪਿਰਚੁਅਲਿਟੀ ਦਾ ਰਸਤਾ ਆ, ਉਹਨੂੰ ਸਵਾਲ ਜਵਾਬਾਂ ਜਾਂ ਦਲੀਲਾਂ ਦੇ ਨਾਲ ਜਵਾਬ ਨਹੀਂ ਦਿੱਤੇ ਜਾ ਸਕਦੇ। ਇਸ ਤੋਂ ਬਾਅਦ ਚੋਂ ਮੈਂ ਜ਼ਰੂਰ ਰਿਕੁਐਸਟ ਕਰਾਂਗਾ ਕਿ ਅੰਮ੍ਰਿਤ ਸੰਚਾਰ ਦੇ ਉੱਤੇ ਸਵਾਲ ਆਪਾਂ ਨਾ ਖੜੇ ਕਰੀਏ ਜਿਨ੍ਹਾਂ ਦੇ ਹੈਗੇ ਆ ਤੇ ਜਿਨ੍ਹਾਂ ਨੂੰ ਇਸ 'ਚ ਕੋਈ ਡਾਊਟ ਹੈ ਕਿ ਹਾਂ ਉਹ ਨਹੀਂ ਕੇਸ ਰੱਖਣਾ ਚਾਹੁੰਦੇ, ਉਹਨਾਂ ਨੂੰ ਮੁਬਾਰਕ ਆ। ਅਸੀਂ ਕਿਹੜਾ ਕਿ ਨਾ ਮੈਂ ਬਾਬਰ ਆ ਜਾਂ ਜਾਬਰ ਆ ਕਿ ਅਸੀਂ ਕਿਰਪਾਨ ਗਲੇ ਤੇ ਰੱਖ ਕੇ ਕੇਸ ਜ਼ਬਰਦਸਤੀ ਰਖਵਾਉਣੇ ਆ। ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਕੇਸ ਰੱਖੋ ਜਾਂ ਨਾ ਰੱਖੋ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਇਹ ਨਾ ਕਹੋ ਕਿ ਸਿੱਖ ਸਿਧਾਂਤ ਜਿਹੜੇ ਨੇ ਉਹ ਕੇਸ ਰੱਖਣ ਦੇ ਵਿੱਚ ਉਸ 'ਚ ਕੋਈ ਮਹਾਨਤਾ ਨਹੀਂ ਹੈਗੀ ਜਾਂ ਗੁਰੂ ਸਾਹਿਬ ਨੇ ਤੁਹਾਨੂੰ ਕੇਸ ਰੱਖਣ ਲਈ ਨਹੀਂ ਕਿਹਾ ਹੈਗਾ। ਗੁਰੂ ਦਾ ਉਪਦੇਸ਼ ਆ, ਜਿਹੜਾ ਉਪਦੇਸ਼ ਆ ਉਹਨੂੰ ਸਿਰ ਮੱਥੇ ਪ੍ਰਵਾਨ ਕਰਨਾ ਆ। ਮੈਂ ਸਾਰੇ ਪੈਨਲ ਚਲੋ ਥੋੜੀ ਆਵਾਜ਼ ਉੱਚੀ ਰੱਖੋ। ਮੈਂ ਕੁਲਦੀਪ ਜੀ ਨੂੰ ਪੁੱਛਦਾ ਹਾਂ ਕਿ ਜਿਹੜਾ ਸਹਿਜ ਭਰੀ ਲੋਕ ਹੈ, ਠੀਕ ਹੈ, ਤੁਸੀਂ ਸਾਰਾ ਇਤਿਹਾਸ ਦੱਸਿਆ ਕਿ ਮੈਂ ਇਤਿਹਾਸ ਦੀ ਬਹਿਸ ਵਿੱਚ ਕਹਿਣਾ ਨਹੀਂ ਚਾਹੁੰਦਾ, ਪਰ ਜਿਹੜਾ ਸਹਿਜ ਭਰੀ ਲੋਕ ਹੈ ਸਹਿਜ ਭਰੀ ਲੋਕ ਤੁਹਾਨੂੰ ਦੱਸਿਆ ਕਿਵੇਂ, ਕਿਉਂਕਿ ਅੱਜ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਅਗਰ ਬਾਪ ਅੰਮ੍ਰਿਤਧਾਰੀ ਹੈ ਤੇ ਉਹਦਾ ਮੁੰਡਾ ਸਹਿਜ ਭਰੀ ਹੋਇਆ ਕਿਉਂਕਿ ਉਹਨੇ ਵਿਆਹ ਕੱਟੇ ਹੋਏ ਨੇ, ਦਾੜੀ ਕੱਟੀ ਹੋਈ ਨੇ, ਕੇਸ ਕੱਟੇ ਹੋਏ ਨੇ। ਇੱਕ ਕੁਐਸਚਨ ਤੁਸੀਂ ਇਦਾਂ ਵੀ ਪੁੱਛ ਸਕਦੇ ਹੋ ਕਿ ਮੈਂ ਇਹਦਾ ਜਵਾਬ ਦੇਣਾ ਚਾਹੂੰਗਾ। ਘਰ ਦੇ ਕੀ ਪਾੜਾ ਪੈ ਗਿਆ? ਨਹੀਂ, ਮੈਂ ਇਹਦਾ ਜਵਾਬ ਦਿੰਦਾ ਜੀ। ਇਹਦੇ ਜਵਾਬ ਦੇ ਨਾਲ ਹੀ ਮੈਂ ਇੱਕ ਪੱਖ ਜ਼ਰੂਰ ਰੱਖਾਂਗਾ। ਮੈਨੂੰ 1 ਮਿੰਟ ਦਾ ਸਮਾਂ ਹੋਰ ਦੇ ਦਿਓ। ਇੱਕ ਮੇਰਾ ਵੀ ਕੁਐਸਚਨ ਲੈ ਲਓ ਸੰਦੀਪ ਜੀ, ਨਾਲ ਹੀ ਉਹ ਵੀ ਰੱਖ ਦਿਓ। ਤੁਸੀਂ ਬਾਰ-ਬਾਰ ਕਹਿੰਦੇ ਹੋ ਕਿ ਮੁਬਾਰਕ ਹੈ ਜਿਹੜਾ ਜਿੱਥੇ ਜਾਣਾ ਚਾਹੁੰਦਾ ਜਾਵੇ, ਸਾਡੇ ਧਰਮ ਵਿੱਚ ਜਿਹੜਾ ਰਹਿਣਾ ਚਾਹੁੰਦਾ ਰਵੇ, ਜਿਹੜਾ ਨਹੀਂ ਰਹਿਣਾ ਚਾਹੁੰਦਾ ਨਾ ਰਵੇ। ਤੁਸੀਂ ਹਰ ਜਗ੍ਹਾ ਅਸੀਂ, ਮੈਂ, ਮੇਰਾ ਇਹੀ ਵਰਡਾਂ ਯੂਜ਼ ਕਰਦੇ ਹੋ। ਤੁਹਾਨੂੰ ਕਿਹਨੇ ਰਾਈਟ ਦਿੱਤਾ? ਤੁਸੀਂ ਵੀ ਤਾਂ RSS ਵਾਂਗ ਹੀ ਕਰਦੇ ਪਏ, ਜਿੱਦਾਂ RSS ਹਿੰਦੂ ਧਰਮ ਨੂੰ ਪ੍ਰਮੋਟ ਕਰਦਾ ਤਾਂ ਜਾਂ RSS ਕਹਿੰਦਾ ਕਿ ਦੇਸ਼ ਭਗਤ, ਤੁਸੀਂ ਵੀ ਉਦਾਂ ਹੀ ਕਰਦੇ ਪਏ ਕਿ ਮੈਂ ਸਾਡਾ ਧਰਮ। ਹੂ ਆਰ ਯੂ ਟੂ ਡਿਸਾਈਡ ਕਿ ਕੌਣ ਬੰਦਾ ਤੁਹਾਡੇ ਧਰਮ 'ਚ ਰਹੇਗਾ ਜਾਂ ਕੌਣ ਨਹੀਂ ਰਹੇਗਾ? ਜਾਂ ਤੁਸੀਂ ਕਿਸੇ ਨੂੰ ਕਿੱਦਾਂ ਕਹਿ ਸਕਦੇ ਹੋ ਕਿ ਤੁਹਾਡਾ ਧਰਮ, ਮੇਰਾ ਵੀ ਉਨਾ ਧਰਮ ਹੈ, ਜਿਹੜੇ ਬੰਦੇ ਨੇ ਵਾਲ ਕੀਤੇ ਹੋਏ ਉਹਦਾ ਵੀ ਉਨਾ ਧਰਮ ਹੈ। ਤੁਸੀਂ ਕਿੱਦਾਂ ਕਿਸੇ ਨੂੰ ਕਹਿ ਸਕਦੇ ਤੂੰ ਰਹਿਣਾ ਰਹਿ, ਨਹੀਂ ਰਹਿਣਾ ਨਾ ਰਹਿ? ਹੂ ਆਰ ਯੂ? ਹੁਣ ਇਹਦਾ ਜਵਾਬ ਦੇ ਦਾਂ ਦਿਲਰਾਜ ਜੀ? ਪਲੀਜ਼ ਸਰ, ਪਲੀਜ਼। ਹਾਂਜੀ, ਪਹਿਲਾਂ ਮੈਂ ਤੁਹਾਡੀ ਗੱਲ ਦਾ ਹੀ ਜਵਾਬ ਦਊਂਗਾ ਕਿਉਂਕਿ ਤੁਹਾਡੇ ਜਿਹੜੇ ਕਮੈਂਟਸ ਹੁੰਦੇ ਆ ਉਹ ਹਮੇਸ਼ਾ ਹੀ ਹਰਟਨਿੰਗ ਹੁੰਦੇ ਆ। ਸੋ ਉਸ ਦੇ ਵਿੱਚ ਜਿਹੜੀ ਗੱਲ ਸੱਚੇ ਤੇ ਸਪਸ਼ਟ ਕਮੈਂਟ ਹੁੰਦੇ ਆ, ਉਸ ਕਰਕੇ ਹਰਟਨਿੰਗ ਲੱਗ ਜਾਂਦੇ ਆ, ਹੁੰਦੇ ਨਹੀਂ ਹਰਟਨਿੰਗ।
ਨਹੀਂ ਨਹੀਂ ਉਹ ਇਦਾਂ ਆ ਇਦਾਂ ਕੁਝ ਨਹੀਂ ਜੋ ਕਿਸੇ ਹੈ ਤਾਂ ਤੇਰਾ, ਪਰ ਇੱਥੇ ਤੁਸੀਂ ਸਾਰਾ ਕੁਝ ਮੇਰਾ ਹੀ ਬਣਾਤਾ, ਮੇਰਾ ਧਰਮ ਸਾਡਾ ਧਰਮ, ਅਸੀਂ ਇਦਾਂ ਅਸੀਂ ਚਾਹੁੰਦੇ ਹਾਂ ਜਿਹਨੂੰ ਮੁਬਾਰਕ ਹੈ ਨਹੀਂ ਚਲੋ ਹਾਂ ਨਹੀਂ ਇਦਾਂ ਨਹੀਂ ਹੈ ਨਾ, ਇਦਾਂ ਨਹੀਂ ਹੈ ਦਿਲਰਾਜ ਜੀ, ਤੁਸੀਂ ਬਿਲਕੁਲ ਹੈਗੇ ਨੇ ਤੇ ਆਪਾਂ ਕਿ ਨਾਮ ਹੈ ਬਿਲਕੁਲ ਚੰਗੀ ਗੱਲ ਹੈ, ਤੁਹਾਨੂੰ ਮੁਬਾਰਕ ਹੈ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਬਿਲਕੁਲ ਨਾ ਸੁਣਿਓ, ਚੰਗੀ ਗੱਲ ਹੈ ਤੁਹਾਡੇ ਵਾਸਤੇ, ਤੁਹਾਨੂੰ ਗੁਰੂ ਸਾਹਿਬ ਨੇ ਨਹੀਂ ਕਿਹਾ ਹੋਊਗਾ। ਮੈਨੂੰ ਗੱਲ ਕੰਪਲੀਟ ਕਰਨ ਦਿਓ ਦਿਲਰਾਜ ਜੀ, ਓਕੇ ਇਸ ਤਰੀਕੇ ਨਾਲ ਨਹੀਂ ਮੈਂ ਗੱਲ ਕਰ ਸਕਾਂਗਾ, ਇਸ ਤਰੀਕੇ ਨਾਲ ਮੈਂ ਗੱਲ ਨਹੀਂ ਕਰ ਸਕਾਂਗਾ, ਇਸ ਤਰੀਕੇ ਨਾਲ ਮੈਂ ਗੱਲ ਨਹੀਂ ਕਰ ਸਕਾਂਗਾ ਦਿਲਰਾਜ ਜੀ, ਇਹ ਮੇਰਾ ਤਰੀਕਾ ਹੀ ਨਹੀਂ ਹੈ ਗੱਲ ਕਰਨ ਦਾ, ਜਿਹੜਾ ਤੁਹਾਡਾ ਤਰੀਕਾ ਹੈ। ਸੌਰੀ ਫਿਰ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ, ਤੁਸੀਂ ਵੀ ਚੰਗੀ ਤਰ੍ਹਾਂ ਨਾਲ ਐਕਸਪਲੇਨ ਕਰਿਆ ਕਰੋ, ਮੈਂ ਤਾਂ ਆਪਣੇ ਆਪ ਨੂੰ ਜ਼ੀਰੋ ਸਮਝਦਾ ਗੁਰੂ ਸਾਹਿਬ ਸਾਹਮਣੇ, ਤੇ ਤੁਸੀਂ ਵੀ ਉਹਨਾਂ ਦੀਆਂ ਗੱਲਾਂ ਨੂੰ ਨਾ ਹੀ ਬਹੁਤੀ ਚੰਗੀ ਤਰ੍ਹਾਂ ਐਕਸਪਲੇਨ ਕਰਿਆ ਕਰੋ ਤਾਂ ਜ਼ਿਆਦਾ ਵਧੀਆ ਵਾ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਇੰਨੇ ਵਿਦਵਾਨ ਹੋ ਕਿ ਗੁਰੂ ਸਾਹਿਬ ਦੀਆਂ ਗੱਲਾਂ ਬੜੇ ਆਰਾਮ ਨਾਲ ਸਪਸ਼ਟ ਢੰਗ ਨਾਲ ਤੁਸੀਂ ਕਰ ਸਕਦੇ ਹੋ। ਹਾਂ ਨਾ ਵੀ ਰੱਖ ਸਕਦਾ ਹਾਂ, ਪਰ ਫਿਰ ਵੀ ਮੈਂ ਉਹ ਗੱਲ ਕਰਾਂਗਾ ਜਦੋਂ ਤੁਸੀਂ ਮੇਰੇ ਜਦੋਂ ਤੁਸੀਂ ਸਿੱਖੀਜ਼ਮ ਦੀ ਗੱਲ ਕਰਦੇ ਹੋ ਉਦੋਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਗੁਰੂ ਦੇ ਸਿਧਾਂਤ ਨੂੰ ਲੈ ਕੇ ਅੱਗੇ ਗੱਲ ਕਰਾਂ। ਸਰ ਸਿੱਖੀਜ਼ਮ ਕਈ ਚੀਜ਼ਾਂ ਇਹ ਵੀ ਕਹਿੰਦਾ ਵਾ ਕਿ ਮੈਂ ਮੇਰਾ ਮੁਝਮੇ ਮੈਂ ਸਾਡਾ ਅਸੀਂ, ਇਹ ਚੀਜ਼ਾਂ ਨਹੀਂ ਯੂਜ਼ ਹੋਣੀਆਂ ਚਾਹੀਦੀਆਂ, ਪਰ ਤੁਸੀਂ ਤਾਂ ਗੱਲ ਕਰਦੇ ਇਹ ਚੀਜ਼ਾਂ ਯੂਜ਼ ਕਰਦੇ ਪਏ ਹੋ ਕਿ ਮੇਰਾ ਧਰਮ ਸਾਡਾ ਧਰਮ ਅਸੀਂ ਇਹ ਚਾਹੁੰਦੇ ਹਾਂ, ਇਹ ਚੀਜ਼ਾਂ ਚਲੋ ਤੁਹਾਡਾ ਧਰਮ ਐਲੋ ਮੈਂ ਇਸ ਪਰਿਭਾਸ਼ਾ ਚ ਕਹਿੰਦਾ ਕਿ ਤੁਹਾਡਾ ਧਰਮ ਪੁੱਛਿਆ ਸਹਿਜਧਾਰੀ ਲਫ਼ਜ਼ ਕਿੱਥੋਂ ਆਇਆ, ਜਿਵੇਂ ਮੈਂ ਦੇਣਾ ਚਾਹੁੰਦਾ ਇਦਾਂ ਹੋਰ ਵੀ ਬਹੁਤ ਨੌਜਵਾਨ ਹੋਣਗੇ ਜੇ ਤੁਹਾਨੂੰ ਸੁਣਦੇ ਹੋਣਗੇ ਉਹ ਵੀ ਸੁਣਨਾ ਚਾਹੁੰਦੇ ਹੋਣਗੇ ਸਹਿਜਧਾਰੀ ਲਫ਼ਜ਼ ਆਇਆ ਕਿੱਥੋਂ। मैं दोनों चीज़ों का जवाब दूंगा यादविंदर जी, पर लाइक मेरी बेनती है कि दिलराज हाँ फिर हाँ जी प्लीज़ मेरी गल में कट्टिया ना जाए, मैं इस 2-3 तत्थ रखने हैं, तीनों चीज़ां जेरे सवाल ने सारे कवर होंगे। पहली गल है कि तुहाडा धर्म ਇਹ ਗੱਲ ਕਹਿੰਦਾ ਆ, ਹੁਣ ਮੈਂ ਅਗਰ ਉਹਦੀ ਪਰਿਭਾਸ਼ਾ ਦੇ ਨਹੀਂ ਹੋਵੇ ਤੇ ਕਿਵੇਂ ਕਹਾਂ ਕਿ ਤੁਹਾਡਾ ਨਹੀਂ ਸਾਡਾ, ਜਾਂ ਉਹਦੀ ਕੋਈ ਵਰਡ ਮੈਨੂੰ ਦੱਸ ਦਿਓ, ਮੈਂ ਉਸ ਹਿਸਾਬ ਨਾਲ ਕਰਾਂਗਾ। ਦੂਸਰੀ ਗੱਲ ਜਿਹੜੀ ਹੈਗੀ ਆ ਕਿ ਜਿੱਥੇ ਤੱਕ ਧਾਰਮਿਕ ਗੱਲ ਹੈਗੀ ਆ, ਅਗਰ ਉਹ ਸਿੱਖਾਂ ਨਾਲ ਰਿਲੇਟਡ ਆ ਤੇ ਆਫ ਕੋਰਸ ਉਹਦਾ ਜਿਹੜਾ ਸਿਧਾਂਤ ਹੋਏਗਾ ਉਹ ਧਾਰਮਿਕ ਹੋਏਗਾ ਤੇ ਉਹ ਧਾਰਮਿਕ ਤੌਰ ਤੇ ਹੀ ਗੱਲ ਕੀਤੀ ਜਾ ਸਕਦੀ ਆ। ਤੀਸਰੀ ਗੱਲ ਜਿਹੜੀ ਹੈਗੀ ਆ ਕਿ ਆਪਣੇ ਯਾਦਵਿੰਦਰ ਜੀ ਉਹਨਾਂ ਨੇ ਕਹੀ ਕਿ ਸਹਿਜਧਾਰੀ ਲਫ਼ਜ਼ ਕਿੱਥੋਂ ਆਇਆ। ਯਾਦਵਿੰਦਰ ਜੀ ਇੱਕ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਅੰਦਰ ਇੱਕ ਕੇਸ ਗਿਆ ਸੀ ਜਿਸ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਦੇ ਉੱਤੇ ਡਿਬੇਟ ਹੋਈ ਸੀ। ਉਸ ਡਿਬੇਟ ਦੇ ਵਿੱਚ ਗੁਰਤੇਜ ਸਿੰਘ IAS, ਅਤਿੰਦਰਪਾਲ ਸਿੰਘ ਸਾਬਕਾ MP ਤੇ ਬਾਅਦ ਚੋਂ ਉਹਨਾਂ ਨੇ ਇੱਕ ਸਿੱਖ ਦੀ ਪਰਿਭਾਸ਼ਾ ਦੇ ਉੱਤੇ ਕਿਤਾਬ ਵੀ ਲਿਖੀ ਸੀਗੀ। ਉਹਨਾਂ ਨੇ ਵੀ ਇਹ ਸਵਾਲ ਖੜਾ ਕੀਤਾ ਸੀ ਕਿ ਇਹ ਸਹਿਜਧਾਰੀ ਲਫ਼ਜ਼ ਕਿੱਥੋਂ ਆਇਆ, ਕਿਉਂਕਿ ਸਿੱਖਾਂ ਦੇ ਵਿੱਚ ਇਹ ਲਫ਼ਜ਼ ਕਿਤੇ ਵੀ ਨਹੀਂ ਮਿਲਦਾ ਹਿਸਟੋਰੀਕਲ ਤੌਰ ਦੇ ਉੱਤੇ। ਇਹ ਲਫ਼ਜ਼ ਪਹਿਲੀ ਵਾਰੀ ਗੁਰਦੁਆਰਾ ਐਕਟ ਦੇ ਵਿੱਚ ਆਇਆ, ਕਿਸ ਤਰੀਕੇ ਨਾਲ ਆਇਆ ਇਹ ਤਾਂ ਹੁਣ ਆਪਾਂ ਨੂੰ ਸਮਝਣ ਦੀ ਲੋੜ ਹੈਗੀ ਆ। ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਸੀਂ ਸਾਰੇ ਹੀ ਅੱਜ ਸਿੱਖਾਂ ਦੀ ਪਰਿਭਾਸ਼ਾ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਪਰਿਭਾਸ਼ਾ ਜਿਹਨੂੰ ਹਿੰਦੁਸਤਾਨ ਦਾ 25-20 ਧਾਰਾ ਹਿੰਦੂ ਕਹਿ ਰਿਹਾ, ਕੇਸਾਧਾਰੀ ਹਿੰਦੂ ਕਹਿ ਰਿਹਾ ਆ, ਪਰ ਦੂਜੇ ਪਾਸੇ ਜਿੱਥੇ ਮੈਂ ਬੈਠਾ ਆ ਅੱਜ ਇੱਥੇ ਮੈਂ ਲਫ਼ਜ਼ ਯੂਜ਼ ਕੀਤਾ ਔਰ ਮਾਣ ਮਹਿਸੂਸ ਕਰ ਰਿਹਾ ਆ। ਉਸ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਇੱਕ ਲਾਅ ਪਾਸ ਹੁੰਦਾ ਆ ਜਿਹਨੂੰ ਸਿੱਖ ਹੈਰੀਟੇਜ ਬਿੱਲ, ਛੋਟੀ ਰੱਖ ਰਹੇ ਸਿੱਖ ਹੈਰੀਟੇਜ ਬਿੱਲ ਕਿਹਾ ਜਾਂਦਾ ਆ, ਜਿਸ 'ਚ ਉਹ ਡਿਫਾਈਨ ਕਰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਆ, ਵੱਖਰੇ ਕਲਚਰ ਆ, ਵੱਖਰੇ ਕਸਟਮਸ ਆ, ਵੱਖਰੇ ਉਹਨਾਂ ਦੇ ਟ੍ਰੈਡੀਸ਼ਨਸ ਨੇ। ਪਰ ਹੁਣ ਦਿਲਰਾਜ ਜੀ ਹੋਣੀ ਕਹਿ ਰਹੇ ਨੇ ਕਿ ਅਗਰ ਤੁਸੀਂ ਬਾਕੀਆਂ ਨੂੰ ਬਾਹਰ ਕੱਢ ਰਹੇ ਹੋ, ਮੈਂ ਕਹਿੰਦਾ ਹਾਂ ਕਿ ਅਗਰ ਕਿਉਂਕਿ ਸਹਿਜਧਾਰੀ ਦੀ ਕੋਈ ਪਰਿਭਾਸ਼ਾ ਨਹੀਂ, ਸੋ ਅਗਰ ਕਿ ਨਾਮ ਹੈ ਸਿੱਖਾਂ ਨੇ ਵੋਟ ਪਾਣੀ ਹੈ ਤੇ ਜਿਨ੍ਹਾਂ ਨੂੰ ਇਹ ਸਹਿਜਧਾਰੀ ਕਹਿੰਦੇ ਅਗਰ ਉਹਨਾਂ ਨੇ ਵੀ ਪਾਣੀ, ਫਿਰ ਹਿੰਦੂਆਂ ਤੇ ਵੀ ਰੋਕ ਨਹੀਂ ਹੋਣੀ ਚਾਹੀਦੀ, ਮੁਸਲਮਾਨਾਂ ਤੇ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਨਾਂ ਨੇ ਪਹਿਲਾਂ ਗੱਲ ਕੀਤੀ ਚਾਰ ਦਰਵਾਜ਼ਿਆਂ ਦੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਹਾਂ, ਤੁਸੀਂ ਸਾਨੂੰ ਹਿੰਦੂਆਂ ਨਾਲ ਕਿੱਦਾਂ ਲੜਾ ਸਕਦੇ ਹੋ? ਦੱਸਦਾ ਇੱਕ ਸੈਕਿੰਡ ਇਹਨਾਂ ਨੇ ਚਾਰ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਆ, ਉਹ ਮੂਰਤੀ ਪੂਜਾ ਕਰਦੇ ਆ। ਇਹਨਾਂ ਨੇ ਚਾਰ ਦਰਵਾਜ਼ਿਆਂ ਦੀ ਗੱਲ, ਇੱਕ ਸੈਕਿੰਡ ਹਰਪ੍ਰੀਤ ਜੀ ਚਾਰ ਦਰਵਾਜ਼ਿਆਂ ਦੀ ਗੱਲ ਕੀਤੀ, ਚਾਰ ਦਰਵਾਜ਼ਿਆਂ ਦੇ ਵਿੱਚ 4 ਵਰਨਾਂ ਦੀ ਸਾਜਿਆ ਦੀ ਗੱਲ ਕੀਤੀ। ਜਦੋਂ 4 ਵਰਨਾਂ ਦੀ ਗੱਲ ਕਰ ਰਹੇ ਹੋ ਤਾਂ ਕਰਕੇ ਮੈਂ ਉਹਨੂੰ ਰਿਲੇਟ ਕੀਤਾ, ਇਸ ਲਈ ਮੇਰੇ ਨਾਲ ਕੁਲਵੀਰ ਜੀ ਉਲਝਣ ਦੀ ਬਜਾਏ ਦਿਲਰਾਜ ਜੀ ਤੋਂ ਇਹ ਕੁਐਸਚਨ ਕਰਨ। ओके एक मिनट मैं इधर रोकना चाहूंगा, मैं तो सारे को रोकना चाहूंगा प्लीज एवरीवन, प्लीज जर्मन जी प्लीज कैन यू गाइस होल्ड डाउन। मेरे को कुछ कॉलर ने मैं कॉल जरूर लेनी चाहूंगा। सब तो पहला मैं कॉल लेनी चाहूंगा लास्ट 4 नंबर में सर ਤੁਹਾਡੇ 4614 4614
40 ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਨਾਮ ਕੀ ਸਰ ਆਪਣਾ? ਹਾਂਜੀ ਹਾਂਜੀ, ਧੰਨਵਾਦ ਪਰਮਜੀਤ ਸਿੰਘ ਜੀ। ਹਾਂਜੀ ਸਰ। ਮੈਂ ਵੈਸੇ ਬੇਨਤੀ ਕਰਦਾ ਜੀ ਵੀ ਜਦੋਂ ਆਪਾਂ ਡਿਬੇਟ ਕਰਦੇ ਹਾਂ ਨਾ ਸਿੱਖ ਦੀ ਪਰਿਭਾਸ਼ਾ ਤਾਂ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਦੇਖੋ, ਇੱਕ ਤਾਂ ਆਪਾਂ ਜਿਹੜੀ ਗੱਲ ਕਰਦੇ ਹਾਂ ਵੀ ਸਹਿਜਧਾਰੀ ਤਾਂ ਕੋਈ ਗੱਲ ਹੈ ਨਹੀਂ, ਕਿਉਂ ਆਪਾਂ ਦਾੜੀ ਕਟਾਉਣੇ ਆ, ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਨਾ, ਇਹ ਦਾੜੀ ਕੇਸ ਕੁਦਰਤ ਨੇ ਹੀ ਸਾਡੇ ਕੱਢੇ ਨੇ, ਜੇ ਨਾ ਲੋੜ ਹੁੰਦੀ ਤਾਂ ਬਿਲਕੁਲ ਨਹੀਂ ਸੀ ਕੱਢਣੇ ਉਹਨਾਂ ਨੇ। ਤਾਂ ਲੇਡੀਜ਼ ਨੇ ਉਹਨਾਂ ਨੂੰ ਵੀ ਅਸੀਂ ਸਹਿਜਧਾਰੀ ਕਹਿੰਦੇ, ਨਾ ਕੁਝ ਹੋਰ ਕਹਿੰਦੇ। ਮੈਂ ਸੰਦੀਪ ਜੀ ਦੀ ਕਰਨਾ 101% ਸਹਿਮਤ ਹਾਂ, ਉਹਨਾਂ ਨੂੰ ਅਸੀਂ ਕੋਈ ਕਿੰਤੂ ਨਹੀਂ ਕਰਦੇ, ਕਿਉਂ ਲੇਡੀਜ਼ ਆਹੋ, ਉਹਦੇ ਕੋਈ ਪ੍ਰਮਾਤਮਾ ਨੇ ਬਣੀਓ, ਕੋਈ ਮੂੰਹ ਤੋਂ ਉਹਦੇ ਕੋਈ ਕਿਸੇ ਕਿਸਮ ਦਾ ਆਏ ਨਹੀਂ, ਸਿਰ ਦੇ ਉੱਪਰ ਲੋੜ ਸੀ ਉਹਨਾਂ ਨੂੰ, ਬੁੱਤ ਕਰਨੀ ਸੀ, ਸਜਾਵਟ ਦੀ ਜਿਹੜੀ ਕਿਸੇ ਲੋੜ ਸੀ ਉਹਨੇ ਕਰਿਆ, ਸਜਾਵਟ ਦੀ ਸਾਨੂੰ ਵੀ ਲੋੜ ਸੀ। ਅਸੀਂ ਪਤਾ ਨਹੀਂ ਹੁਣ ਇਸ ਦੁਨੀਆ ਦੇ ਵਿੱਚ ਆ ਕੇ ਕਿੰਨੀ ਸਜਾਵਟ ਦਾੜੀ ਕੇਸ ਕੱਟ ਕੇ ਕਰ ਰਹੇ ਆ, ਪਰ ਤੁਸੀਂ ਇਹ ਦੇਖੋ ਮੈਨੂੰ ਹਰਪ੍ਰੀਤ ਜੀ ਇਹਨਾਂ ਨੂੰ ਜਵਾਬ ਦੇਣ ਦੀ ਇੱਕ ਮੈਂ ਗੱਲ ਜ਼ਰੂਰ ਕਰਨੀ ਹੈ। ਕਾਲਰ ਨੂੰ ਆਪਣੀ ਗੱਲ ਪੂਰੀ ਕਰਨ ਦੇ ਆਪਣੀ ਜੀ। ਕਾਲਰ ਪਲੀਜ਼। ਹਾਂਜੀ ਸਰ, ਗੋ ਅਹੈਡ ਸਰ। ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ 9 ਗੁਰੂ ਸੀ ਉਹਨਾਂ ਨੇ ਅੰਮ੍ਰਿਤ ਕਿਉਂ ਨਹੀਂ ਛਕਿਆ? ਕਿਸੇ ਨੇ ਨਹੀਂ ਕਹੀ ਜੀ ਇਹ ਗੱਲ, ਹਾਂਜੀ ਸਰ, ਦੱਸੋ ਅੱਗੇ ਬੋਲੋ ਤੁਸੀਂ। ਮੈਂ ਨਹੀਂ ਕਹੀ ਸੀ। ਸੰਦੀਪ ਜੀ ਮੇਰੇ ਲਫ਼ਜ਼ਾਂ ਨੂੰ ਘੁਮਾਉਣ ਦੀ ਕੋਸ਼ਿਸ਼ ਨਾ ਕਰੋ। ਮੈਂ ਕਿਹਾ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਲੋਕ ਸਿੱਖੀਜ਼ਮ ਨੂੰ ਫੋਲੋ ਕਰਦੇ ਸੀ ਉਹਨਾਂ ਦਾ ਕੀ ਸਟੇਟਸ ਆ। ਹਾਂ ਚਰਨਾਮਲ ਜਦੋਂ ਦੁਨੀਆ ਦੇ ਵਿੱਚ ਤੁਸੀਂ ਬਾਅਦ ਦੇ ਵਿੱਚ ਮੈਨੂੰ ਨੰਬਰ ਦੇ ਦਿਓ, ਮੈਂ ਕਰ ਸਕਦਾ ਹੀ ਗੱਲ, ਕੋਈ ਗੱਲ ਨਹੀਂ ਸਰ, ਤੁਸੀਂ ਆਪਣੀ ਗੱਲ ਪੂਰੀ ਕਰੋ ਪਲੀਜ਼। ਹਾਂਜੀ ਦੇਖੋ, ਗੱਲ ਇਹ ਆ 9 ਗੁਰੂਆਂ ਨੇ ਅੰਮ੍ਰਿਤ ਨਹੀਂ ਛਕਿਆ। ਅਸੀਂ ਗੱਲ ਨਹੀਂ ਕੀਤੀ ਜੀ, ਕਿਰਪਾ ਕਰਕੇ ਇਸ ਗੱਲ ਨੂੰ ਇਦਾਂ ਤੂਲ ਨਾ ਦਿਓ। ਕਿਸੇ ਨੇ ਇੱਥੇ ਗੱਲ ਨਹੀਂ ਕੀਤੀ ਕਿ 9 ਗੁਰੂਆਂ ਨੇ ਅੰਮ੍ਰਿਤ ਨਹੀਂ ਛਕਿਆ, ਕਿਸੇ ਨੇ ਇੰਨੀ ਗੱਲ ਨਹੀਂ ਕਹੀ ਪੈਨਲ ਦੇ ਵਿੱਚ। ਇੱਕ ਮਿੰਟ ਕੁਲਵੀਰ ਜੀ, ਕਾਲਰ ਦੀ ਗੱਲ ਪੂਰੀ ਹੋਣ ਦਿਓ ਪਲੀਜ਼। ਹੋਣ ਲੱਗ ਕੇ ਹੋਣ ਲੱਗ ਗਿਆ, ਉਹਨੂੰ ਗੁਰੂ ਸਾਹਿਬ ਨੇ ਸਾਰਿਆਂ ਨੂੰ ਇੱਕ ਕਰਨ ਦੀ ਖਾਤਰ ਇੱਕ ਅੰਮ੍ਰਿਤ ਤਿਆਰ ਕੀਤਾ ਵੀ ਕੋਈ ਫੌਜ ਦੇ ਵਿੱਚ ਕਿਸੇ ਨਾ ਕਿਸੇ ਤੋਂ ਦੂਰੀ ਨਾ ਰਹੇ, ਕਿਉਂ ਜਿਹੜੇ ਮੇਰੇ ਬੱਚੇ ਨੇ ਮੈਨੂੰ ਸਾਰੇ ਇੱਕੋ ਹੀ ਦਿਖ ਰਹੇ ਨੇ, ਅੰਮ੍ਰਿਤ ਸਿਖਾਇਆ ਉਹਨਾਂ ਤੋਂ ਹੀ ਅੰਮ੍ਰਿਤ ਆਪ ਛਕਿਆ। ਜੇ ਹੁਣ ਅਸੀਂ ਸਹਿਜਧਾਰੀ ਦਾੜੀ ਕਟਾ ਕੇ ਸਹਿਜਧਾਰੀ ਬਣਦੇ ਹਾਂ ਤਾਂ ਇਹ ਕਦੇ ਮੈਂ ਤਾਂ ਇਸ ਗੱਲ ਨੂੰ ਫਾਲੋ ਕਰਦਾ ਨਹੀਂ ਗਾ। ਕੇਸ ਕਟਾ ਲੈਂਦੇ ਹਾਂ, ਅਸੀਂ ਦਾੜੀ ਕਟਾਉਂਦੇ ਹਾਂ, ਸੇਵ ਕਰਦੇ ਹਾਂ, ਇਹਦੇ ਵਿੱਚ ਕੋਈ ਖੰਡ ਆਉਂਦੀ ਤਾਂ ਨਹੀਂ। ਜੇ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੀ ਗੱਲ ਨੂੰ ਮੰਨਦੇ ਹਾਂ ਤਾਂ ਮੈਂ ਇਹ ਸਮਝਦਾ ਵੀ ਪਰਮਾਤਮਾ ਨੇ ਜਿਹੜਾ ਉਹ ਸਾਨੂੰ ਦਿੱਤਾ ਉਹਨੂੰ ਸਾਨੂੰ ਰੱਖਣਾ ਚਾਹੀਦਾ। ਗੁਰੂ ਸਾਹਿਬ ਨੇ ਥੈਂਕ ਯੂ ਸਰ। ਇੱਕ ਮਿੰਟ ਦਿਲਾ ਜੀ, ਮੈਨੂੰ ਗੱਲ ਕਰ ਲੈਣ ਦਿਓ ਪਹਿਲਾਂ, ਮੈਨੂੰ ਗੱਲ ਕਰ ਲੈਣ ਦਿਓ। ਮੈਂ ਇਸਨੂੰ ਕਹੂੰਗਾ ਪਲੀਜ਼ ਥੋੜਾ ਜਿਹਾ ਵੇਟ ਕਰ ਲਓ। ਵੀ ਹੈਵ ਅ ਕਾਲਰ, ਲੈਟਸ ਟੇਕ ਸਮ ਕਾਲਰਸ। ਥੈਂਕ ਯੂ ਸਰ। ਮੈਂ ਧਾਲੀਵਾਲ ਸਾਹਿਬ ਨਾਲ ਇੱਕ ਹੀ ਗੱਲ ਕਰਨੀ ਚਾਹੂੰਗਾ ਕਿ ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਰਾਏ ਤੋਂ ਸਿੰਘ ਬਣ ਗਏ ਸੀਗੇ, ਇਹ ਅੱਜ ਵੀ ਧਾਲੀਵਾਲ ਕਹਿ ਕੇ ਸਿੱਖ ਦੀ ਪਰਿਭਾਸ਼ਾ ਸਾਨੂੰ ਸਮਝਾ ਰਹੇ ਨੇ। ਧਾਲੀਵਾਲ ਸਾਹਿਬ ਪਹਿਲਾਂ ਆਪਣੇ ਨਾਂ ਦੇ ਨਾਲ ਸਿੰਘ ਲਾ ਲਓ, ਫਿਰ ਤੁਸੀਂ ਗੱਲ ਕਰਿਓ। ਛੋਟਾ ਜਿਹਾ ਕਮੈਂਟ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਆਪਣੇ ਕਹਿੰਦੇ ਨਾ ਕਿ ਮੁਸਲਮਾਨ ਧਰਮ ਹੈ, ਉਹਦੇ ਵਿੱਚ ਕਈ ਅੱਗੇ ਵੰਡੇ ਹੋਏ ਆ ਸ਼ੀਆ ਸੁੰਨੀ ਦੇ ਵਿੱਚ। ਮੈਨੂੰ ਲੱਗਦਾ ਕਿ ਇਹ ਵੀ ਹੁਣ ਸਿੱਖਾਂ ਦੇ ਵਿੱਚ ਵੀ ਇਹੋ ਜਿਹੀ ਸਹਿਜਧਾਰੀ ਲਿਆ ਕੇ ਅੰਮ੍ਰਿਤਧਾਰੀ ਲਿਆ ਕੇ ਤੇ ਨਵੀਂ ਇੱਕ ਪ੍ਰਥਾ ਚਲਾਉਣੀ ਚਾਹੁੰਦੇ, ਆਪਸ ਵਿੱਚ ਲੜਾਉਣਾ ਚਾਹੁੰਦੇ, ਹੋਰ ਕੁਛ ਨਵੀਂ ਗੱਲ ਨਹੀਂ ਹੈ। ਨਹੀਂ ਦੇਖੋ ਜਰਮਨ ਜੀ, ਜੇ ਤੁਸੀਂ ਫੋਲੋ ਕਰਦੇ ਹੋ, ਤੁਸੀਂ ਆਪਣੇ ਨੂੰ ਸਿੱਖ ਕਹਿੰਦੇ ਹੋ, ਤਾਂ ਜੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਸਕਦੇ, ਤੁਸੀਂ ਧਾਲੀਵਾਲ ਕਿਉਂ ਚੱਕੀ ਫਿਰਦੇ ਹੋ ਨਾਲ? ਤੁਸੀਂ ਵੀ ਆਪਣਾ ਪਰਮਜੀਤ ਸਿੰਘ ਦੱਸਿਆ ਕਰੋ ਜੀ ਕਿਰਪਾ ਕਰਕੇ। ਹਰਪ੍ਰੀਤ ਜੀ ਓਕੇ, ਗੋ ਅਹੈਡ ਸਤੀਸ਼ ਜੀ, ਗੋ ਅਹੈਡ। ਦੇਖੋ, ਸੰਦੀਪ ਜੀ ਨੇ ਦੋ ਤਿੰਨ ਗੱਲਾਂ ਕੀਤੀਆਂ, ਉਹਨਾਂ ਵਿੱਚੋਂ ਮੈਂ ਖਾਸ ਗੱਲ ਜਿਹੜੀ ਕਰਨੀ ਚਾਹੁੰਦਾ ਔਰ ਉਹਨੂੰ ਮੈਂ ਸਹੀ ਵੀ ਸਮਝਦਾ, ਉਹ ਗੱਲ ਇਹ ਹੈ ਕਿ ਸੰਦੀਪ ਜੀ ਨੇ ਇਹ ਕਿਹਾ ਕਿ ਸਿੱਖੀ ਸ਼ਰਧਾ ਦਾ ਮਾਰਗ ਆ, ਇਹਨੂੰ ਤੁਸੀਂ ਹਿਸਟਰੀ ਦੇ ਨਜ਼ਰੀਏ ਤੋਂ ਵੇਖਣ ਦਾ ਯਤਨ ਨਾ ਕਰੋ। ਕਿਉਂਕਿ ਮੈਂ ਇਸ ਗੱਲ ਨਾਲ ਬਿਲਕੁਲ ਐਗਰੀ ਕਰਦਾ, ਸਿੱਖੀ ਹੀ ਨਹੀਂ ਦੁਨੀਆ ਦੇ ਸਾਰੇ ਧਰਮ ਸ਼ਰਧਾ ਦੇ ਆਧਾਰ ਦੇ ਉੱਤੇ ਚੱਲਦੇ ਆ, ਹਿਸਟਰੀ ਦੇ ਆਧਾਰ ਦੇ ਉੱਤੇ ਨਹੀਂ। ਕੋਈ ਗੱਲ ਨਹੀਂ, ਜਵਾਬ ਦੇ ਦੇਣਾ ਬਾਅਦ ਤੇ ਕਿਉਂਕਿ ਹਿਸਟਰੀ ਹੋਰ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੀ ਹੈ। ਔਰ ਸੰਦੀਪ ਜੀ ਜਦੋਂ ਤਾਂ ਲੋੜ ਪੈਂਦੀ ਹੈ ਉਦੋਂ ਹਿਸਟਰੀ ਦਾ ਸਹਾਰਾ ਲੈਂਦੇ ਨੇ, ਜਿੱਥੇ ਜਾ ਕੇ ਜ਼ਰੂਰਤ ਬਣ ਜਾਂਦੀ ਆ ਇਹ ਹਿਸਟਰੀ ਸਪੋਰਟ ਨਹੀਂ ਕਰਦੀ, ਉੱਥੇ ਸਿਰਫ ਇਹ ਇਹਨਾਂ ਕਹਿ ਕੇ ਸਾਰ ਲੈਂਦੇ ਨੇ ਕਿ ਭਾਈ ਨੰਦ ਲਾਲ ਜੀ, ਭਾਈ ਕਰਪਾਲ ਜੀ ਸਾਡੇ ਲਈ ਬੜੇ ਸਨਮਾਨਯੋਗ ਹੈ। ਉੱਥੇ ਸਵਾਲ ਦਾ ਜਵਾਬ ਨਹੀਂ ਦਿੰਦੇ ਕਿ ਉਹਨਾਂ ਨੂੰ ਅੰਮ੍ਰਿਤ ਕਿਉਂ ਨਹੀਂ ਛਕਾਇਆ ਗਿਆ। ਮੈਂ ਇਹ ਸਮਝਦਾ ਕਿ ਸਾਨੂੰ ਇਹਨਾਂ ਗੱਲਾਂ ਦਾ ਜ਼ਰੂਰ ਜਵਾਬ ਦੇਣਾ ਪਵੇਗਾ ਕਿ ਗੁਰੂ
ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਕਈਆਂ ਦੀ ਬਾਣੀ ਬਾਬਾ ਫਰੀਦ ਜੀ, ਕਬੀਰ ਜੀ ਹੈਗੀ ਆ, ਜਿਹਦੇ ਵਿੱਚ ਸਿਰਫ ਸਿੱਖ ਨਹੀਂ, ਹਿੰਦੂ ਵੀ ਨੇ, ਮੁਸਲਮਾਨ ਵੀ ਨੇ। ਇੱਕ ਮੇਰੇ ਕੋਲ ਇੱਕ ਬੜਾ ਹੀ ਇੰਪੋਰਟੈਂਟ ਜੋੜ ਨਹੀਂ ਚਾਹਣਾ ਪਲੀਜ਼ ਜੀ ਬਹੁਤ ਹੀ ਇੰਪੋਰਟੈਂਟ ਚੀਜ਼ ਜਿਹੜੀ ਮੈਂ ਥੋੜਾ ਜਿਹਾ ਟਾਈਮ ਘੱਟਾ मैं आपका मिनट भी नहीं लूंगा। दूसरी गल संदीप जी ये कर देंगे कि जिथे किते इन्होंने जरूरत लगती है कि गुरबाणी का सहारा लेना, दूसरी तरफ जिथे कोई चीज वरतनी है कह देंगे गुरु साहब ने क्या। मैं एक तो वध बार कह चुका हूँ गुरु मान्य ग्रंथ किसी गुरु साहब का उच्चारण नहीं है, किसी गुरु साहब का मुख वाक नहीं है। ਉਹ ਭਾਜੀ ਕਿ ਨਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਦਾ ਗੁਰੂ ਦੀ ਦਿੱਤੀ ਆ। ਇਹਨੂੰ ਗੁਰੂ ਦੀ ਨਹੀਂ ਬਣਾਇਆ ਕਹਿਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਓ ਮਾਈ ਗॉड, ਨਹੀਂ ਤੁਹਾਡੇ ਕਹਿਣ ਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਨੇ। ਉਹ ਇੱਕ ਸੈਕਿੰਡ ਆਈ ਕੰਡਮ गुरु साहब का उच्चारण नहीं है, गुरु मान्य ग्रंथ किसी गुरु ने नहीं किया, ना गुरु गोबिंद सिंह ने या किसी और ने। पर मैं ये कहना सिखा ने जो गुरु प्रवान कर लिया, चाहे किसी कवि ने कह दिता वो गल ही मनी जाएगी। इस तरह जो कोई कवि कह देता है चार मूले तो क्या हुआ, वो भी गुरु साहब ने खुद नहीं किया, गुरु प्रति श्रद्धा किसी कवि ने किया। मैं कहना वो ठीक किया, गल कोई कुछ नहीं, गुरु के हवाले नाल भी क्या भी कोई गलत नहीं। पर जे असीं कहिए भी गुरु साहब ने क्या चार मूले बिल्कुल नहीं, दसम चाहती है आज्ञा भई अकाल की तभी चलाओ पंथ सब सिखन को हुक्म है, गुरु मान्यो ग्रंथ। इनू किस तरीके नाल तुसीं कह रहे हो? गुरु साडी बाणी है, पर दसम साडी बाणी है, दसम साडी बाणी है। दसम ग्रंथ गुरु ग्रंथ नहीं, ਉਹਨੂੰ ਅਸੀਂ ਗੁਰੂ ਨਹੀਂ ਮੰਨਦੇ। ਤੁਸੀਂ ਨਾ ਮੰਨੋ, ਮੈਂ ਜਦੋਂ ਅੰਮ੍ਰਿਤ ਛਕਦਾ ਮੈਨੂੰ ਪੰਜਾਂ ਦਾ ਜਿਹੜਾ ਹੁਕਮ ਹੁੰਦਾ ਆ, ਉਸ ਤੇ ਜਾਪ ਸਾਹਿਬ ਵੀ ਹੁੰਦਾ ਆ, ਉਸ ਤੇ ਤਰਪਤ ਸਾਹਿਬ ਸੋਈਏ ਵੀ ਆਉਂਦੇ ਆ, ਉਸ ਦੇ ਸ਼ਬਦੀਪ ਜੀ ਮੈਂ ਸੰਦੀਪ ਜੀ ਬਾਕੀ ਗੱਲਾਂ ਦੇ ਵਿਰੋਧ ਚ, ਪਰ ਇੱਥੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਜੇ ਗੁਰੂ ਗੋਬਿੰਦ ਸਾਹਿਬ ਨੇ ਹੁਕਮ ਕੀਤਾ ਤੇ ਉਹਦੇ ਵਿੱਚ ਦਰਜ ਹੈ, ਅਸੀਂ ਗੁਰੂ ਗ੍ਰੰਥ ਨੂੰ ਹੁਕਮ ਹੀ ਮੰਨਦੇ ਆ, ਸਾਡੇ ਗੁਰੂ ਦਾ ਹੁਕਮ ਹੈ। ਬੇਸ਼ੱਕ ਮੈਨੂੰ ਸੰਦੀਪ ਜੀ ਸਿੱਖ ਮੰਨਣ ਚਾਹੇ ਨਾ ਮੰਨਣ, ਪਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਹੀ ਆਪਣਾ ਗੁਰੂ ਮੰਨਦਾ ਆ, ਔਰ ਇਹ ਹੁਕਮ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੋਇਆ। ਇਹ ਦਸਮ ਗ੍ਰੰਥ ਦੇ ਵਿੱਚ ਜੇ ਦਰਜ ਹੈ ਤੇ ਸਾਡੇ ਲਈ ਉਹ ਹੁਕਮ है। ओके, मेरे को कुछ कॉलर लेना चाहूंगा। दिलराज जी प्लीज, मेरे को कुछ कॉलर ने लास्ट 4 नंबर में जी 2642 सत श्री अकाल जी। 2642 अभी 42। हेलो, हाँ जी सत श्री अकाल जी, तुम अपना नाम दसो मैम। सत श्री अकाल जी, मैं मनप्रीत कौर बोल रही हूँ जी। हाँ जी मनप्रीत जी। हेलो, हाँ जी मनप्रीत जी, कुछ ऑन एयर की कहना चाहोगे? हाँ जी, मैं जी बारे बोल रही हूँ ਜਿਹੜੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਮੰਨਣਾ ਜਾਂ ਨਹੀਂ ਮੰਨਣਾ, ਕੀ ਮੰਨਣਾ। ਬਾਣੀ ਦੇ ਵਿੱਚ ਸਾਰਾ ਗੁਰੂ ਸਾਹਿਬ ਨੇ ਦੱਸਤਾ ਹੀ, ਸਿੱਖਾਂ ਲਈ ਦੱਸਿਆ ਉਹਨਾਂ ਨੇ, ਸਿੱਖਾਂ ਲਈ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹਨਾਂ ਨੂੰ ਬੋਲਣ ਦਾ ਪਤਾ ਨਹੀਂ ਹੈ ਤਾਂ ਬਹੁਤਾ ਨਾ ਬੋਲਣ। ਥੈਂਕ ਯੂ। ਮੈਂ ਮਨਪ੍ਰੀਤ ਜੀ ਮੈਂ ਇਹ ਗੱਲ ਕਲੀਅਰ ਕਰਤੀ ਸੀ ਜੀ। ਹਾਂਜੀ पुलिस जी अगले कॉलर भी जुड़े ने 5446। सत श्री अकाल जी। 5446 लास्ट 4 नंबर है ਤੁਹਾਡੇ ਫੋਨ ਦੇ। ਹੈਲੋ, हाँ जी सत श्री अकाल जी। हाँ जी सत श्री अकाल जी। ਅੱਜ ਡਿਬੇਟ ਤੁਹਾਡੀ ਬਹੁਤ ਵਧੀਆ ਚੱਲ ਰਹੀ ਹੈ, ਪਰ ਜਿਹੜੀ ਗੁਰੂਆਂ ਦੇ ਸੰਬੰਧ ਵਿੱਚ ਤੁਸੀਂ ਥੋੜਾ ਜਿਹਾ ਗਲਤ ਕਈ ਵਾਰੀ ਬੋਲ ਜਾਂਦੇ ਹੋ। ਵੈਸੇ ਸੰਦੀਪ ਦੇ ਜਿਹੜੇ ਵਿਚਾਰ ਹੈਗੇ ਉਹ ਮੈਨੂੰ ਬਹੁਤ ਹੀ ਵਧੀਆ ਲੱਗੇ ਨੇ, ਤੇ ਬਾਕੀ ਅਸੀਂ ਤਾਂ ਗੁਰ ਸਿੱਖ ਉਸ ਨੂੰ ਮੰਨਦੇ ਆ ਜਿਹੜਾ ਕਿ ਚੰਗੇ ਕੰਮ ਕਰੇ। ਤੇ ਕਈ ਲੋਕਾਂ ਦੀਆਂ ਦਾੜੀਆਂ ਰੱਖੀਆਂ ਵਾ, ਕਿਰਪਾਨਾਂ ਪਾਈਆਂ ਵਾ ਤੇ ਉਹ ਭੈੜੇ ਕੰਮ ਕਰਦੇ ਆ, ਹੈ ਨਾ। ਉਹਨਾਂ ਨੂੰ ਉਹ ਕੀ ਸਮਝਦੇ ਵੀ ਅਸੀਂ ਸਿੱਖ ਹੈਗੇ ਆ ਗੁਰੂ ਦੇ, ਮਤਲਬ ਕੰਮ ਚੰਗਿਆਂ ਦੇ ਨਾਲ ਸਿੱਖੀ ਦਾ ਸੰਬੰਧ ਰੱਖਣਾ ਚਾਹੀਦਾ। ਹਾਲਾਂਕਿ ਜਿਹੜੇ 10 ਗੁਰੂ ਹੋਏ ਆ ਉਹਨਾਂ ਬਾਰੇ ਤੁਸੀਂ ਜਿਹੜੇ ਸ਼ਬਦ ਵਰਤਦੇ ਆ ਜਾਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਸਾਨੂੰ ਪੂਜਣਯੋਗ ਨੇ। थैंक यू मैम। एक बहुत ही विषय ਜਿਹੜਾ मैं डिस्कस करना चाहूंगा, मैं सारे पैनलिस्ट ਨੂੰ ਤੇ ਦਰਸ਼ਕਾਂ ਨੂੰ ਚਾਹੂੰਗਾ ਇਹਨੂੰ ਗੌਰ ਨਾਲ ਸੁਣਿਓ, ਕਿਉਂਕਿ ਇਹ ਵੀ ਸਿੱਖਾਂ ਨਾਲ ਰਿਲੇਟਡ ਹੈ, ਗੁਰਦੁਆਰੇ ਨਾਲ ਰਿਲੇਟਡ ਆ, ਤੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੋਊਗੀ। ਬਾਂਗਲਾਦੇਸ਼ ਵਿੱਚ 31 ਹਿਸਟੋਰੀਕਲ ਗੁਰਦੁਆਰੇ ਨੇ। 31 ਐਸਜੀਪੀਸੀ ਉੱਥੇ ਆਪਣੀ ਇੱਕ ਟੀਮ ਭੇਜਦੀ ਆ ਇਹ ਚੈੱਕ ਕਰਨ ਵਾਸਤੇ, ਕਿਉਂਕਿ ਬਾਂਗਲਾਦੇਸ਼ ਮੈਨੂੰ ਕਹਿਣ ਦੀ ਲੋੜ ਨਹੀਂ ਆ, ਉੱਥੇ मुस्लिम कंट्री है या ज्यादा जनसंख्या ਜਿਹੜੀ ਆ ਮੁਸਲਿਮ ਭਾਈਚਾਰੇ ਦੀ ਆ।
ਉੱਥੇ ਜਦੋਂ ਐਸਜੀਪੀਸੀ ਦੀ ਟੀਮ ਜਾਂਦੀ ਆ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਸਿਰਫ 4 ਗੁਰਦੁਆਰੇ ਐਦਾਂ ਦੇ ਨੇ ਜਿਹੜੇ ਕਿ ਪ੍ਰੋਪਰਲੀ ਰਨ ਹੋ ਰਹੇ ਨੇ। ਕੁਝ ਗੁਰਦੁਆਰਿਆਂ 'ਚ ਗ੍ਰੰਥੀ ਵੀ ਨਹੀਂ ਹੈਗੇ ਤੇ ਮੋਸਟਲੀ ਗੁਰਦੁਆਰਿਆਂ ਤੇ ਹਿੰਦੂ ਫੈਮਿਲੀ ਦਾ ਕਬਜ਼ਾ ਵਾ। ਤੇ ਉੱਥੋਂ ਦੇ ਜਿਹੜੇ ਬੰਗਲਾਦੇਸ਼ ਵਿੱਚ ਕਿੰਨੇ ਸਿੱਖ ਰਹਿੰਦੇ ਨੇ, ਕਿੰਨੇ ਸਿੱਖ ਨਹੀਂ ਰਹਿੰਦੇ, ਇਹਦੇ ਬਾਰੇ ਮੈਨੂੰ ਕਮੈਂਟ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ। ਪਰ ਇਹ ਮੁੱਦਾ ਮੈਂ ਸਿਰਫ ਤਾਂ ਡਿਸਕਸ ਕਰ ਰਿਹਾ ਕਿਉਂਕਿ ਅਸੀਂ ਜਿਹੜੀ ਲੜਾਈਆਂ 'ਚ ਪਏ ਹੋਏ ਆ, ਜੇ ਮਿਸਟਰ ਬਾਦਲ ਨੇ, ਜੇ ਮੈਂ ਫਿਰ ਤੋਂ ਕਹਿ ਰਿਹਾ ਜੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਸਿੱਖਾਂ 'ਚ ਪਾੜ ਪਾਈ ਤੇ ਅਸੀਂ ਉਹ ਲੜਾਈ ਤੇ ਮੋਹਰ ਲਾ ਰਹੇ ਹਾਂ। ਜੇ ਕਿਤੇ ਅਸੀਂ ਆਪਣੇ ਆਪ ਨੂੰ ਵੰਡਣ ਦੀ ਬਜਾਏ ਸਾਡੇ ਕੋਲ ਹੋਰ ਬਹੁਤ ਪ੍ਰੋਬਲਮ ਨੇ, ਮੈਂ ਇੱਕ ਪ੍ਰੋਬਲਮ ਤੁਹਾਨੂੰ ਹੁਣੇ ਦੱਸੀ ਆ, ਉਹਦੇ ਵੱਲ ਧਿਆਨ ਦੇ ਲਈਏ ਤੇ ਸ਼ਾਇਦ ਅਸੀਂ ਕੁਝ ਆਪਣਾ ਬਚਾ ਸਕਾਂਗੇ। ਦੂਜੀ ਗੱਲ, ਸਾਡਾ ਜੋਰ ਜੋੜਨ ਤੇ ਕਿ ਅਸੀਂ ਜੋੜ ਲਈਏ ਲੋਕਾਂ ਨੂੰ ਆਪਣੇ ਨਾਲ। ਅਸੀਂ ਜੇ ਸਾਡਾ ਕੋਈ ਬੱਚਾ ਤਾਂ ਮੈਂ ਵੀ ਹੋਵਾਂ, ਮੈਂ ਪੂਰਨ ਸਿੱਖ ਨਹੀਂ ਹੈਗਾ, ਪਰ ਅਸੀਂ ਜੋੜ ਕੇ ਰੱਖੀਏ। ਪਰ ਪਤਾ ਨਹੀਂ ਕਿਉਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹਨੂੰ ਤੋੜਨਾ ਚਾਹੁੰਦੇ ਆ ਤੇ ਤੁਸੀਂ ਸਾਰੇ ਉੱਤੇ ਮੋਹਰ ਲਾ ਰਹੇ ਜੋ ਕਿ ਸਹੀ ਆ। ਜਿਹੜੇ ਮੈਂ ਬੰਗਲਾਦੇਸ਼ ਗੁਰਦੁਆਰੇ ਦੀ ਗੱਲ ਕੀਤੀ ਆ, ਐਸਜੀਪੀਸੀ ਦੀ ਟੀਮ ਗਈ ਸੀ ਉੱਥੇ, ਇੰਡੀਅਨ ਐਕਸਪ੍ਰੈਸ ਤੋਂ ਤੁਸੀਂ ਇਹ ਆਰਟੀਕਲ ਪੜ੍ਹ ਸਕਦੇ ਹੋ। ਤੇ ਮੇਰੇ ਖਿਆਲ ਜੇ ਅਸੀਂ ਸਾਰੇ ਮਿਲ ਕੇ ਏਦਾਂ ਦੇ ਆਪਣੇ ਕੁਝ ਸਿੱਖ ਹੈਰੀਟੇਜ ਜਾਂ ਉਹ ਧਾਰਮਿਕ ਸਥਲ ਜਦੋਂ ਸਾਨੂੰ ਬਚਾਉਣੇ ਚਾਹੀਦੇ ਆ ਉੱਥੇ ਕੰਮ ਕਰ ਲਈਏ ਤੇ ਸ਼ਾਇਦ ਸਾਡਾ ਕੁਝ ਫਾਇਦਾ ਹੋ ਜਾਊਗਾ। ਬਿਲਕੁਲ ਬਾਪੀ ਜੀ, ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਜਿਵੇਂ ਮੁਸਲਮਾਨਾਂ ਦੇ ਵਿੱਚ ਸ਼ੀਆ ਸੁੰਨੀ ਜਾਂ ਹੋਰ ਉਹਨਾਂ ਦੇ ਜਿਹੜੇ ਹੋਰ ਉਹਨਾਂ ਦੇ ਵਿੱਚ ਹੁੰਦੇ ਆ ਉਹ ਲੜ ਰਹੇ ਨੇ ਆਪਸ ਵਿੱਚ, ਇਵੇਂ ਹੀ ਹੁਣ ਸਾਡੇ ਅਕਾਲੀ ਲੀਡਰ ਸਾਨੂੰ ਲੜਾ ਰਹੇ ਨੇ ਸਹਿਜਧਾਰੀ ਤੇ ਅੰਮ੍ਰਿਤਧਾਰੀ ਦੇ ਵਿੱਚ। ਇਹ ਬਹੁਤ ਹੀ ਘਿਨਾਉਣਾ ਅਤੇ ਰੂਪ ਸਾਹਮਣੇ ਦੇਖਣ ਵਾਲਾ ਭਵਿੱਖ ਦੇ ਵਿੱਚ ਮੈਂ ਕਹਿੰਦਾ ਕਿ ਇਹ ਬਹੁਤ ਹੀ ਗਲਤ ਗੱਲ ਹੈ। ਈਵਨ ਕਿ ਜਿਹੜੀ ਢਾਕਾ ਯੂਨੀਵਰਸਿਟੀ ਹੈ ਬਾਂਗਲਾਦੇਸ਼ ਦੀ ਮੰਨੀ ਹੋਈ ਯੂਨੀਵਰਸਿਟੀ ਆ, ਗੁਰਦੁਆਰਾ ਨਾਨਕ ਸ਼ਾਹੀ ਢਾਕਾ ਦੀ ਜ਼ਮੀਨ ਤੇ ਬਣੀ ਹੋਈ ਆ। ਸ਼ਾਇਦ ਇਹ ਗੱਲਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ, ਅਸੀਂ ਉਹਨਾਂ ਗੱਲਾਂ ਦੇ ਪਿੱਛੇ ਲੱਗੇ ਹੋਏ ਆ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਇਕੱਠੇ ਹੋ ਕੇ ਰਹਿਣ ਦੀ ਲੋੜ ਹੈ ਤੇ ਅਸੀਂ ਕਿੱਦਾਂ ਆਪਣੇ ਇਹ ਗੁਰਦੁਆਰੇ ਬਚਾ ਲਈਏ ਜਿਹੜੇ ਗੁਰਦੁਆਰੇ ਅੱਜ ਐਸਜੀਪੀਸੀ ਦੇ ਹੱਕ 'ਚ ਨੇ। ਤੇ ਸਿਰਫ ਐਸਜੀਪੀਸੀ ਅੱਜ ਐਸਜੀਪੀਸੀ 'ਚ ਕੀ ਹੋਣ ਡਿਆ ਮੈਨੂੰ ਵੀ ਦੱਸਣ ਦੀ ਲੋੜ ਨਹੀਂ ਆ, ਉਹ ਤੁਸੀਂ ਸਾਰੇ ਜਾਣੋ ਜੋ। ਹਰਪ੍ਰੀਤ ਜੀ, ਇਹ ਤਾਂ ਬਾਹਰ ਦੇ ਦੇਸ਼ਾਂ ਦੀ ਤੁਸੀਂ ਗੱਲ ਕਰਤੀ, ਇੰਡੀਆ ਦੇ ਵਿੱਚ ਹੀ ਬੜੇ ਇਸ਼ੂ ਨੇ ਇਦਾਂ ਦੇ ਬੇਸ਼ੁਮਾਰ ਇਸ਼ੂ ਨੇ। ਪੰਜਾਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿੰਨੇ ਇਸ਼ੂ ਸਾਹਮਣੇ ਆਏ ਉਹਦੇ ਤੇ ਕੋਈ ਖਾਸ ਗੱਲ ਨਹੀਂ ਕਰਦਾ ਬਾਦਲ ਪਰਿਵਾਰ ਜਾਂ ਹੋਰ ਕੋਈ, ਪਰ ਇਦਾਂ ਦੇ ਇਸ਼ੂਆਂ ਤੇ ਸਭ ਤੋਂ ਮੋਹਰੇ ਹੋ ਜਾਂਦੇ ਨੇ ਸਿਰਫ ਆਪਣੇ ਪੋਲੀਟੀਕਲ ਫਾਇਦੇ ਪਿੱਛੇ। ਉਹ ਆਪਣਾ ਪੋਲੀਟੀਕਲ ਲਾਹਾ ਲੈਣਾ ਚਾਹੁੰਦੇ ਨੇ ਤੇ ਸਾਡੇ ਕਈ ਜਿਹੜੇ ਅੰਮ੍ਰਿਤਧਾਰੀ ਵੀਰ ਉਹ ਇਹਨੂੰ ਬਿਲਕੁਲ ਜਾਇਜ਼ ਚੜਾਉਂਦੇ ਨੇ। ਉਦਾਂ ਉਹ ਕਹਿੰਦੇ ਨੇ ਕਿ ਬਾਦਲ ਸਾਹਿਬ ਬੰਦੇ ਸਹੀ ਨਹੀਂ ਹੈਗੇ, ਪਰ ਜਦੋਂ ਇਹ ਵਾਲਾ ਇਸ਼ੂ ਆਉਂਦਾ ਉਦੋਂ ਉਹਨੂੰ ਬਿਲਕੁਲ ਜਾਇਜ਼ ਚੜਾਉਂਦੇ ਨੇ। ਬਾਕੀ ਮੈਂ ਇੰਨੀ ਗੱਲ ਲਾਸਟ ਦੇ ਵਿੱਚ ਕਹਿਣਾ ਚਾਹਾਂਗਾ, ਥੋੜਾ ਜਿਹਾ ਅਸੀਂ ਜੋ ਬੰਗਲਾਦੇਸ਼ ਦੇ ਮੈਂ ਗੁਰਦੁਆਰੇ ਬਾਰੇ ਗੱਲ ਕੀਤੀ, ਸ਼ਾਇਦ ਸੰਦੀਪ ਸਿੰਘ ਜੀ ਤੁਸੀਂ ਮੇਰੇ ਨਾਲ ਐਗਰੀ ਹੋਗੇ, ਸ਼ਾਇਦ ਬਹੁਤ ਹੀ ਘੱਟ ਸਿੱਖਾਂ ਨੂੰ ਇਹ ਵੀ ਪਤਾ ਹੋਵੇ ਕਿ ਬੰਗਲਾਦੇਸ਼ ਗੁਰਦੁਆਰੇ ਵੀ ਨੇ, ਕਿ ਸ਼ਾਇਦ ਇਹ ਵੀ ਨਹੀਂ ਪਤਾ ਕਿ ਉੱਥੇ ਦੇਖੋ ਹਰਪ੍ਰੀਤ ਜੀ ਮੈਨੂੰ ਇਹ ਲੱਗਦਾ ਆ, ਮੈਂ ਪਹਿਲਾਂ ਹੀ ਇਸ ਗੱਲ ਦੀ ਮਾਫੀ ਮੰਗ ਰਿਹਾ ਹਾਂ, ਪਰ ਮੈਨੂੰ ਇਹ ਲੱਗਦਾ ਕਿ ਅਸੀਂ ਆਪਣੀ ਸੋਚ ਦੇ ਹਿਸਾਬ ਦੇ ਨਾਲ ਪਰਿਭਾਸ਼ਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਹਿਸਾਬ ਨਾਲ ਸਾਡੀ ਸੋਚ ਉੱਥੇ ਤੱਕ ਜਾ ਹੀ ਨਹੀਂ ਸਕਦੀ ਜਿੱਥੇ ਤੱਕ ਤੁਸੀਂ ਬੰਗਲਾਦੇਸ਼ ਦੀ ਗੱਲ ਕੀਤੀ ਆ। ਮੈਂ ਬੰਗਲਾਦੇਸ਼ ਤੱਕ ਕਿਉਂ ਜਾਣਾ ਆ, ਮੈਂ ਹਿੰਦੁਸਤਾਨ ਦੇ ਹਰੀਦਵਾਰ ਤੱਕ ਚਲੇ ਜਾਂਦਾ ਹਾਂ ਤੇ ਹਰੀਦਵਾਰ ਦੇ ਵਿੱਚ 84 ਦੇ ਵਿੱਚ ਜਿਹੜੇ ਗੁਰਦੁਆਰੇ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਸਥਾਨ ਵਿਰਾਜਮਾਨ ਸੀ, ਉਸ ਦੀ ਕੀ ਸਿਚੁਏਸ਼ਨ ਆ ਅਸੀਂ ਭਲੀ ਭਾਂਤੀ ਜਾਣਦੇ ਹੈਗੇ ਆ। ਸੋ ਬੰਗਲਾਦੇਸ਼ ਦਾ ਮੈਂ ਇੱਕ ਸੈਕਿੰਡ ਆ ਰਿਹਾ ਮੈਂ 31 ਹਿਸਟੋਰੀਕਲ ਗੁਰਦੁਆਰੇ ਨੇ, ਹਿਸਟੋਰੀਕਲ ਜਿਨ੍ਹਾਂ ਨੂੰ ਅੱਜ ਅਸੀਂ ਇੱਕ ਸੈਕਿੰਡ। ਦੂਸਰੀ ਗੱਲ ਕਿ ਜਦੋਂ ਇਹ ਗੱਲ ਆ ਜਾਵੇ ਕਿ ਇੱਕ ਬੰਦਾ ਜਿਹੜਾ ਆ ਉਹ ਨੇਕਾਂ ਗਲਤੀਆਂ ਕਰਦਾ ਆ ਤੇ ਅਸੀਂ ਕਹੀਏ ਕਿ ਉਹ ਗਲਤ ਆ, ਇਹ ਮੇਰਾ ਖਿਆਲ ਆ ਚੰਗੀ ਗੱਲ ਆ, ਬਟ ਅਗਰ ਅਸੀਂ ਉਹਦੇ ਨਾਲ ਈਰਖਾ ਕਰਨ ਲੱਗ ਜਾਈਏ ਤੇ ਮੈਨੂੰ ਲੱਗਦਾ ਕਿ ਉਹ ਗਲਤ ਆ। ਜਿੱਥੇ ਬੰਦਾ ਗਲਤ ਹੋਵੇ ਉਹਨੂੰ ਗਲਤ ਕਹਿਣਾ ਚਾਹੀਦਾ ਆ, ਜਿਹੜੀ ਗੱਲ ਉਹਦੀ ਸਹੀ ਹੋਵੇ ਉਹਨੂੰ ਸਹੀ ਕਹਿਣਾ ਚਾਹੀਦਾ ਆ। ਹਾਂ, ਅਸੀਂ ਈਰਖਾ ਨਹੀਂ ਕਰ ਸਕਦੇ ਕਿਸੇ ਦੇ ਨਾਲ ਵੀ। ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿਉਂਕਿ ਦਿਲਰਾਜ ਸਵਦੀਪ ਜੀ ਉਹਨਾਂ ਨੇ ਬਾਈ ਨੇਮ ਮੇਰੇ ਤੇ ਗੱਲ ਕੀਤੀ ਸੀਗੀ, ਪਤਾ ਨਹੀਂ ਉਹ ਜਾਂ ਤਾਂ ਉਹਨਾਂ ਦੇ ਕੋਲ ਮੇਰੀ ਆਵਾਜ਼ ਕਲੀਅਰਲੀ ਨਹੀਂ ਪਹੁੰਚਦੀ ਤੇ ਜਾਂ ਕਿ ਨਾ ਮੈਂ ਉਹ ਮੇਰੀ ਗੱਲ ਚੰਗੀ ਤਰ੍ਹਾਂ ਉਹਨਾਂ ਨੇ ਸੁਣੀ ਨਹੀਂ। ਮੈਂ ਇਹ ਗੱਲ ਕਹੀ ਸੀ
ਮੈਂ ਬਿਲਕੁਲ ਨਹੀਂ ਇਹ ਗੱਲ ਕਹੀ ਕਿ ਸਾਨੂੰ ਹਿਸਟਰੀ ਦੇ ਉੱਤੇ ਅਮਲ ਨਹੀਂ ਕਰਨਾ ਚਾਹੀਦਾ ਜਾਂ ਬਾਣੀ ਤੇ ਅਮਲ ਨਹੀਂ ਕਰਨਾ ਚਾਹੀਦਾ। ਹਿਸਟਰੀ ਜਿਹੜਾ ਆ ਉਹ ਸਾਡਾ ਮਾਰਗਦਰਸ਼ਕ ਹੁੰਦਾ ਆ, ਉਹ ਸਾਨੂੰ ਪਿਛਲੀਆਂ ਹਿਸਟੋਰੀਕਲ ਇਵੈਂਟਸ ਤੋਂ ਅੱਗੇ ਚੱਲਣ ਦਾ ਰਸਤਾ ਦਿਖਾਉਂਦਾ ਆ। ਮੈਂ ਇਹ ਗੱਲ ਜ਼ਰੂਰ ਕਹੀ ਸੀ, ਕਰਾਂਗਾ ਜੀ, ਵਿੱਚ ਨਹੀਂ ਬੋਲਦਾ। ਹਾਂ, ਇਸ ਦੇ ਨਾਲ ਮੈਂ ਇਹ ਗੱਲ ਜ਼ਰੂਰ ਕਹੀ ਸੀਗੀ ਕਿ ਜਿਹੜੀ ਬਾਣੀ ਆ ਉਹ ਸਾਡਾ ਸੁਪਰੀਮ ਆ ਤੇ ਉਹਦੀ ਗੱਲ ਅਸੀਂ ਮੰਨਣੀ ਆ। ਹਾਂ, ਕੁਝ ਬੰਦਿਆਂ ਦੀ ਇਸ਼ੂਜ਼ ਨੇ ਕਿ ਉਹ ਸਾਡੇ ਪ੍ਰਾਇਮਰੀ ਗ੍ਰੰਥ ਅਤੇ ਜੋ ਕਿ ਗੁਰੂ ਗ੍ਰੰਥ ਸਾਹਿਬ ਨੇ ਅਤੇ ਸੈਕੰਡਰੀ ਗ੍ਰੰਥਸ ਵੀ ਨੇ ਜਿਨ੍ਹਾਂ ਤੋਂ ਅਸੀਂ ਉਪਦੇਸ਼ ਲੈਣੇ ਹੁੰਦੇ ਆ, ਭਾਵੇਂ ਉਹ ਗੁਰੂ ਸਾਹਿਬ ਦੀ ਜਿਹਨੂੰ ਅਸੀਂ ਕੁੰਜੀ ਕਹਿੰਦੇ ਆ, ਉਹ ਸਾਡੇ ਰੈਫਰੈਂਸਲ ਗ੍ਰੰਥ ਨੇ ਜਿਨ੍ਹਾਂ ਤੋਂ ਅਸੀਂ ਰੈਫਰੈਂਸਿਸ ਦੇ ਤੌਰ ਤੇ ਉਹਨਾਂ ਨੂੰ ਗਿਆਨ ਗੇਨ ਕਰਦੇ ਹੈਗੇ। ਸੋ ਇਹ ਸਾਡਾ ਆਪਣਾ ਅੰਦਰੂਨੀ ਮਸਲਾ ਆ, ਇਹ ਅਸੀਂ ਆਪੇ ਹੱਲ ਕਰਨਾ ਜਾਣਦੇ ਹਾਂ। ਜਿੱਥੇ ਤੱਕ ਮੇਰੀ ਗੱਲ ਸੀ, ਮੈਂ ਇਹ ਗੱਲ ਜ਼ਰੂਰ ਕਹੀ ਔਰ ਅੱਜ ਵੀ ਉਸ ਗੱਲ ਦੇ ਉੱਤੇ ਖੜਾ ਬਿਲਕੁਲ ਉਸ ਗੱਲ ਨੂੰ ਸਹੀ ਮੰਨਦਾ ਹੈ ਕਿ ਜਿਹੜਾ ਧਰਮ ਆ, ਜਿਹੜਾ ਉਹ ਇੱਕ ਸਪਿਰਚੁਅਲ ਰਸਤਾ ਆ, ਉਸ ਦੇ ਵਿੱਚ ਡਿਬੇਟ ਦੀ ਜਗ੍ਹਾ ਨਹੀਂ ਹੈਗੀ। ਡਿਬੇਟ ਦਾ ਭਾਵ ਇਹ ਨਹੀਂ ਹੈਗਾ ਕਿ ਅਸੀਂ ਡਿਬੇਟ ਨਾ ਕਰੀਏ, ਉਹਦਾ ਮਤਲਬ ਇਹ ਹੈਗਾ ਆ ਕਿ ਇਹ ਸ਼ਰਧਾ ਦਾ ਰਸਤਾ ਹੁੰਦਾ ਆ। ਇਸ ਦੇ ਵਿੱਚ ਹਰ ਚੀਜ਼ ਨੂੰ ਵਾਈਟ ਜਾਂ ਬਲੈਕ ਦੇ ਵਿੱਚ ਪੇਂਟ ਨਹੀਂ ਕੀਤਾ ਜਾ ਸਕਦਾ ਹੈਗਾ। ਦਿਲਰਾਜ ਜੀ ਨੇ ਵੀ ਇੱਕ ਗੱਲ ਕੀਤੀ ਸੀਗੀ ਕਿ ਸੰਦੀਪ ਸਿੰਘ ਕੌਣ ਹੁੰਦਾ ਆ ਕਿਸੇ ਨੂੰ ਸਿੱਖ ਕਹਿਣ ਲਈ ਜਾਂ ਸਹਿਜਧਾਰੀ ਸਿੱਖ ਕਹਿਣ ਲਈ। ਮੈਂ ਤਾਂ ਕਿਸੇ ਨੂੰ ਸਹਿਜਧਾਰੀ ਸਿੱਖ ਕਿਹਾ ਹੀ ਨਹੀਂ ਦਿਲਰਾਜ ਵੀਰ, ਇਹ ਤਾਂ ਤੁਸੀਂ ਆਪੇ ਹੀ ਕਹੀ ਜਾਂਦੇ ਹੈਗੇ ਕਿ ਅਸੀਂ ਸਹਿਜਧਾਰੀ ਸਿੱਖ ਹਾਂ। ਔਰ ਤੁਸੀਂ ਵੀ ਕਿਹਾ ਇੱਕ ਸੈਕਿੰਡ, ਤੁਸੀਂ ਵੀ ਕਿਹਾ ਤੇ ਕੁਲਵੀਰ ਜੀ ਨੇ ਵੀ ਕਿਹਾ। ਮੈਂ ਤਾਂ ਇਹ ਗੱਲ ਕਹਿੰਦਾ ਆ ਕਿ ਜਿਹੜਾ ਸਿੱਖ ਆ ਉਹਨੂੰ ਜੋ ਗੁਰੂ ਸਾਹਿਬ ਨੇ ਹੁਕਮ ਲਾਇਆ ਉਸ ਦੇ ਉੱਤੇ ਅਮਲ ਕਰਨਾ ਚਾਹੀਦਾ ਆ। ਸਾਨੂੰ ਇੱਕ ਰੂਪ ਦਿੱਤਾ ਗਿਆ ਆ ਜਿਹੜਾ ਲੱਖਾਂ ਦੇ ਵਿੱਚ ਤੁਹਾਨੂੰ ਅਲੱਗ ਕਰਕੇ ਦਿਖਾਉਂਦਾ ਆ। ਇਸ ਰੂਪ ਵਿੱਚ, ਇਸ ਆਇਡੈਂਟੀਟੀ ਪਿੱਛੇ ਲੱਖਾਂ ਕੁਰਬਾਨੀਆਂ ਹੋਈਆਂ ਨੇ। ਉਹਨਾਂ ਜਿਹੜਾ ਹੁਕਮ ਗੁਰੂ ਨੇ ਲਾਤਾ ਕਿ 5 ਕਕਾਰੀ ਹੋਣਾ ਹੈ, ਮਤਲਬ ਹੋਣਾ ਆ, ਉਹਦੇ ਉੱਤੇ ਕੋਈ ਕੁਐਸਚਨਿੰਗ ਹੈ ਹੀ ਨਹੀਂ, ਉਸ ਦੇ ਉੱਤੇ ਕੋਈ ਡਿਬੇਟ ਹੈ ਹੀ ਨਹੀਂ ਆ। ਬਾਕੀ ਹਰ ਇੱਕ ਨੂੰ ਮਨਜ਼ੂਰ ਹੈ। ਮੈਂ ਤੁਹਾਡੇ ਨਾਲ ਮੈਂ ਪੂਰੇ ਐਗਰੀ ਹਾਂ, ਉਹ ਤੇ ਕੋਈ ਕੁਛ ਨਹੀਂ ਹੈਗੀ। ਪਰ ਕੀ ਸਿਰਫ 5 ਕਕਾਰੀ ਨਾ ਹੁੰਦਾ ਵੋਟਿੰਗ ਹੱਕ ਵੋਟ ਹੱਕ ਤੱਕ ਹੀ ਉਹਨੂੰ ਲੈ ਕੇ ਚੱਲਾਂਗੇ, ਹੋਰ ਕਿਸੇ ਚੀਜ਼ ਵਿੱਚ ਨਹੀਂ, ਸਗੋਂ ਇਹ ਗਾਈਡ ਕਰਨਾ ਨਹੀਂ ਹੈਗਾ ਯਾਰ। ਮੈਂ ਤੁਹਾਡੇ ਤੋਂ ਸਵਾਲ ਕਰਦਾ ਕਿ ਦਰਬਾਰ ਸਾਹਿਬ ਦੇ ਵਿੱਚ ਕੀ ਨਹੀਂ ਤੁਸੀਂ ਗਲਤ ਗੱਲ ਕੀਤੀ ਆ। ਤੁਸੀਂ ਕਿਹਾ ਸਿਰਫ ਵੋਟ ਦਾ ਹੱਕ ਤੁਹਾਨੂੰ, ਜਿਹੜੇ ਬੰਦੇ ਅੰਮ੍ਰਿਤਧਾਰੀ ਨਹੀਂ ਉਹਨਾਂ ਨੂੰ ਦਰਬਾਰ ਸਾਹਿਬ 'ਚ ਕੀਰਤਨ ਵੀ ਨਹੀਂ ਕਰਨ ਦਿੱਤਾ ਜਾਂਦਾ ਹੈਗਾ, ਕਿਉਂਕਿ ਉਹਦੇ ਲਈ। ਹਾਂਜੀ ਕਰੋ। ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੰਦੀਪ ਜੀ ਕਿ ਜੇ ਸਿਰਫ ਵੋਟ ਦਾ ਹੱਕ ਦੇਣ ਜਾਂ ਨਾ ਦੇਣ ਦੇ ਨਾਲ ਕੋਈ ਬਿਲਕੁਲ ਸਿੱਖ ਬੰਦਾ ਵਾ ਤੇ ਕੋਈ ਨਹੀਂ ਸਿੱਖ ਬੰਦਾ, ਉਹਦਾ ਕੋਈ ਫਾਇਦਾ ਨਹੀਂ। ਇੱਕ ਹੁਣੇ ਕਾਲਰ ਦੀ ਕਾਲ ਆਈ ਸੀ, ਬੀਬੀ ਦੀ, ਬਹੁਤ ਵਧੀਆ ਨੇ ਗੱਲ ਕੀਤੀ ਕਿ ਸੱਚੀ ਸੁੱਚੀ ਲੋਕਾਂ ਦਾ ਭਲਾ ਕਰਨਾ ਚਾਹੀਦਾ, ਸੱਚ ਬੋਲਣਾ ਚਾਹੀਦਾ। ਇਹ ਸਾਰੇ ਸਿੱਖੀ ਸਿਧਾਂਤ 5 ਕਕਾਰੀ ਸਿਧਾਂਤ ਨਹੀਂ ਆ। ਬਿਲਕੁਲ ਹੈਗਾ ਵਾ। ਸਿੱਖੀ ਸਿਧਾਂਤ 5 ਕਕਾਰੀ ਸਿਧਾਂਤਾਂ ਤੋਂ ਵੱਖਰੇ ਨੇ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਇੱਕ ਸਿੱਖੀ, ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਸਿੱਖੀ ਝੰਡਾ ਦਿੱਤਾ ਤੇ ਗੁਰੂ ਗੋਬਿੰਦ ਸਾਹਿਬ ਨੇ ਇੱਕ ਅਲੱਗ ਝੰਡਾ ਦਿੱਤਾ। ਨਾਈਸ। ਇੱਕ ਮਿੰਟ ਹੁਣ ਮੈਨੂੰ ਕੰਪਲੀਟ ਕਰ ਲੈਂਦੇ ਹੋ ਸੰਦੀਪ ਜੀ। ਪ੍ਰਕਾਰ ਦਾ ਕਰੇ ਤਾਂ ਬਾਕੀਆਂ ਨੂੰ ਮੈਂ ਬੇਨਤੀ ਕਰੂੰਗਾ ਦਰਬਾਰ ਜੀ ਤੋਂ ਬਾਅਦ। ਨਹੀਂ, ਮੈਂ ਹਰਪ੍ਰੀਤ ਜੀ ਟਾਈਮ ਮੈਨੂੰ ਵੀ ਚਾਹੀਦਾ ਜੀ, ਬਹੁਤ ਦੇਰ ਹੋ ਗਈ ਮੈਂ ਬੋਲਿਆ ਨਹੀਂ ਜੀ। ਸਰ ਜੇ ਸਾਰਿਆਂ ਦੀ ਆਗਿਆ ਹੋਵੇ ਤੇ ਮੈਂ 2 ਮਿੰਟ ਲੈ ਸਕਦਾ। ਸਰ ਆਪਾਂ ਬਿਲਕੁਲ ਸਿਰਫ ਅੰਮ੍ਰਿਤਧਾਰੀ ਹੋਣ ਦੇ ਨਾਲ ਕੋਈ ਸਿੱਖ ਨਹੀਂ ਹੁੰਦਾ। ਇਹ ਕਹਾਂਗਾ ਬਹੁਤ ਇੰਪੋਰਟੈਂਟ ਚੀਜ਼ ਹੈ ਅੰਮ੍ਰਿਤ ਧਾਰਨਾ। ਮੈਂ ਬਿਲਕੁਲ ਇਸ ਗੱਲ ਨਾਲ ਐਗਰੀ ਨਾ। ਸਿੱਖ ਬਣਨ ਲਈ ਅੰਮ੍ਰਿਤ ਧਾਰਨਾ ਗੁਰੂ ਸਾਹਿਬ ਨੇ ਕਿਹਾ ਵਾ, ਮੈਂ ਬਿਲਕੁਲ ਐਗਰੀ ਨਾ। ਪਰ ਸਿਰਫ ਅੰਮ੍ਰਿਤਧਾਰੀ ਹੋਣ ਦੇ ਨਾਲ ਕੋਈ ਸੱਚਾ ਸੁੱਚਾ ਸਿੱਖ ਨਹੀਂ ਬਣਦਾ, ਉਹਦੇ ਲਈ ਕਈ ਕੁਝ ਕਰਨਾ ਪੈਂਦਾ ਵਾ। ਕਿ ਅੱਜ ਲੋਕੀ ਪ੍ਰਕਾਸ਼ ਸਿੰਘ ਬਾਦਲ ਨੂੰ, ਤੁਹਾਡੇ ਵਰਗੇ ਲੋਕੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਨਾ ਮੈਂ ਗੱਲ ਕਰਾਂ, ਕਿਸੇ ਹੋਰ ਦੀ ਗੱਲ ਕਰਾਂ, ਅਕਾਲੀ ਲੀਡਰ ਦੀ, ਕੀ ਉਹਨਾਂ ਨੂੰ ਸਿੱਖ ਕਹਿੰਦੇ ਆ? ਆਪਾਂ ਐਸਜੀਪੀਸੀ ਦੇਖੋ ਜੀ, ਸੰਦੀਪ ਸਿੰਘ ਉਹਨਾਂ ਦੇ ਹਿਸਾਬ ਨਾਲ ਬਾਦਲ ਵੀ ਸਿੱਖ ਆ, ਮੱਕੜ ਵੀ ਸਿੱਖ ਆ। ਆਪਾਂ ਅਵਤਾਰ ਸਿੰਘ ਮੱਕੜ ਦੀ ਗੱਲ ਕਰੀਏ, ਐਸਜੀਪੀਸੀ ਦੇ ਪ੍ਰਧਾਨ ਹੈ, ਸਿੱਖ। ਜਿੰਨੀਆਂ ਤੁਸੀਂ ਲੋਕਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀਗੀ ਉਹਨਾਂ ਨੂੰ ਗਾਲਾਂ ਕੱਢੀਆਂ ਇੱਕ ਅੰਮ੍ਰਿਤਧਾਰੀ ਬੰਦੇ ਨੂੰ, ਕੀ ਉਹ ਜਾਇਜ਼ ਸੀਗਾ? ਇਹਦਾ ਜਵਾਬ ਦੇ ਸਕਦਾ ਮੈਂ? ਸਹੀ ਸਿੱਖ ਸੀ ਜਾਂ ਕੀ ਉਹ ਸਹੀ ਸਿੱਖ ਸੀ? ਹਾਂਜੀ, ਹੁਣ ਇਹਦਾ ਜਵਾਬ ਦੇਦਾ ਮੈਂ? ਪਲੀਜ਼ ਦੇਖੋ ਫਿਰ ਦਿਲਰਾਜ ਜੀ ਦਾ ਮੈਨੂੰ ਜਵਾਬ ਦੇ ਲੈਣ ਦਿਓ ਪਲੀਜ਼। ਲੋ ਮੇਰੇ ਤੇ ਸਵਾਲ ਹੋ ਰਿਹਾ ਦਿਲਰਾਜ ਜੀ, ਸਰਦੀਪ ਜੀ ਮੈਂ ਕਿਵੇਂ ਨਾ ਜਵਾਬ ਦੇਵਾਂ, ਤੁਸੀਂ ਮੈਨੂੰ ਦੱਸ ਦਿਓ। ਸੰਦੀਪ ਤੋਂ ਬਾਅਦ ਮੈਨੂੰ ਬੋਲ ਲੈਣ ਦੇਣਾ, ਫਿਰ ਨਾ ਕੋਈ ਵਿੱਚ। ਹਾਂਜੀ ਦਿਲਰਾਜ ਜੀ, ਗੱਲ ਇਦਾਂ ਹੈ ਕਿ ਪਤਾ ਨਹੀਂ ਜਾਂ ਤਾਂ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ ਜਾਂ ਮੈਂ ਸਮਝਾਉਣ 'ਚ ਨਾਕਾਮਯਾਬ ਹਾਂ। ਹੋ ਸਕਦਾ ਕਿ ਮੇਰੀ ਨਲਾਇਕੀ ਹੋਵੇ।
ਬਟ ਕਿ ਨਾ ਬਿਲਕੁਲ ਵੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਸਿੱਖ ਹੈਗੇ ਹੋ ਜਾਂ ਨਹੀਂ, ਜਾਂ ਇਹ ਬੰਦਾ ਸਹੀ ਆ। ਇੰਡੀਵਿਜੂਅਲ ਤੌਰ ਦੀ ਤਾਂ ਮੈਂ ਗੱਲ ਹੀ ਨਹੀਂ ਕੀਤੀ। ਮੈਂ ਨਾ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕਵਾਂ, ਨਾ ਮੈਂ ਨਾ ਸਿੱਖ ਕਵਾਂ, ਨਾ ਮੈਂ ਮੱਕੜ ਨੂੰ ਸਿੱਖ ਕਵਾਂ, ਨਾ ਮੈਂ ਨਾ ਸਿੱਖ ਕਵਾਂ। ਮੈਂ ਤਾਂ ਇਹ ਗੱਲ ਕਹਿ ਰਿਹਾ ਆ ਕਿ ਸਿੱਖ ਦੀ ਪਰਿਭਾਸ਼ਾ ਡਿਕਲੇਅਰਡ ਆ, ਉਸ ਦੇ ਉੱਤੇ ਕੋਈ ਡਿਬੇਟ ਨਹੀਂ। ਹਾਂ, ਇੰਡੀਵਿਜੂਅਲ ਕੁਝ ਗਲਤੀਆਂ ਕਰਦੇ ਆ, ਨਹੀਂ ਕਰਦੇ ਆ, ਉਹ ਪੂਰੀ ਕਮਿਊਨਿਟੀ ਦੇ ਉੱਤੇ ਮੈਟਰ ਨਹੀਂ ਕਰਦਾ ਹੈਗਾ। ਪਰ ਜਿਹੜਾ ਅੰਮ੍ਰਿਤ ਦਾ ਸਿਧਾਂਤ ਆ ਉਹ ਬਹੁਤ ਕਲੀਅਰ ਆ, ਉਹ ਸਾਨੂੰ ਹੁਕਮ ਆ, ਉਹ ਸਿਰ ਮੱਥੇ ਪ੍ਰਵਾਨ ਹੈ। ਮੈਂ ਤਾਂ ਇਹ ਗੱਲ ਕਹਿ ਰਿਹਾ ਰਾਈਟ ਦੀ ਗੱਲ ਹੋ ਰਹੀ ਹੈ, ਤੁਸੀਂ ਅੰਮ੍ਰਿਤ ਦੇ ਸਿਧਾਂਤ ਦੇ ਨਾਲ ਤੁਸੀਂ ਰਾਈਟ ਦੀ ਗੱਲ ਹੋ ਰਹੀ ਹੈ। ਗੱਲ ਹੈ ਕਿ ਤੁਸੀਂ ਡਿਸਕਸ ਕਰ ਸਕਦੇ ਹੋ, ਨਾ ਕੁਝ ਡਿਸਕਸ ਕਰ ਸਕਦਾ। ਤੁਸੀਂ ਭਗਤ ਹੁਣੇ ਕਹਿ ਕੇ ਹਟੇ ਹੋ ਕਿ ਤੁਸੀਂ ਉਹਨੂੰ ਸਿੱਖ ਮੰਨਦੇ ਕਿ ਨਹੀਂ ਮੰਨਦੇ, ਮੈਂ ਤਾਂ ਉਹਦਾ ਜਵਾਬ ਦਿੱਤਾ। ਦੇਖੋ ਸੰਦੀਪ ਜੀ ਨੇ ਇਹ ਇਥੋਂ ਗੱਲ ਸ਼ੁਰੂ ਕੀਤੀ ਕਿ ਜਿਵੇਂ ਮੈਂ ਹਿਸਟਰੀ ਤੇ ਸ਼ਰਧਾ ਦੇ ਸਵਾਲ ਦੇ ਉੱਤੇ ਸੰਦੀਪ ਜੀ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ। ਵਿਆਖਿਆ ਜਦੋਂ ਉਹਨਾਂ ਨੇ ਕੀਤੀ, ਬਿਲਕੁਲ ਉਹਨਾਂ ਨੇ ਉਹੀ ਗੱਲਾਂ ਕਹੀਆਂ ਜਿਹੜੀਆਂ ਮੈਂ ਪਹਿਲਾਂ ਕਹਿ ਚੁੱਕਾ। ਮੈਂ ਇਹ ਕਿਹਾ ਕਿ ਜਿਹੜਾ ਕੋਈ ਵੀ ਧਰਮ, ਮੈਂ ਕੱਲੀ ਸਿੱਖੀ ਤੱਕ ਗੱਲ ਵੀ ਸੀਮਿਤ ਨਹੀਂ ਰੱਖੀ, ਕੋਈ ਵੀ ਧਰਮ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਸ਼ਰਧਾ ਨੂੰ ਡਿਬੇਟ ਦਾ ਹਿੱਸਾ ਬਣਾਇਆ ਜਾਵੇ। ਤੇ ਹਿਸਟਰੀ ਹਮੇਸ਼ਾ ਇਹ ਸਵਾਲ ਖੜਾ ਕਰਦੀ ਹੈ ਔਰ ਡਿਬੇਟੇਬਲ ਹੁੰਦੀ ਹੈ, ਉਹਦੇ ਵਿੱਚ ਸਦਾ ਹੀ ਸਵਾਲ ਉੱਠਦੇ ਆ। ਇਹੀ ਗੱਲ ਸੰਦੀਪ ਜੀ ਨੇ ਕਹੀ, ਇਸ ਤੋਂ ਵੱਖਰੀ ਉਹਨਾਂ ਨੇ ਕੋਈ ਗੱਲ ਨਹੀਂ ਕਹੀ। ਇਹ ਗੱਲ ਜਿਹੜੀ ਉਹਨਾਂ ਨੇ ਪਹਿਲਾਂ ਨਹੀਂ ਸੀ ਕਹੀ ਪਰ ਹੁਣ ਕਹਿ ਦਿੱਤੀ ਕਿ ਇਹ ਸਿੱਖਾਂ ਦਾ ਅੰਦਰੂਨੀ ਮਾਮਲਾ, ਸਿੱਖ ਆਪੇ ਨਜਿੱਠਣਗੇ। ਇਟ ਮੀਨ ਮੈਨੂੰ ਪੰਜਾਬੀ ਹੋਣ ਦੇ ਨਾਤੇ, ਇੱਕ ਇਨਸਾਨ ਹੋਣ ਦੇ ਨਾਤੇ ਇਹਦੇ ਤੇ ਡਿਬੇਟ ਕਰਨ ਦਾ ਵੀ ਹੱਕ ਨਹੀਂ। ਮੈਨੂੰ ਨਹੀਂ ਪਤਾ ਇਹਨੂੰ ਹਿਸਟਰੀ ਦੇ ਹਿਸਾਬ ਨਾਲ ਕੀ ਕਿਹਾ ਜਾਏਗਾ, ਸ਼ਰਧਾ ਦੇ ਹਿਸਾਬ ਨਾਲ ਕੀ ਕਿਹਾ ਜਾਏਗਾ। ਮੈਂ ਇੱਕ ਪੰਜਾਬੀ ਹਾਂ, ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਇਆ, ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋਣ ਦੇ ਨਾਤੇ ਮੈਂ ਉਸ ਸਾਰੀ ਪਰੰਪਰਾ ਦਾ ਵਾਰਸ ਹੋਣ ਦਾ ਦਾਅਵੇਦਾਰ ਹਾਂ ਜਿਹੜੀ ਪਰੰਪਰਾ ਪੰਜਾਬ ਦੇ ਗੁਰੂ ਸਾਹਿਬਾਨ ਨੇ ਪੈਦਾ ਕੀਤੀ, ਜਾਂ ਗੁਰੂ ਸਾਹਿਬਾਨ ਤੋਂ ਵੀ ਪਹਿਲਾਂ ਜਿਹੜੇ ਲੋਕਾਂ ਨੇ ਪਰੰਪਰਾ ਪੈਦਾ ਕੀਤੀ। ਮੈਂ ਉਸ ਪਰੰਪਰਾ ਦਾ ਉਨਾ ਹੀ ਹੱਕਦਾਰ ਹੈ ਜਿੰਨਾ ਕੋਈ ਵੀ ਪੰਜਾਬ 'ਚ ਵੱਸਦਾ ਸਿੱਖ ਉਸ ਪਰੰਪਰਾ ਦਾ ਹੱਕਦਾਰ ਹੈ। ਮੈਂ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ, ਮੈਂ ਕੋਈ ਸਹਿਜਧਾਰੀ ਸਿੱਖ ਵੀ ਨਹੀਂ, ਮੈਂ ਬਿਲਕੁਲ ਨੌਨ ਸਿੱਖ ਹਾਂ। ਮੈਂ ਇੱਕ ਐਸੇ ਧਰਮ ਨੂੰ ਬਿਲੋਂਗ ਕਰਦਾ ਕਿ ਜਿਹੜਾ ਵਰਨ ਵਿਵਸਥਾ ਨੂੰ ਮੰਨਦਾ, ਪਰ ਮੈਂ ਐਂਟੀ ਵਰਨ ਵਿਵਸਥਾ ਵਾ। ਗੁਰੂ ਸਾਹਿਬਾਨ ਵੀ ਜਦੋਂ ਉਪਦੇਸ਼ 4 ਵਰਨਾਂ ਕੋ ਸਾਂਝਾ ਕਹਿੰਦੇ ਨੇ, ਤੇ ਜੇ ਮੈਂ ਇਹ ਕਹਾਂ ਕਿ ਮੈਨੂੰ ਤਾਂ ਇੱਥੇ ਆ ਕੇ ਇਹ ਵੀ ਗੱਲ ਲੱਗਦੀ ਕਿ ਗੁਰੂ ਸਾਹਿਬਾਨ ਜਦੋਂ 4 ਵਰਨਾਂ ਨੂੰ ਸਾਂਝਾ ਸੰਦੇਸ਼ ਦਿੰਦੇ, ਮੈਂ ਤਾਂ ਇਸ ਤੋਂ ਵੀ ਅੱਗੇ ਜਾਣਾ ਚਾਹੁੰਦਾ ਕਿ ਵਰਨ ਵਿਵਸਥਾ 100% ਖਤਮ ਹੋਣੀ ਚਾਹੀਦੀ। ਅਸੀਂ ਸਿਰਫ ਤੇ ਸਿਰਫ ਸਭ ਨੂੰ ਸਾਂਝਾ ਸੰਦੇਸ਼ ਦੇਣਾ, ਵਰਨ ਵੰਡ ਕਰਨ ਤੋਂ ਬਾਅਦ ਸਾਂਝੇ ਸੰਦੇਸ਼ ਦੀ ਵੀ ਨਹੀਂ ਲੋੜ। ਹੁਣ ਤੁਸੀਂ ਮੈਨੂੰ ਕਹਿ ਸਕਦੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬ ਤੇ ਵੀ ਸਵਾਲ ਖੜਾ ਕਰ ਰਿਹਾ। ਮੈਂ ਕਹਿੰਦਾ ਇਹ ਇੱਕ ਡਿਬੇਟ ਤੇ ਗੱਲ ਹੈ। ਪਰ ਮੈਂ ਇੱਕ ਗੱਲ ਹੋਰ ਕਹੂੰਗਾ, ਜਦੋਂ ਗੁਰੂ ਸਾਹਿਬ ਨੇ ਇਹ ਗੱਲ ਕਹੀ, ਜਿਸ ਦੌਰ ਦੇ ਵਿੱਚ ਗੁਰਬਾਣੀ ਦਾ ਉਚਾਰਨ ਹੋਇਆ, ਗੁਰੂ ਸਾਹਿਬ ਨੇ ਵੀ ਹਿਸਟੋਰੀਕਲੀ ਉਸ ਸਿਚੁਏਸ਼ਨ ਦੇ ਵਿੱਚ ਬੈਠ ਕੇ ਹੀ ਉਹਦਾ ਉਚਾਰਨ ਕੀਤਾ। ਉਹ ਸਮਾਜ ਤੋਂ ਬਾਹਰ ਜਾ ਕੇ ਨਹੀਂ ਕੀਤਾ। ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਔਰ ਸਿੱਖੀ ਸਮਾਜ ਤੋਂ ਬਾਹਰੀ ਧਰਮ ਨਹੀਂ ਹੈ, ਕਿਉਂਕਿ ਸਿੱਖੀ ਇੱਕੋ ਇੱਕ ਬਾਕੀ ਧਰਮਾਂ ਨਾਲੋਂ ਜਿਹੜਾ ਵੱਖਰਾ ਇਹਦਾ ਪੱਖ ਆ ਵੀ ਇਹਦੇ ਚ ਕੋਈ ਸੰਨਿਆਸ ਨਹੀਂ ਹੈ। ਬੰਦੇ ਨੇ ਸਮਾਜ ਤੋਂ ਬਾਹਰ ਜਾ ਕੇ ਅਧਿਆਤਮਵਾਦੀ ਨਹੀਂ ਹੋਣਾ, ਉਹਨੇ ਸਮਾਜ ਦੇ ਅੰਦਰ ਲੈ ਕੇ ਹੀ ਅਧਿਆਤਮਵਾਦੀ ਹੋਣਾ। ਇਸ ਕਰਕੇ ਗੁਰਬਾਣੀ ਮੁਕਾਬਲਤਨ ਵੱਧ ਸੋਸ਼ਲ ਧਰਮ ਹੈ, ਔਰ ਕੁਰਾਨ ਤੋਂ ਬਾਅਦ ਸਭ ਤੋਂ ਵੱਧ ਸੋਸ਼ਲ ਧਰਮ ਜੇ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਆਉਂਦਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ। ਮੈਂ ਸਮਝਦਾ ਕਿ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਣਾ ਚਾਹੀਦਾ। ਜੇ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਦਾ ਅੰਦਰੂਨੀ ਮਾਮਲਾ, ਮੈਨੂੰ ਲੱਗਦਾ ਬਲਰਾਜ ਜੀ ਜਿਹੜਾ ਇਲਜ਼ਾਮ ਤੁਹਾਡੇ ਤੇ ਲਾਉਂਦੇ ਆ ਉਹ ਬਿਲਕੁਲ ਸਹੀ ਲਾਉਂਦੇ ਆ। ਹਰਪ੍ਰੀਤ ਜੀ, ਮੈਨੂੰ ਇੱਕ ਮਿੰਟ ਜਵਾਬ ਦੇਣ ਦਿਓ, ਕਿਉਂਕਿ ਮੈਂ ਜ਼ਰੂਰ ਚਾਹਾਂਗਾ ਕਿ ਜਦੋਂ ਇਹ ਵੀਡੀਓ ਅਪਲੋਡ ਹੋਵੇ ਤਾਂ ਸਵਦੀਪ ਜੀ ਇੱਕ ਵਾਰੀ ਜ਼ਰੂਰ ਸੁਣਨ। ਪਰ ਜਿਹੜੀ ਗੱਲ ਮੈਂ ਕਹੀ ਉਹਨੂੰ ਰਿਪੀਟ ਕਰਨ ਲੱਗਿਆ, ਕਿਉਂਕਿ ਸਵਦੀਪ ਜੀ ਨੇ ਸਿੱਖਾਂ ਦੇ ਜਿਹੜੇ 10ਮ ਗ੍ਰੰਥ ਦੇ ਉੱਤੇ ਕੁਐਸਚਨਿੰਗ ਕੀਤੀ ਸੀ। ਮੈਂ ਉਹਨਾਂ ਇਸ਼ੂਜ਼ ਦੇ ਉੱਤੇ ਕਿਹਾ ਸੀ ਕਿ ਉਹ ਸਿੱਖਾਂ ਦੇ ਅੰਦਰੂਨੀ ਮਸਲੇ ਨੇ ਤੇ ਉਹ ਸਿੱਖ ਆਪ ਹੱਲ ਕਰਨਗੇ। ਹੋਰ ਉਹਦਾ ਇੱਕ ਕ੍ਰਾਈਟੇਰੀਆ ਹੈਗਾ ਆ ਕਿ ਉਹ ਅਕਾਲ ਤਖਤ ਸਾਹਿਬ ਦੇ ਵਿਚਾਰਿਆ ਜਾਵੇਗਾ ਤੇ ਅਕਾਲ ਤਖਤ ਸਾਹਿਬ ਦੱਸਣਗੇ ਕਿ ਕੀ ਸਹੀ ਹੈ ਕੀ ਗਲਤ ਹੈ। ਅਸੀਂ ਉਹਨੂੰ ਫਿਸ਼ ਮਾਰਕੀਟ ਦੇ ਵਿੱਚ ਨਹੀਂ ਲੈ ਕੇ ਆ ਸਕਦੇ। ਸੋ ਮੈਂ ਉਸ ਪ੍ਰਥਾ ਇਹ ਗੱਲ ਕਹੀ ਸੀ। ਦੂਸਰੀ ਗੱਲ ਜਿਹੜੀ ਸਵਦੀਪ ਜੀ ਉਹਨਾਂ ਨੇ ਕਹੀ ਕਿ ਇਤਿਹਾਸ ਜਿਹੜਾ ਆ ਉਹ ਡਿਬੇਟੇਬਲ ਆ। ਹੋ ਸਕਦਾ ਹੈ ਕਿ ਕੁਝ ਤੱਥਾਂ ਦੇ ਉੱਤੇ ਡਿਬੇਟੇਬਲ ਹੋਵੇ, ਪਰ ਕੁਝ ਤੱਥ ਜਿਹੜੇ ਨੇ ਉਹ ਬਹੁਤ ਕਲੀਅਰ ਨੇ
ਕਿ ਉਹ ਸਾਡਾ ਇਤਿਹਾਸ ਆ। ਇੱਕ ਇਤਿਹਾਸ ਹੁੰਦਾ, ਇੱਕ ਮਿਥਿਹਾਸ ਹੁੰਦਾ ਆ। ਮਿਥਿਹਾਸ ਤਾਂ ਡਿਬੇਟੇਬਲ ਹੋ ਸਕਦਾ ਆ, ਪਰ ਇਤਿਹਾਸ ਡਿਬੇਟੇਬਲ ਨਹੀਂ ਹੋ ਸਕਦਾ। ਹੋਰ ਘੱਟੋ ਘੱਟ ਧਾਰਮਿਕ ਇਤਿਹਾਸ ਵੀ ਡਿਬੇਟੇਬਲ ਨਹੀਂ ਹੋ ਸਕਦਾ ਹੈਗਾ। ਤੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ, ਨਾਲ ਨਾਲ ਅਸੀਂ ਆਪਣੇ ਧਰਮ ਦਾ ਸਤਿਕਾਰ ਕਰਦੇ ਹਾਂ, ਆਪਣੇ ਇਤਿਹਾਸ ਦਾ ਸਤਿਕਾਰ ਕਰਦੇ ਹਾਂ। ਇਸ ਲਈ ਕਿ ਨਾ ਮੈਂ ਉਸ ਦੇ ਉੱਤੇ ਕੋਈ ਡਿਬੇਟ ਹੀ ਨਹੀਂ ਹੈ। ਸੰਦੀਪ ਜੀ, ਇੱਕ ਕੁਐਸਚਨ ਪੁੱਛਣਾ ਚਾਹਾਂਗਾ। ਤੁਸੀਂ ਕਿਹਾ ਕਿ ਅਕਾਲ ਤਖਤ ਸਾਹਿਬ ਦੱਸਣਗੇ, ਬਿਲਕੁਲ ਅਕਾਲ ਤਖਤ ਸਾਹਿਬ ਬਿਲਕੁਲ ਸੁਪਰੀਮ ਹੈ, ਉਹੀ ਦੱਸਣਗੇ। ਹੁਣ ਮੈਨੂੰ ਇਹ ਦੱਸੋ ਕਿ ਕਿਹੜੇ ਜਥੇਦਾਰ ਸਾਹਿਬ ਦੱਸਣਗੇ? ਜਿਹੜੇ ਐਸਜੀਪੀਸੀ ਵੱਲੋਂ ਅਪਾਇੰਟਡ ਜਥੇਦਾਰ ਨੇ ਉਹਨਾਂ ਦੀ ਤੁਸੀਂ ਗੱਲ ਮੰਨੋਗੇ ਕਿ ਜਿਹੜੇ ਸਰਬੱਤ ਖਾਲਸਾ ਨੇ ਜਥੇਦਾਰ ਸਾਹਿਬ ਬਣਾਏ ਸੀਗੇ ਉਹਨਾਂ ਦੀ ਗੱਲ ਮੰਨੀ ਜਾਏਗੀ? ਸਰਬੱਤ ਖਾਲਸਾ ਸੁਪਰੀਮ ਹੁੰਦਾ ਹੈ, ਇਸ ਲਈ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਬੰਦੇ। ਮੈਨੂੰ ਹੁਣ ਗੱਲ ਕਰ ਲੈਣ ਦਿਓ, ਮੈਂ ਬਹੁਤ ਦੇਰ ਦਾ ਇਹ ਪੁਆਇੰਟ ਲੱਭ ਰਿਹਾ ਸੀ। ਜਦੋਂ ਇਹ ਸਰਬੱਤ ਖਾਲਸਾ ਹੋਇਆ, ਕੀ ਉੱਥੇ ਪੰਜ ਕਕਾਰ ਚੈੱਕ ਕਰਕੇ ਸਰਬੱਤ ਖਾਲਸਾ ਵਿੱਚ ਸਿੱਖਾਂ ਨੂੰ ਜਾਣ ਦਿੱਤਾ ਗਿਆ ਸੀ? ਮੈਨੂੰ ਹੁਣ ਸਿਰਫ ਇੰਨੀ ਗੱਲ ਦਾ ਜਵਾਬ ਦੇ ਦਿਓ, ਉਹ ਸਰਬੱਤ ਖਾਲਸੇ ਨੂੰ ਤੁਸੀਂ ਕਿਉਂ ਮਾਨਤਾ ਦਿੰਦੇ ਹੋ ਜਿਹਦੇ ਵਿੱਚ ਸਹਿਜਧਾਰੀ ਜਾਂ ਅੰਮ੍ਰਿਤਧਾਰੀ ਸਿੱਖਾਂ ਦੇ ਵਿੱਚ ਵੰਡ ਨਹੀਂ ਸੀ? ਹਾਂਜੀ, ਇਹਦਾ ਜਵਾਬ ਲਵੋ। ਸਰਬੱਤ ਖਾਲਸਾ ਜਿਹੜਾ, ਹਾਂ ਇਹਦਾ ਜਵਾਬ ਨਹੀਂ ਉਹ ਮਾਨਤਾ ਕਿਉਂ ਦਿੰਦੇ ਹੋ? ਕਿਉਂਕਿ ਜਵਾਬ ਤਾਂ ਲੈ ਦੋ, ਕੀਤੇ ਨੇ ਉੱਤੇ ਤੇ ਜਵਾਬ ਤਾਂ ਲੈ ਲਓ। ਜਵਾਬ ਇਹਦਾ ਮੈਂ ਜਵਾਬ ਜ਼ਰੂਰ ਦੇਵਾਂਗਾ। ਹਾਂ, ਜਵਾਬ ਦੇਵਾਂਗਾ ਮੈਂ। ਹਾਂਜੀ, ਜਵਾਬ ਇਹਦਾ ਇਹ ਹੈ ਜੀ, ਜਿਹੜੇ ਫੈਸਲੇ ਲਿੱਤੇ ਗਏ ਸਨ ਉਹ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਹੀ ਬੰਦ ਕਮਰੇ ਦੇ ਵਿੱਚ ਲਿੱਤੇ ਗਏ, ਜਿਨ੍ਹਾਂ ਨੂੰ ਬਾਹਰ ਆ ਕੇ ਅਨਾਉਂਸ ਕੀਤਾ ਗਿਆ। ਫਿਰ ਉਹਨੂੰ ਸਰਬੱਤ ਖਾਲਸਾ ਕਿਉਂ ਕਹਿੰਦੇ ਹੋ? ਕਿਉਂਕਿ ਸਰਬੱਤ ਖਾਲਸਾ, ਫਿਰ ਉਹਨੂੰ ਸਰਬੱਤ ਖਾਲਸਾ ਕਿਉਂ ਕਹਿੰਦੇ ਹੋ? ਕਿਉਂਕਿ ਤੁਹਾਨੂੰ ਇਤਿਹਾਸ ਦੇ ਵਿੱਚ ਫਿਰ ਸਰਬੱਤ ਖਾਲਸੇ ਦੀ ਡੈਫੀਨੇਸ਼ਨ ਪੜਨ ਦੀ ਲੋੜ ਹੈਗੀ ਆ। ਸਰਬੱਤ ਖਾਲਸਾ ਜਿਹੜੀ ਆ ਉਹ ਕਿ ਨਾਮ ਡਿਫਰੈਂਟ ਆਰਗੇਨਾਈਜੇਸ਼ਨਸ ਦੀ ਇੱਕ ਸਾਂਝੀ ਸੋਚ ਦਾ ਨਤੀਜਾ ਆ, ਜੋ ਰਿਜ਼ਲਟੈਂਟ ਨਿਕਲਦਾ ਆ। ਕਰੋੜਾਂ ਦੀ ਗਿਣਤੀ ਜਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਦੀ ਫੈਸਲੇ ਹੋਏ ਨੇ, ਨਾ ਹੋ ਸਕਦੇ ਨੇ, ਤੇ ਨਾ ਹੀ ਸਰਬੱਤ ਖਾਲਸੇ ਦਾ ਇਹ ਸਿਧਾਂਤ ਹੈਗਾ ਆ। ਸਰਬੱਤ ਖਾਲਸੇ ਦਾ ਸਿਧਾਂਤ ਇਹ ਹੁੰਦਾ ਆ ਕਿ ਜਿੰਨੇ ਮਿਸਲਾਂ ਨੇ, ਜਿੰਨੀਆਂ ਮਿਸਲਾਂ ਸੀਗੀਆਂ, ਉਹ ਸਾਰੀਆਂ ਮਿਸਲਾਂ ਬਹਿੰਦੀਆਂ ਸੀ ਤੇ ਉਹ ਡਿਸੀਜਨਸ ਲੈਂਦੇ ਸੀ, ਨਾ ਕਿ ਪੂਰੀ ਦੀ ਪੂਰੀ ਸੰਗਤ ਬਹਿੰਦੀ ਸੀ ਤੇ ਉਹ ਡਿਸੀਜਨਸ ਲੈਂਦੀਆਂ ਸੀਗੀਆਂ। ਇਹਦੇ ਵਿੱਚ ਤਾਂ ਕਈ ਸੰਗਠਨ ਨਹੀਂ ਬੈਠੇ। ਇਹ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਬੇਸ਼ੁਮਾਰ ਸੰਗਠਨ, ਸਿੱਖ ਸੰਗਠਨ ਏਦਾਂ ਦੇ ਸੀ ਜਿਨ੍ਹਾਂ ਨੇ ਇਹਦਾ ਬਾਈਕਾਟ ਕੀਤਾ ਸੀ, ਚਾਹੇ ਉਹ ਐਸਜੀਪੀਸੀ ਦੇ ਨਾਲ ਨਹੀਂ ਵੀ ਜੁੜੇ ਹੋਣ। ਆਪਾਂ ਸੰਤ ਢੱਡਰੀਆਂ ਵਾਲੇ ਦੀ ਗੱਲ ਕਰੀਏ ਜਾਂ ਹੋਰ ਕਈਆਂ ਪੰਥਪ੍ਰੀਤ ਸਿੰਘ ਜੀ ਦੀ ਗੱਲ ਕਰੀਏ, ਕਈ ਏਦਾਂ ਦੀਆਂ ਜਥੇਬੰਦੀਆਂ ਰਿਲੀਜੀਅਸ ਲੀਡਰ ਸੀ ਜਿਹੜੇ ਸਰਬੱਤ ਖਾਲਸਾ ਦੇ ਨਾਲ ਨਹੀਂ ਜੁੜੇ ਹੋਏ ਸੀ। ਨਹੀਂ ਜੁੜੇ ਸੀ, ਪਰ ਕੀ ਉਹਨਾਂ ਨੇ ਵਿਰੋਧਤਾ ਕੀਤੀ ਇਹਨਾਂ ਜਥੇਦਾਰਾਂ ਦੀ? ਮੇਰਾ ਸਵਾਲ ਤੁਹਾਡੇ ਲਈ ਆਇਆ ਪਬਲਿਕਲੀ, ਕੀ ਉਹਨਾਂ ਨੇ ਇਹ ਜਥੇਦਾਰ ਜਿਹੜੇ ਬਣੇ ਉਹਨਾਂ ਦੀ ਵਿਰੋਧਤਾ ਕੀਤੀ? ਜਦ ਤੱਕ ਉਹ ਵਿਰੋਧਤਾ ਨਹੀਂ ਕਰਦੇ, ਉਹਦੀ ਸਹਿਮਤੀ ਹੈ। ਸਹਿਮਤੀ ਨਹੀਂ ਜਤਾਈ ਉਹਨਾਂ ਨੇ, ਬਿਲਕੁਲ ਸਹਿਮਤੀ ਨਹੀਂ। ਉਹਨਾਂ ਨੇ ਆਲਰੇਡੀ ਉਹ ਜਥੇਦਾਰਾਂ ਦੇ ਵਿਰੁੱਧ ਬੋਲ ਚੁੱਕੇ ਆ ਜਿਹੜੇ ਪੁਰਾਣੇ ਸੀਗੇ। ਦਿਲਰਾਜ ਜੀ, ਢੱਡਰੀਆਂ ਵਾਲੇ ਉਸ ਜਥੇਦਾਰ ਦੇ ਕੀ ਬੋਲੇ ਆ? What do you mean? ਮੈਂ ਸਹਿਮਤੀ ਮੈਂ ਵੀ ਨਹੀਂ ਪ੍ਰਗਟਾਈ ਉੱਥੇ ਆ ਕੇ। ਸਹਿਮਤੀ, ਇੱਕ ਸੈਕਿੰਡ, ਨਹੀਂ ਮੈਂ ਬਿਲਕੁਲ, ਮੈਂ ਉਸ ਦੇ ਉੱਤੇ, ਇੱਕ ਸੈਕਿੰਡ, ਮੈਂ ਉੱਥੇ ਆ ਕੇ ਕਿਹੜਾ ਤੁਹਾਡੇ ਕੋਲ ਸਹਿਮਤੀ ਪ੍ਰਗਟਾਈ ਆ? ਜਾਂ ਕਿੰਨੇ ਅਨੇਕ ਸਿੱਖ ਹੋਣਗੇ ਜਿਨ੍ਹਾਂ ਨੇ ਨਹੀਂ ਪ੍ਰਗਟਾਈ? ਅਨੇਕਾਂ ਸਿੱਖਾਂ ਨੇ ਆ ਕੇ ਸਹਿਮਤੀ ਨਹੀਂ ਪ੍ਰਗਟਾਈ ਹੋਗੀ, ਉਹਨਾਂ ਤੁਹਾਡੇ ਕੋਲ ਘਰ ਆ ਕੇ ਸਰਟੀਫਿਕੇਟ ਦੇਣਗੇ, ਉਹ ਤੁਹਾਡੇ ਕੋਲ ਆ ਕੇ ਸਰਟੀਫਿਕੇਟ ਲੈਣ। ਆਪਾਂ ਇੱਕ ਇੱਕ ਕਰਕੇ ਤੁਸੀਂ ਬੋਲ ਲਓ ਤੇ ਸ਼ਾਇਦ ਮੈਂ ਹਰਪ੍ਰੀਤ ਜੀ, ਮੈਨੂੰ ਹਰਪ੍ਰੀਤ ਜੀ ਦੋ ਗੱਲਾਂ ਕਰਨ ਦਾ ਮੌਕਾ ਦਿੱਤਾ ਜਾਵੇ। ਮੈਨੂੰ ਪਤਾ ਸਮਾਂ 1 ਮਿੰਟ ਵਾਸਤੇ ਜੀ ਚੁੱਪੀ ਬਖਸ਼ੋ। ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਲਾਸਟ 4 ਨੰਬਰ ਨੇ 8815। ਸਤਿ ਸ਼੍ਰੀ ਅਕਾਲ ਜੀ। ਵੈਸੇ ਮੈਂ ਤੁਹਾਡੀ ਡਿਬੇਟ ਦੇ ਵਿੱਚ ਤਾਂ ਨਹੀਂ ਹੈਗੀ ਸ਼ਾਮਿਲ ਹੋਣਾ ਚਾਹੁੰਦੀ, ਪਰ ਇਹ ਇੱਕ ਚੀਜ਼ ਮੈਂ ਦੱਸਣਾ ਐਡ ਕਰਨਾ ਚਾਹੁੰਦੀ ਕਿ ਥੋੜਾ ਜਿਹਾ ਇਸ ਪ੍ਰੋਗਰਾਮ ਨੂੰ ਬੈਟਰ ਬਣਾਉਣ ਲਈ ਜੇ ਤੁਸੀਂ ਸੰਗਤਾਂ ਤੋਂ ਵੀ ਸੁਝਾਅ ਲਓ ਤਾਂ ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਜਾਂ ਸਰਬੱਤ ਖਾਲਸੇ ਦੇ ਇਸ਼ੂ ਇਹੋ ਜਿਹੇ ਲੈ ਕੇ ਆਉਂਦੇ ਆ ਤੇ ਕੁਝ ਬੰਦੇ ਹੋਣ ਜੇ ਤੁਹਾਡੀ ਕੋਈ ਪਿੱਛੋਂ ਤੁਹਾਨੂੰ ਉਹ ਕਾਉਂਸਲ ਕਰਨ ਜਾਂ ਉਹ ਤੁਹਾਨੂੰ ਤੁਸੀਂ ਕਹੋ ਉਹਨਾਂ ਨੂੰ ਕਿ ਸਾਡਾ ਪ੍ਰੋਗਰਾਮ ਤੁਸੀਂ ਸੁਣਨਾ, ਜਿੱਥੇ ਉਹ ਤੁਹਾਨੂੰ ਕਰੈਕਟ ਕਰ ਸਕਦੇ ਕਿ ਇੱਕ ਬੰਦਾ ਕੋਈ ਵੀ ਨਹੀਂ ਹੈ ਸਹੀ ਗੱਲ ਕਰ ਸਕਦਾ ਜਾਂ ਕਹਿੰਦਾ, ਤਾਂ ਕਿ ਉਹ ਉਸ ਆਧਾਰ ਦੇ ਉੱਤੇ ਉਹਦੇ ਬਾਰੇ ਆਪਣਾ ਵੀ ਉਹ ਦੇ ਸਕਣ। ਜੇ ਆਪਾਂ ਕਿਸੇ ਇੱਕ ਨਾਲ ਜੁੜੀਏ ਜਾਂ ਦੂਜੇ ਨਾਲ ਜੁੜੀਏ ਤਾਂ ਗਲਤ ਆ, ਪਰ ਕੋਈ ਵੀ ਆਪਾਂ ਫਾਈਨਲ ਅਥਾਰਟੀ ਨਹੀਂ ਕਹਿ ਸਕਦੇ ਕਿ ਅਸੀਂ ਹੈਗੇ ਆ। ਦੂਜੀ ਗੱਲ ਹੈਗੀ ਕਿ ਅਸੀਂ ਸਾਰੇ ਇਮੋਸ਼ਨਲ ਤੌਰ ਤੇ ਗੱਲ ਕਰ ਜਾਂਦੇ ਹਾਂ ਜਦੋਂ ਇਹ ਇਸ਼ੂ ਆਉਂਦਾ। ਤੇ ਗੱਲ ਏਦਾਂ ਕਿ ਜਿਹੜੇ ਸਾਡੇ ਪਹਿਲੇ ਗੁਰੂ ਸੀਗੇ, 9 ਗੁਰੂ ਤੱਕ, ਉਹਨਾਂ ਨੇ ਚਰਨ ਪਹੁਲ ਲਈ ਸੀ ਸਾਰਿਆਂ ਨੇ। ਹਰ ਇੱਕ ਗੁਰੂ ਨੇ ਦੂਸਰੇ ਗੁਰੂ ਚਰਨ ਪਹੁਲ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ। ਉਹ ਹੀ ਅੰਮ੍ਰਿਤ ਦੀ ਉਦੋਂ ਪਰਿਭਾਸ਼ਾ ਸੀਗੀ, ਉਸੇ ਤਰ੍ਹਾਂ ਹੀ ਅੰਮ੍ਰਿਤ ਛਕਾਇਆ ਜਾਂਦਾ ਸੀ। ਨੰਬਰ 2 ਤੇ ਇੱਕ ਦਿਨ ਇੱਕ ਹੋਇਆ ਸੀਗਾ ਪ੍ਰੋਗਰਾਮ। ਹਰਪ੍ਰੀਤ ਜੀ ਮੈਨੂੰ ਜਵਾਬ ਦੇਣ ਦਿਓ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਸਜ਼ਾ ਉਮਰ ਕੈਦ ਕਿਉਂ ਆ ਤੇ ਦੂਜਿਆਂ ਵਿੱਚ 10-10 ਸਾਲ ਦੀ ਸਜ਼ਾ ਕਿਉਂ ਆ? ਮੈਨੂੰ ਇਹ ਨਹੀਂ ਪਤਾ ਕਿ ਇਹ ਕਿੰਨੇ ਕੀ
ਕਿੰਨੀ ਕੁ ਚੰਗੀ ਤਰ੍ਹਾਂ ਉਹਨਾਂ ਨੂੰ ਫੜ ਸਕਣ ਜਾਂ ਸਜ਼ਾ ਦੇ ਸਕਣ। ਪਰ ਮੈਂ ਜਿੱਥੋਂ ਤੱਕ ਮੈਂ ਇਹ ਸੋਚੀ ਸੀਗੀ ਕਿ ਸ਼ਾਇਦ ਇਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਾਈਵ ਗੁਰੂ ਨੇ, ਉਹਨਾਂ ਨੂੰ ਅਸੀਂ ਲਾਈਵ ਸਮਝਦੇ ਹਾਂ, ਜਿਉਂਦੇ ਜਾਗਦੇ ਗੁਰੂ ਨੇ, ਤੇ ਜਿਹੜੇ ਦੂਸਰੇ ਧਰਮ ਪੁਸਤਕਾਂ ਨੇ ਉਹ ਇੱਕ ਪੁਸਤਕ ਦਾ ਦਰਜਾ ਆਇਆ ਉਹਨਾਂ ਨੇ। ਸ਼ਾਇਦ ਇਹ ਕਾਰਨ ਹੋਵੇ, ਪਰ ਮੇਰਾ ਖਿਆਲ ਤੁਹਾਡੇ ਕੋਲ ਬੈਠ ਕੇ ਉੱਤੇ ਕੋਈ ਇਹੋ ਜਿਹੀ ਕਾਉਂਸਲਿੰਗ ਵੀ ਹੋਣੀ ਚਾਹੀਦੀ ਹੈ, ਫੀਡਬੈਕ ਦੇਣ ਵਾਲੇ ਜਿਹੜੇ ਸਾਰਿਆਂ ਦੇ ਹੀ ਜਿਹੜੇ ਹੈਗੇ ਸੰਦੇਸ਼ ਉਹਨਾਂ ਨੂੰ ਦੂਰ ਕਰ ਸਕਣ ਤੇ ਲੋਕਾਂ ਨੂੰ ਚੰਗੀ ਨੌਲੇਜ ਦੇ ਸਕਣ, ਬਜਾਏ ਕਿ ਆਪਸ ਵਿੱਚ ਕਸ਼ਮਕਸ਼ ਦੇ। ਔਰ ਮੇਰਾ ਖਿਆਲ ਕੋਈ ਉੱਥੋਂ ਕੋਈ ਗੇਨ ਨਹੀਂ ਹੁੰਦਾ ਜੇ ਕੋਈ ਗੇਨ ਕਰਨਾ ਚਾਹੁੰਦਾ ਤੁਹਾਡੇ ਪ੍ਰੋਗਰਾਮ 'ਚ ਵੇਖਣਾ। ਥੈਂਕ ਯੂ ਜੀ, ਥੈਂਕ ਯੂ ਜੀ। ਓਕੇ ਜੀ। ਅਸੀਂ ਜਿਹੜੇ ਵੀ ਅਸੀਂ ਪ੍ਰੋਗਰਾਮ ਕਰਦੇ ਆ, ਸਾਡੇ ਕੋਲ ਜਿਹੜੀ ਆਪਣੀ ਟੀਮ ਹੈ ਅਸੀਂ ਆਪ ਪ੍ਰਪੇਅਰ ਕਰਦੇ ਹਾਂ, ਕਿਉਂਕਿ ਲਾਈਵ ਸ਼ੋਅ ਹੁੰਦਾ, ਕੋਈ ਵੀ ਇਹ 'ਚ ਫੋਨ ਕਰਕੇ ਹਿੱਸਾ ਲੈ ਸਕਦਾ ਹੈ। ਪਰ ਜੇ ਕਿਸੇ ਵੀ ਦਰਸ਼ਕ ਨੂੰ ਲੱਗਦਾ ਹੈ ਕਿ ਉਹ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਸਾਡੇ ਪ੍ਰੋਗਰਾਮ 'ਚ ਹਿੱਸਾ ਲੈ ਸਕਦੇ ਨੇ, ਤੇ ਸਾਨੂੰ ਜ਼ਰੂਰ ਕੰਸਲਟ ਕਰਨ। ਅਸੀਂ ਤੁਹਾਨੂੰ ਜ਼ਰੂਰ ਸਾਡੇ ਪ੍ਰੋਗਰਾਮ 'ਚ ਅਸੀਂ ਆਪਣਾ ਸੁਭਾਗ ਹੀ ਸਮਝਾਂਗੇ ਜੇ ਤੁਸੀਂ ਦਰਸ਼ਕ ਵੀ ਸਾਡੇ ਪ੍ਰੋਗਰਾਮ 'ਚ ਹਿੱਸਾ ਲੈਣਾ ਚਾਹੋ। ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਹਾਂ ਕਿ ਸਪੀਕਰਾਂ ਨੂੰ ਲਿਆਇਆ ਜਾ ਸਕੇ, ਪਰ ਹਰ ਸਪੀਕਰ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਆ, ਜਾਂ ਸਾਡੇ ਕੋਈ ਇਸ਼ੂਜ਼ ਹੁੰਦੇ ਨੇ, ਜਾਂ ਫਿਰ ਹੋਰ ਕੋਈ ਟੈਕਨੀਕਲ ਰੀਜ਼ਨ ਨੇ, ਜਾਂ ਕਈ ਹੋਰ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਆੜੇ ਆਉਂਦੀਆਂ ਨੇ। ਕੁਲਵੀਰ ਜੀ ਪਲੀਜ਼ ਗੋ ਹੈਡ। ਹਾਂਜੀ ਹਰਪ੍ਰੀਤ ਜੀ, ਇੱਕ ਚੀਜ਼ ਤਾਂ ਮੈਂ ਪਹਿਲਾਂ ਕਲੀਅਰ ਕਰਨੀ ਚਾਹਾਂਗਾ ਕਿ 2-3 ਵਾਰ ਜਿਹੜੀ ਮੈਂ ਇੱਕ ਵਾਰ ਸ਼ੁਰੂ 'ਚ ਗੱਲ ਕੀਤੀ ਸੀ ਉਹਨੂੰ ਬੜਾ ਹੀ ਸੰਦੀਪ ਜੀ ਨੇ ਵੀ ਕੁਝ ਹੋਰ ਟਵਿਸਟ ਦਿੱਤਾ ਸੀਗਾ, ਮੈਨੂੰ ਕਾਲਰਸ ਤੋਂ ਵੀ ਹੋਰ ਟਵਿਸਟ ਆਇਆ। ਪਹਿਲੀ ਗੱਲ ਤੇ ਮੈਂ ਇਹ ਗੱਲ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਮੈਂ ਮੰਨਦਾ ਕਿ ਜਿਹੜੀ ਚਰਨ ਪੌਲ ਸੀ ਉਹਦੇ ਨਾਲ ਗੁਰੂ ਬਣਦੇ ਗਏ ਨੇ, ਉਹ ਕਿਹਨਾਂ ਦੇ ਗੁਰੂ ਸੀ? ਸਿੱਖਾਂ ਦੇ ਗੁਰੂ ਸੀ। ਤੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਸੀ, ਕੀ ਆਪਾਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ? ਉਹ ਵੀ ਸਿੱਖ ਸੀ। ਦੂਸਰੀ ਗੱਲ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਸ ਤੋਂ ਉਦੋਂ ਉਹਨਾਂ ਨੇ 5 ਕਕਾਰਾਂ ਦੀ ਗੱਲ ਕੀਤੀ ਹੈਗੀ ਆ। ਬਿਲਕੁਲ ਅਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ, ਨਾ ਹੀ ਮੇਰੇ 'ਚ ਔਕਾਤ ਹੈਗੀ ਆ ਕਿ ਮੈਂ ਉਹਦੇ ਬਾਰੇ ਗੱਲ ਵੀ ਕਰਾਂ। ਅਸੀਂ ਉਹਦਾ ਆਦਰ ਕਰਦੇ ਹਾਂ, ਸਾਨੂੰ ਪਤਾ ਹੈ। ਪਰ ਮੈਨੂੰ ਵੀ ਪਤਾ ਜੇ ਮੈਂ ਸਹਿਜਧਾਰੀ ਔਰ ਉਹਦੀ ਗੱਲ ਕਰਦਾ ਤਾਂ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਆ ਕਿ ਗੁਰੂ ਸਾਹਿਬ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਸ ਤੋਂ ਪਹਿਲਾਂ ਹਜ਼ਾਰਾਂ ਲੱਖਾਂ ਸਿੱਖ ਗੁਰੂ ਜੀ ਨੂੰ, ਗੁਰੂ ਸਾਹਿਬ ਨੂੰ ਫੋਲੋ ਕਰਦੇ ਸੀਗੇ। ਔਰ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਗੁਰੂ ਬਣਾਇਆ ਉਸ ਵੇਲੇ ਵੀ ਉਹ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਨਮਸਤਕ ਹੋਏ ਸੀਗੇ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਸੀਗਾ। ਪਰ ਗੁਰੂ ਸਾਹਿਬ ਨੇ ਤੋੜ ਕੇ ਨਹੀਂ ਸਿੱਟਦਾ ਸੀਗਾ ਜੇ ਕਿਸੇ ਨੇ ਅੰਮ੍ਰਿਤ ਨਹੀਂ ਛਕਿਆ ਸੀਗਾ। ਗੁਰੂ ਸਾਹਿਬ ਨੇ ਇੱਕ ਸਾਨੂੰ ਰਾਹ ਦੇ ਦਿੱਤਾ ਸੀਗਾ, ਉਹ ਰਾਹ ਦੇ ਉੱਪਰ ਸਿੱਖਾਂ ਨੂੰ ਚੱਲਣ ਲਈ ਕਿਹਾ ਸੀਗਾ ਗੁਰੂ ਸਾਹਿਬ ਨੇ। ਤੇ ਜੇ ਉਹ ਰਾਹ ਦੇ ਉੱਪਰ ਚੱਲਦੇ ਤਾਂ ਅਸੀਂ ਖਾਲਸਾ ਬਣਦੇ ਸੀ, ਗੁਰੂ ਦੇ ਪਿਆਰੇ ਬਣਦੇ। ਉਹ ਕਹਿੰਦੇ ਮੇਰੇ ਪਿਆਰੇ ਆ, ਮੇਰੇ ਪੁੱਤਰ ਆ, ਉਹ ਬਣਦੇ ਸੀਗੇ। ਜੇ ਅਸੀਂ ਉਸ ਰਾਹ ਦੇ ਉੱਪਰ ਅੱਜ ਨਹੀਂ ਚੱਲ ਰਹੇ, ਸਾਨੂੰ ਗੁਰੂ ਸਾਹਿਬ ਨੇ ਤਾਂ ਤੋੜ ਕੇ ਸਿੱਟਿਆ ਨਹੀਂ, ਉਹਨਾਂ ਨੇ ਤਾਂ ਸਾਨੂੰ ਘਰ ਮੋੜਿਆ ਨਹੀਂ, ਤੇ ਸਾਨੂੰ ਅੱਜ ਘਰ ਕਿਉਂ ਮੋੜਿਆ ਜਾ ਰਿਹਾ? ਸਾਨੂੰ ਅੱਜ ਇਹ ਗੱਲ ਕਿਉਂ ਕਹੀ ਜਾ ਰਹੀ ਹੈ ਕਿ ਤੁਸੀਂ ਗੁਰੂ ਦੇ ਸਿੱਖ ਹੀ ਨਹੀਂ ਹੈਗੇ? ਸਾਨੂੰ ਕਿਉਂ ਨਹੀਂ ਨਾਲ ਤੋਰਦੇ? ਅਸੀਂ ਹੋ ਸਕਦਾ ਗੁਰੂ ਸਾਹਿਬ ਦੇ ਪਾਸ ਤੇ ਕੱਲ ਨੂੰ ਚੱਲ ਵੀ ਜਾਈਏ, ਪਰ ਤੁਸੀਂ ਤਾਂ ਸਾਨੂੰ ਨਖੇੜ ਕੇ ਸਿੱਟਦੇ ਪਏ ਹੋ, ਤੁਸੀਂ ਤਾਂ ਸਾਨੂੰ ਤੋੜ ਕੇ ਸਿੱਟਦੇ ਪਏ ਹੋ। ਮੇਰੀ ਸਿਰਫ ਇੰਨੀ ਗੱਲ ਸੀ ਕਿ ਜਦ ਸਾਡੇ ਗੁਰੂ ਸਾਹਿਬਾਂ ਨੇ ਆਪਣੇ ਆਪਣੇ ਉਹਨਾਂ ਨੂੰ ਮੰਨਣ ਵਾਲੇ ਸਿੱਖਾਂ ਨੂੰ ਤੋੜ ਕੇ ਨਹੀਂ ਸਿੱਟਿਆ, ਉਹਨਾਂ ਨੇ ਹੌਲੀ ਹੌਲੀ ਲੋਕਾਂ ਦੇ ਮਨਾਂ ਦੇ ਵਿੱਚ ਬਦਲਾਅ ਆਇਆ, ਲੋਕਾਂ ਨੇ ਅੰਮ੍ਰਿਤ ਛਕਿਆ, ਲੋਕ ਸਿੰਘ ਸੱਜੇ। ਪਰ ਕੀ 100% ਸਿੰਘ ਸੱਜ ਗਏ ਸੀ? ਨਹੀਂ। ਪਰ ਜੇ 100% ਸਿੰਘ ਨਹੀਂ ਸੱਜੇ ਸੀ ਤਾਂ ਬਾਕੀ ਕੀ ਗੁਰੂ ਸਾਹਿਬ ਨੇ ਕਹਿਤਾ ਸੀ ਜਾਓ ਵਾਪਸ ਚਲੇ ਜਾਓ? ਬਿਲਕੁਲ ਨਹੀਂ। ਜੇ ਗੁਰੂ ਸਾਹਿਬ ਸਾਨੂੰ ਨਹੀਂ ਵਾਪਸ ਮੋੜਦੇ ਤਾਂ ਇਹ ਜਿਹੜੇ ਢੰਗ ਤਰੀਕੇ ਬਣਾ ਕੇ ਇੱਥੇ ਬੋਰਡ ਸਿਸਟਮ ਬਣਾ ਕੇ ਸਾਨੂੰ ਸਿੱਖੀ ਤੋਂ ਤੁਸੀਂ ਲੋਕ ਕਿੱਦਾਂ ਵਾਪਸ ਮੋੜ ਸਕਦੇ ਹੋ? ਸਾਨੂੰ ਸਿੱਖੀ ਤੋਂ ਤੁਸੀਂ ਲੋਕ ਇਹ ਗੱਲਾਂ ਕਹਿ ਸਕਦੇ ਹੋ ਕਿ ਤੁਹਾਡੀ ਮਰਜ਼ੀ, ਰਹਿਣਾ ਰਹੋ, ਨਹੀਂ ਰਹਿਣਾ ਨਾ ਰਹੋ, ਅਸੀਂ ਮਜਬੂਰ ਨਹੀਂ ਕਰਦੇ। ਸਾਨੂੰ ਲੋੜ ਨਹੀਂ ਹੈਗੀ ਕਿਸੇ ਵੋਟ ਦੀ। ਜੇ ਸਾਡਾ ਧਰਮ ਸਿੱਖ ਹੈ ਅਸੀਂ ਸਿੱਖ ਰਹਿਣਾ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ। ਕਿਸੇ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਕਿ ਸਾਨੂੰ ਕਹੇ ਕਿ ਤੁਸੀਂ ਹਿੰਦੂਆਂ ਵਰਗੇ ਹੋ ਜਾਂ ਮੁਸਲਮਾਨਾਂ ਵਰਗੇ ਹੋ। ਅਸੀਂ ਸਿੱਖ ਹਾਂ, ਅਸੀਂ ਦਿਲਾਂ ਤੋਂ ਸਿੱਖ ਹਾਂ, ਅਸੀਂ ਸਿੱਖ ਰਹਿਣਾ ਆ। ਸਾਡਾ ਸਰੂਪ ਸਿੱਖੀ ਨਹੀਂ ਹੈਗਾ, ਪਰਮਾਤਮਾ ਕਿਰਪਾ ਕਰੂਗਾ ਤੇ ਅਸੀਂ ਸਿੱਖੀ ਸਰੂਪ 'ਚ ਵੀ ਆ ਜਾਵਾਂਗੇ। ਪਰ ਕਿਸੇ ਕੋਲ ਇਹ ਹੱਕ ਨਹੀਂ ਹੈਗਾ ਕਿ ਸਾਨੂੰ, ਅਸੀਂ ਜੰਮੇ ਸਿੱਖ ਹਾਂ, ਅਸੀਂ ਵੱਡੇ ਸਿੱਖ ਹੋਏ ਆ, ਅਸੀਂ ਧਰਮ ਸਿੱਖੀ ਦੇ ਵਿੱਚ ਪੈਦਾ ਹੋਏ ਆ, ਅਸੀਂ ਸਿੱਖੀ ਨੂੰ ਧਰਮ ਮੰਨਦੇ ਆ। ਕਿਸੇ ਕੋਲ ਇਹ ਹੱਕ ਨਹੀਂ ਹੈਗਾ ਕਿ ਸਾਨੂੰ ਇਹ ਗੱਲ ਕਹੇ ਕਿ ਤੁਸੀਂ ਸਿੱਖ ਨਹੀਂ ਹੈਗੇ। ਟਾਈਮ ਸਿਰਫ 3 ਮਿੰਟ ਬਚਿਆ, ਮੈਕਸਿਮਮ 3 ਮਿੰਟ।
ਜੇ ਅਖੀਰ 'ਚ ਕੋਈ 30 ਸੈਕਿੰਡ ਦਾ ਕੋਈ ਟਾਈਮ ਲੈਣਾ ਚਾਹੁੰਦਾ ਲੈ ਸਕਦਾ ਪਲੀਜ਼। ਦੇਖੋ ਹਰਪ੍ਰੀਤ ਜੀ ਮੈਂ ਇੱਥੇ ਕਿੰਨਾ ਮੈਂ ਕੁਝ ਗੱਲਾਂ ਸਪਸ਼ਟ ਕਰ ਦਵਾਂ। ਮੈਂ ਸਮਝ ਰਿਹਾ ਸੀਗਾ ਕਿ ਇੱਕ ਚੀਜ਼ ਸੰਦੀਪ ਜੀ ਤੁਸੀਂ ਬੋਲੋ ਤੋਂ ਪਹਿਲਾਂ ਦੱਸਣਾ ਚਾਹੁੰਦਾ, ਜਦੋਂ ਅਸੀਂ ਡਿਬੇਟ ਸ਼ੁਰੂ ਕੀਤੀ ਸੀ ਇੱਕ ਪੋਲੀਟੀਕਲ ਇਸ਼ੂ ਸੀ, ਇੱਕ ਪੋਲੀਟੀਕਲ ਇਸ਼ੂ ਸੀ। ਇਹ ਸਾਡੇ ਦਰਸ਼ਕਾਂ ਨੂੰ ਵੀ ਸਮਝਣ ਦੀ ਲੋੜ ਆ। ਇਹ ਅੱਜ ਹੋਣ ਡਿਆ ਵਾ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਆਰਐਸਐਸ ਜਿਹੜੀ ਅਸੀਂ ਗੱਲ ਕੀਤੀ ਆ ਅੱਜ ਘਰ ਵਾਪਸੀ ਦੇ ਨਾਂ ਤੇ ਉਹ ਸਿੱਖਾਂ ਨੂੰ ਜਿਹੜੇ ਵੋਟ ਨਹੀਂ ਪਾ ਸਕਦੇ ਬਹਿਲੋਣ ਫਸਲੋਣ ਦੀ ਗੱਲ ਕਰਨ ਡਿਆ। ਇਹ ਅੱਜ ਦੀ ਡੇਟ 'ਚ ਹੋ ਰਿਹਾ ਵਾ। ਇਹਨੂੰ ਡਿਬੇਟ ਨੂੰ ਥੋੜਾ ਜਿਹਾ ਦੂਜਾ ਪਾਸਾ ਦਿੱਤਾ ਗਿਆ, ਪਰ ਇਹ ਪੋਲੀਟੀਕਲ ਇਸ਼ੂ ਆ। ਮੈਂ ਅਖੀਰ 'ਚ ਹੀ ਕਹੂੰਗਾ ਜੇ ਅਸੀਂ ਸਾਰੇ ਅੱਜ ਦੀ ਕਰੰਟ ਸਿਚੁਏਸ਼ਨ ਤੇ ਕਮੈਂਟ ਕਰੀਏ ਤਾਂ ਕਿ ਜਿਹੜੇ ਸਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਕੁਝ ਪਤਾ ਲੱਗੇ। ਮੈਂ ਬੰਗਲਾਦੇਸ਼ ਦੇ ਗੁਰਦੁਆਰੇ ਦਾ ਐਗਜ਼ਾਮਪਲ ਦਿੱਤਾ ਸੀ, ਸਪੈਸ਼ਲ ਅੱਜ ਦੀ ਰਿਪੋਰਟ ਹੈ ਤਾਂ ਹੀ ਦਿੱਤਾ ਸੀ ਕਿ ਸਾਡੇ ਕੋਲ ਹੋਰ ਬਹੁਤ ਮੁੱਦੇ ਆ। ਅਸੀਂ ਜੇ ਆਪਸ ਲੜਦੇ ਰਹਿ ਗਏ ਇਹ ਨਾ ਹੋਵੇ ਕਿ ਸਾਡਾ ਜ਼ਿਆਦਾ ਨੁਕਸਾਨ ਹੋ ਜਾਏ। ਹਰਪ੍ਰੀਤ ਜੀ ਹਾਂਜੀ ਹਰਪ੍ਰੀਤ ਜੀ ਮੈਂ ਪਹਿਲੀ ਗੱਲ ਇਹ ਗੱਲ ਕਹਿਣਾ ਚਾਹੁੰਦਾ, ਮੇਰੇ ਪੈਨਲ ਦੇ ਵਿੱਚ ਆਪਣੇ ਪੈਨਲ 'ਚ ਵੀ ਕੁਝ ਬੰਦੇ ਹੈਗੇ ਨੇ ਜਿਨ੍ਹਾਂ ਦੇ ਇਸ਼ਾਰੇ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਗਿਆ ਸੀਗਾ ਕਿ ਉਹ ਕਿੱਧਰ ਨੂੰ ਗੱਲ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਬਹੁਤ ਬੰਦੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ ਸੀ ਪਰ ਉਹ ਸਿੱਖ ਸੀਗੇ। ਮੈਨੂੰ ਸਮਝ ਨਹੀਂ ਆਇਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ, ਕਿਉਂਕਿ ਮੈਂ ਸੰਦੀਪ ਜੀ ਮੈਂ ਇੱਥੇ ਬੋਲਦਾ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਸੀ ਕੀ ਤੁਹਾਡੇ ਕੋਲ ਨੰਬਰਸ ਹੈਗੇ ਕਿ 100 ਦੇ 100% ਲੋਕਾਂ ਨੇ ਅੰਮ੍ਰਿਤ ਛਕ ਲਿਆ ਸੀ? ਬਾਹਰੋਂ ਕਾਲਰ ਨੇ ਕਿਹਾ ਇੱਥੋਂ ਕਿਸੇ ਨੇ ਨਹੀਂ ਕਿਹਾ ਕਿ ਗੁਰੂ ਇਹ ਤਾਂ ਗੱਲ ਹੋ ਵੀ ਨਹੀਂ ਰਹੀ ਸਰਦੀਪ ਜੀ। ਤੁਸੀਂ ਗੱਲ ਦੂਜੇ ਪਾਸ ਸਰਦੀਪ ਜੀ ਇਹ ਗੱਲ ਨਹੀਂ ਮੈਂ ਕਹੀ, ਜਿਹੜੇ ਬੰਦੇ ਨੇ ਗੱਲ ਕੀਤੀ ਉਹ ਸਮਝ ਗਏ ਕਿ ਮੈਂ ਕੀ ਗੱਲ ਕਰ ਰਿਹਾ ਹਾਂ। ਸੋ ਕਿ ਨਾ ਜਿਹੜੀ ਗੱਲ ਹੈਗੀ ਹੈ ਕਿ ਪਹਿਲੇ ਇਤਿਹਾਸ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਹਾਂ ਆਪਣੇ ਗਿਆਨ ਵਧਾਉਣ ਵਾਸਤੇ ਕਿ ਸਹਿਜਧਾਰੀ ਸਿੱਖ ਦੇ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਜਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਦੋਂ ਇਸਤੇਮਾਲ ਕੀਤਾ ਸੀ? ਮੈਂ ਤਾਂ ਇਸਤੇਮਾਲ ਕਰਦਾ ਨਹੀਂ ਜੀ। ਪਹਿਲੀ ਗੱਲ ਇਹ ਹੋਈ। ਦੂਸਰਾ ਸਵਾਲ ਮੇਰਾ ਇਹ ਆ ਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਖ ਪਰਿਵਾਰ ਦੇ ਘਰੇ ਜਨਮ ਲੈਣ ਦੇ ਨਾਲ ਸਿੱਖ ਬਣ ਜਾਂਦਾ ਆ, ਹੋ ਸਕਦਾ ਆ, ਪਰ ਕਿ ਨਾ ਮੈਂ ਜੋ ਮੈਂ ਸੁਣਿਆ ਜੋ ਮੈਨੂੰ ਸਮਝ ਜਿੰਨੀ ਕੁ ਆਈ ਆ ਕਿ ਜਿਹੜੇ ਗੁਰੂ ਨਾਨਕ ਸਾਹਿਬ ਕਿਸੇ ਹੋਰ ਧਰਮ 'ਚ ਜਨਮ ਲਿਆ ਆ ਪਰ ਉਸ ਤੋਂ ਬਾਅਦ ਚੋਂ ਉਹਨਾਂ ਨੇ ਇੱਕ ਧਰਮ ਦੀ ਉਹਨਾਂ ਨੇ ਇੱਕ ਧਰਮ ਬਣਾਇਆ। ਔਰ ਉਸ ਟਾਈਮ ਦੇ ਉੱਤੇ ਕਈ ਬੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕਈ ਬੰਦਿਆਂ ਨੇ ਆਪਣੇ ਧਰਮ ਪਰਿਵਰਤਨ ਕੀਤੇ ਨੇ ਕਿਉਂਕਿ ਉਹਨਾਂ ਨੂੰ ਇਹ ਧਰਮ ਚੰਗਾ ਲੱਗਿਆ ਤੇ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਗਈ। ਕਈ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਸਿੱਖੀਜ਼ਮ ਉਦੋਂ ਨਹੀਂ ਚੰਗਾ ਲੱਗਿਆ ਹੋਊਗਾ, ਉਹ ਵਾਪਸ ਚਲੇ ਗਏ ਹੋਣਗੇ। ਹੁਣ ਗੁਰੂ ਨਾਨਕ ਸਾਹਿਬ ਦਾ ਉਹ ਉਸ ਟਾਈਮ ਦੇ ਸਿੱਖਾਂ ਨੇ ਕਿਰਪਾਨ ਸਿਰ ਤੇ ਰੱਖ ਕੇ ਤਾਂ ਕਹਿਣਾ ਨਹੀਂ ਸੀ ਬਈ ਤੂੰ ਇਹੀ ਧਰਮ 'ਚ ਰਹਿ। ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਦੇਖੋ ਅਗਰ ਸਿਰਫ ਵੋਟ ਹੀ ਆ ਅਗਰ ਮੁੱਦਾ ਕਿ ਸਿੱਖੀ 'ਚ ਰਹਿਣ ਦਾ ਸਿੱਖੀ 'ਚ ਨਾ ਰਹਿਣ ਦਾ, ਭਾਵੇਂ ਉਹ ਅੰਮ੍ਰਿਤਧਾਰੀ ਆ ਭਾਵੇਂ ਉਹ ਗੈਰ ਅੰਮ੍ਰਿਤਧਾਰੀ ਆ, ਜਿੰਨੇ ਸਿੱਖੀ 'ਚ ਰਹਿਣਾ ਜੀ ਸਦਕੇ ਰਵੇ, ਜਿੰਨੇ ਨਹੀਂ ਰਹਿਣਾ ਹੁਣ ਉਹਨੂੰ ਜ਼ਬਰਦਸਤੀ ਥੋੜ੍ਹਾ ਨਾ ਕੋਈ ਰੱਖ ਸਕਦਾ ਆ। ਉਹਦੀ ਪਰਿਭਾਸ਼ਾ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਮੈਂ ਇੰਨੀ ਕੁ ਗੱਲ ਕੀਤੀ ਸੀਗੀ। ਅਖੀਰ 'ਚ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਹਰ ਧਰਮ ਦੇ ਕੁਝ ਪ੍ਰਿੰਸੀਪਲਸ ਹੁੰਦੇ ਆ, ਕੁਝ ਡਿਸਪਲਿਨ ਹੁੰਦਾ ਆ। ਜਿਹੜਾ ਡਿਸਪਲਿਨ ਆ ਉਹ ਫੋਲੋ ਕੀਤਾ ਜਾਣਾ ਚਾਹੀਦਾ, ਭਾਵੇਂ ਇੱਕ ਪਰਿਵਾਰ ਦਾ ਹੋਵੇ ਉਹ ਵੀ ਫੋਲੋ ਹੁੰਦਾ ਆ। ਸਾਡਾ ਡਿਸਪਲਿਨ ਸਾਨੂੰ ਸਿਖਾਇਆ ਗਿਆ ਆ ਔਰ ਉਹ ਰਹਿਤ ਮਰਿਆਦਾ ਚਾਹੁੰਦਾ ਆ ਕਿ ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ, ਪ੍ਰੀਤਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਸਕੇ। ਸੋ ਇਹ ਰਹਿਤ ਮਰਿਆਦਾ ਸੰਦੀਪ ਜੀ ਇਹ ਕਿਹਨਾਂ ਨੇ ਲਾਈਨਾਂ ਮੈਨੂੰ ਪਲੀਜ਼ ਮੇਰੀ ਨੌਲੇਜ ਵਾਸਤੇ ਦੱਸ ਦਿਓ। ਮੈਂ ਦੱਸ ਰਿਹਾ ਰਹਿਤ ਮਰਿਆਦਾ ਇਹ ਕਿਹਨਾਂ ਨੇ ਕਹੀਆਂ ਨੇ? ਰਹਿਤ ਮਰਿਆਦਾ ਕਿਹਨਾਂ ਨੇ ਲਿਖੀ ਹੈ? ਹਾਂਜੀ ਰਹਿਤ ਮਰਿਆਦਾ ਕਿਹਨਾਂ ਨੇ ਲਿਖੀ? ਬਸ ਆ ਲਾਈਨਾਂ ਕਿਹਨਾਂ ਨੇ ਲਿਖੀਆਂ? ਇਹ ਰਹਿਤ ਮਰਿਆਦਾ ਦੇ ਵਿੱਚ ਰਹਿਤ ਮਰਿਆਦਾ ਵਿੱਚ ਕਿਹਨਾਂ ਨੇ ਲਿਖੀਆਂ? ਨਹੀਂ ਰਹਿਤ ਮਰਿਆਦਾ ਦੇ ਵਿੱਚ ਇੱਕ ਸੈਕਿੰਡ ਰਹਿਤ ਮਰਿਆਦਾ ਕਿਹਨਾਂ ਨੇ ਬਣਾਈ? ਉਹਨਾਂ ਨੇ ਬਣਾਈ ਜਿਹੜੇ ਅੱਜ ਕਹਿੰਦੇ ਆ ਕਿ ਤੁਹਾਨੂੰ ਵੋਟ ਪਾਉਣ ਦਾ ਹੱਕ ਨਹੀਂ ਹੈਗਾ। ਅੱਛਾ ਜੀ ਚਲੋ ਠੀਕ ਹੈ, ਤੁਹਾਨੂੰ ਮੁਬਾਰਕ ਹੋਵੇਗਾ ਕਿਉਂਕਿ ਇਹ ਗੁਰੂ ਸਾਹਿਬ ਤੋਂ ਬਾਅਦ ਚੋਂ ਕਈ ਪੰਥ ਨੇ ਇਕੱਠੇ ਹੋ ਕੇ ਰਹਿਤ ਮਰਿਆਦਾ ਬਣਾਈ ਹੈਗੀ ਆ। ਤੁਹਾਨੂੰ ਉਹਦੇ ਤੇ ਡਿਬੇਟ ਹੋ ਸਕਦੀ ਆ ਪਰ ਮੈਂ ਅਕਾਲ ਤਖਤ ਨੂੰ ਸੁਪਰੀਮ ਮੰਨਦਾ। ਅਕਾਲ ਤਖਤ ਵੱਲੋਂ ਪ੍ਰਵਾਨੇ ਰਹਿਤ ਮਰਿਆਦਾ ਸਿਰ ਮੱਥੇ ਪ੍ਰਵਾਨਾ ਜਿਨ੍ਹਾਂ ਨੇ ਸਵਾਲ ਉਠਾਣੇ ਆ ਉਹਨਾਂ ਨੂੰ ਜੀ ਸਦਕੇ ਆ। ਉਹ ਤਾਂ ਕੱਲ ਨੂੰ ਇਹ ਵੀ ਆ ਕਿ ਕੋਈ ਬੰਦਾ ਇਹ ਵੀ ਉੱਠ ਕੇ ਕਹਿ ਸਕਦਾ ਆ ਕਿ ਗੁਰੂ ਨਾਨਕ ਸਾਹਿਬ ਉਸ ਧਰਮ ਤੋਂ ਆਏ ਸੀ ਇਸ ਲਈ ਸਾਡਾ ਹੱਕ ਬਣਦਾ ਆ, ਸਾਡਾ ਹੱਕ ਬਣਦਾ ਆ ਕਿ ਅਸੀਂ ਇਸ ਧਰਮ ਗੱਲਾਂ ਨੂੰ ਟਵਿਸਟ ਨਾ ਕਰੋ। ਨਹੀਂ ਟਵਿਸਟ ਮੈਂ ਗੱਲ ਕਰਨ ਦੇ ਟਵਿਸਟ ਹੋ ਜਾਏਗਾ ਨਾ। ਹਰਪ੍ਰੀਤ ਜੀ ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਅੱਧੇ ਮਿੰਟ 'ਚ ਕਹਿਣੀ ਚਾਹੁੰਦਾ
ਕਿ ਮੰਨ ਲਓ ਜਿੱਥੇ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਉਹ ਧਰਮ ਪਰਿਵਰਤਨ ਕਰਾ ਰਹੇ ਨੇ, ਤੇ ਮੈਂ ਕਹਿੰਦਾ ਜੇ ਕਰਵਾ ਰਹੇ ਨੇ ਤਾਂ ਮੈਂ ਇਹਨੂੰ ਬਹੁਤੀ ਵਧੀਆ ਗੱਲ ਨਹੀਂ ਕਹਿੰਦਾ, ਕਿਉਂਕਿ RSS ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਕਰਦੀ ਆ ਕਿ ਹਿੰਦੂਆਂ ਦਾ ਧਰਮ ਪਰਿਵਰਤਨ ਕਰਾ ਲਿਆ। ਜੇ ਉਹ ਆਪ ਕਿਸੇ ਦਾ ਧਰਮ ਪਰਿਵਰਤਨ ਕਰਾ ਲੇ ਤਾਂ ਬਿਲਕੁਲ ਅਸੂਲੀ ਤੌਰ ਤੇ ਵੀ ਉਹ ਰੌਂਗ ਹੈ। ਇੱਕ ਗੱਲ ਮੈਂ ਇਹ ਕਹਿੰਦਾ ਕਿ ਮੰਨ ਲਓ ਕੁਝ ਸਿੱਖ ਸਹਿਜਧਾਰੀ ਗੁੱਸਾ ਖਾ ਕੇ ਹਿੰਦੂ ਧਰਮ ਦੇ ਵਿੱਚ ਕਨਵਰਟ ਹੋ ਜਾਂਦੇ ਨੇ, ਉਹਨਾਂ ਦੀ ਗੱਲ ਗਈ, ਉਹਨਾਂ ਨੂੰ ਅਸੀਂ ਵੱਖਰੇ ਮੰਨ ਲਵਾਂਗੇ। ਪਰ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦਾ, ਜਿਹੜਾ ਸਿੱਖੀ 'ਚ ਆਸਥਾ ਰੱਖਦਾ ਵਾ, ਉਹਨੇ ਧਰਮ ਪਰਿਵਰਤਨ ਨਹੀਂ ਕੀਤਾ, ਉਸ ਬੰਦੇ ਨੂੰ ਬਾਅਦ ਦੇ ਵਿੱਚ ਅਸੀਂ ਕੀ ਸਮਝੀਏ? ਕੀ ਉਹਨੂੰ ਨੌਨ ਸਿੱਖ ਸਮਝੀਏ? ਕਿਉਂਕਿ ਹਿੰਦੂ ਤਾਂ ਹੈ ਨਹੀਂ, ਉਹ ਮੁਸਲਮਾਨ ਤਾਂ ਹੈ ਨਹੀਂ, ਈਸਾਈ ਉਹ ਹੈ ਨਹੀਂ, ਤੇ ਸਿੱਖੀ ਦੇ ਮੁਤਾਬਕ ਉਹ ਸਿੱਖ ਵੀ ਨਹੀਂ ਬਣਦਾ। ਕੀ ਅਸੀਂ ਉਹਦੇ ਲਈ ਕੋਈ ਨਵਾਂ ਸ਼ਬਦ ਨੌਨ ਸਿੱਖ ਕੱਢਾਂਗੇ? ਮੇਰੇ ਮੁਤਾਬਕ ਸਹਿਜਧਾਰੀ ਸਿੱਖ ਉਹ ਹੈ ਜਿਹੜਾ ਗੁਰੂ ਸਾਹਿਬ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਪਰ ਉਹ ਉਸ ਪ੍ਰਕਿਰਿਆ 'ਚ ਪਿਆ ਹੋਇਆ ਜਿੱਥੇ ਜਾ ਕੇ ਕੋਈ ਇੱਕ ਬੰਦਾ ਕੰਪਲੀਟ ਸਿੱਖ ਬਣਦਾ। ਉਹ ਦਾਅਵਾ ਨਹੀਂ ਕਰਦਾ ਕਿ ਮੈਂ ਕੰਪਲੀਟ ਸਿੱਖ ਹਾਂ। ਸਹਿਜਧਾਰੀ ਦਾ ਅਰਥ ਹੀ ਇਹ ਹੈ ਕਿ ਮੈਂ ਇਨਕੰਪਲੀਟ ਸਿੱਖ ਹਾਂ। ਥੈਂਕ ਯੂ। ਮੈਂ ਪ੍ਰੈਕਟ ਕਰਨਾ ਚਾਹਾਂਗਾ ਕਿ ਜਿਵੇਂ ਕਿ ਪਹਿਲਾਂ ਆਪਣਾ ਮੁੱਦਾ ਹੀ ਥੋੜਾ ਪੋਲੀਟੀਕਲ ਮੁੱਦਾ ਸੀ ਕਿ ਧਾਰਾਵਾਸੀ ਦੇ ਨਾਂ ਤੇ ਹਿੰਦੂ ਰਸਮਾਂ ਵੱਲੋਂ ਸਿੱਖਾਂ ਨੂੰ ਧਾਰਾਵਾਸੀ ਚਲਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ, ਜਿਹੜੇ ਸਹਿਜਧਾਰੀ ਦੱਸੇ ਜਾ ਰਹੇ ਨੇ। ਪਰ ਇੱਕ ਥੋੜਾ ਮੁੱਦਾ ਪੜ ਗਿਆ ਸੀ, ਕਾਫੀ ਆਪਾਂ ਨੂੰ ਧਰਮ ਦੇ ਵੱਲ ਲੈ ਗਏ ਸੀ, ਹੋਰ ਕਿਵੇਂ ਲੈ ਗਏ ਸੀ। ਪਰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਨਾਲ ਆਹ ਵਾਲਾ ਰੁਝਾਨ ਸ਼ੁਰੂ ਹੋਇਆ ਹੈ, ਜਿਸ ਹਿਸਾਬ ਨਾਲ ਰੁਝਾਨ ਸ਼ੁਰੂ ਹੋਇਆ ਇਹ ਬਹੁਤ ਵਧੀਆ ਗੱਲ ਨਹੀਂ ਹੈਗੀ। ਸਾਡੇ ਕਹਿ ਸਕਦੇ ਹਾਂ ਕਿ ਸਿੱਖਜ਼ਮ ਦੇ ਲਈ ਕਹਿ ਸਕਦਾ ਹੈ ਕਿ ਇਹ ਜਿਹੜੇ ਸਾਡੇ ਲੀਡਰ ਨੇ ਮੈਂ ਕਹਿ ਸਕਦਾ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਕਾਫੀ ਹੋ ਗਈ ਨੇ, ਸਾਡੇ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੇ ਸਾਡੇ ਸਿੱਖਾਂ ਦੇ ਲੀਡਰ ਨੇ, ਕਈ ਲੋਕ ਨੇ ਲੀਡਰ ਮੰਨਦੇ ਵੀ ਨੇ ਤੇ ਹੋ ਵੀ ਸਕਦੇ ਨੇ, ਬਟ ਉਹਨਾਂ ਨੂੰ ਜਾਂਦੇ ਜਾਂ ਕਹਿ ਸਕਦੇ ਹਾਂ ਕਿ ਇੱਕ ਵਾਰ ਇਹ ਚੀਜ਼ ਖਤਮ ਕਰਨੀ ਚਾਹੀਦੀ ਹੈ ਕਿ ਸਹਿਜਧਾਰੀ ਜਾਂ ਅੰਮ੍ਰਿਤਧਾਰੀ ਸਿੱਖਾਂ ਦੇ ਵਿੱਚ ਜਿਹੜਾ ਉਹਨਾਂ ਨੇ ਪਾੜਾ ਪਾ ਦਿੱਤਾ ਹੈ, ਇਹ ਖਤਮ ਕਰਨਾ ਚਾਹੀਦਾ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਫਿਰ ਉਹਨਾਂ ਦਿਨਾਂ ਦੇ ਵਿੱਚ ਚਲੇ ਜਾਵੇ ਜਿਵੇਂ ਕਿ ਅੱਜ ਮੁਸਲਿਮ ਦੇਸ਼ ਆਪਸ ਵਿੱਚ ਲੜ ਰਹੇ ਨੇ ਸ਼ੀਆ ਸੁੰਨੀ ਦੇ ਕਰਕੇ, ਜੋ ਉਹਨਾਂ ਨੂੰ ਉਹ ਕਹਿੰਦੇ ਕਿ ਮੁਸਲਮਾਨ ਨਹੀਂ ਹੈ, ਉਹ ਕਹਿੰਦੇ ਉਹ ਮੁਸਲਮਾਨ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਇਹ ਕਹਿਣ ਕਿ ਸਹਿਜਧਾਰੀ ਸਿੱਖ ਨਹੀਂ ਜਾਂ ਸਹਿਜਧਾਰੀ ਕਹਿਣ ਕਿ ਇਹ ਸਿੱਖ ਨਹੀਂ ਹੈ। ਹਰਪ੍ਰੀਤ ਮੈਨੂੰ ਥੋੜਾ ਟਾਈਮ ਜ਼ਰੂਰ ਦਿੱਤਾ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਲੀਡਰ ਨੇ ਔਰ ਪੋਲੀਟੀਕਲ ਪਾਰਟੀ ਦੇ ਲੀਡਰ ਨੇ। ਕੁਲਵੀਰ ਜੀ ਜਾਂ ਦਿਲਰਾਜ ਜੀ ਅਖੀਰ ਕੁਝ ਕਹਿਣਾ ਚਾਹੁੰਦੇ? ਹਾਂਜੀ, ਮੈਂ ਕੰਪਲੀਟ ਕਰਨੀ ਚਾਹਾਂਗਾ ਜੀ ਆਪਣੀ ਗੱਲ। ਮੈਂ ਮੁੱਦੇ ਤੇ ਆਵਾਂਗਾ। ਮੈਂ ਜੇ ਇੰਨੀ ਸਾਰੀ ਬਹਿਸ ਕੀਤੀ ਆ, ਮੈਂ ਇਸੇ ਕਰਕੇ ਕੀਤੀ ਆ ਕਿ ਸਾਨੂੰ ਤੋੜ ਕੇ ਨਾ ਸਿੱਟਿਆ ਜਾਵੇ, ਵੱਖਰਾ ਨਾ ਕੀਤਾ ਜਾਵੇ, ਕਿਸੇ ਹੋਰ ਕੈਟਾਗਰੀ ਵਿੱਚ ਖੜਾ ਨਾ ਕੀਤਾ ਜਾਵੇ। ਹਰ ਇੱਕ ਬੰਦਾ ਉਹਨਾਂ ਅਡਿੱਗ ਨਹੀਂ ਹੁੰਦਾ, ਉਹਨਾਂ ਅਡੋਲ ਨਹੀਂ ਹੁੰਦਾ ਕਿ ਉਹ ਜਿਹੜਾ ਹੈਗਾ ਕਿਸੇ ਪੂਰਨੇ ਦੇ ਉੱਪਰ ਖੜਾ ਹੋ ਸਕੇ। ਅਸੀਂ ਕਿਉਂ ਮੌਕਾ ਦਿੰਨੇ ਆ ਕਿ ਕੋਈ ਤੀਜਾ ਆ ਕੇ ਸਾਡੇ ਘਰ ਵਿੱਚ ਦਖਲ ਅੰਦਾਜ਼ੀ ਕਰੇ? ਜੇ ਤੀਜਾ ਜਿਹੜਾ ਹੈਗਾ ਉਹ ਆ ਕੇ ਸਾਨੂੰ ਧਰਵਾਸਾ ਦੇਣ ਦਾ ਲਾਲਚ ਦੇ ਕੇ ਜਾਂ ਕਿਸੇ ਤਰੀਕੇ ਦੇ ਨਾਲ ਵੀ ਸਾਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ, ਤੇ ਸਾਡੇ ਆਪਣੇ ਸਾਨੂੰ ਤੋੜ ਕੇ ਕਿਉਂ ਸੁੱਟਦੇ ਆ? ਕਿਉਂ ਜਿਹੜੀ ਚੀਜ਼ ਦੀ ਘਾਟ ਆ ਉਹ ਉਸ ਨੂੰ ਪੂਰੀ ਕਰਨ। ਜੇ ਉਹ ਚਾਹੁੰਦੇ ਨੇ ਕਿ ਸਾਰੇ ਜਣੇ ਜਿਹੜੇ ਹੈਗੇ ਸੰਪੂਰਨ ਸਿੱਖ ਬਣ ਜਾਣ ਤਾਂ ਉਹਨੂੰ ਐਜੂਕੇਟ ਕਰਨ, ਸਾਨੂੰ ਕਨਵਿੰਸ ਕਰਨ। ਮੈਂ ਕਹਿੰਦਾ ਮੈਨੂੰ ਵੀ ਕਨਵਿੰਸ ਕਰਨ। ਜੇ ਚਾਹੁੰਦੇ ਨੇ ਦਿਲੋਂ, ਹੋ ਸਕਦਾ ਮੈਂ ਵੀ ਚਾਹੁੰਦਾ ਹੋਵਾਂ ਕਿ ਮੈਂ ਵੀ ਪੂਰਨ ਸਿੱਖ ਹੋਵਾਂ, ਸ਼ਾਇਦ ਦੁਨਿਆਵੀ ਕਈ ਚੀਜ਼ਾਂ ਕਰਕੇ ਮੈਂ ਪੂਰਨ ਸਿੱਖ ਨਹੀਂ ਹੈਗਾ, ਪਰ ਜਿਹੜਾ ਅਸੀਂ ਮਾਹੌਲ ਪੈਦਾ ਕਰਕੇ ਦੇ ਰਹੇ ਹਾਂ, ਜਿਹੜਾ ਸਾਡੇ ਦੁਸ਼ਮਣਾਂ ਦੀਆਂ ਚਾਲਾਂ ਹੈਗੀਆਂ, ਇਹ ਜਿਹੜਾ ਮਾਹੌਲ ਅਸੀਂ ਪੈਦਾ ਕਰਦੇ ਹਾਂ, ਜਿਹੜਾ ਅਸੀਂ ਤੋੜ ਕੇ ਸਿੱਟਣ ਵਾਲੀ ਗੱਲ ਕਰਦੇ ਹਾਂ, ਸਾਡੇ ਦੁਸ਼ਮਣਾਂ ਦੀਆਂ ਚਾਲਾਂ ਕਾਮਯਾਬ ਹੋ ਰਹੀਆਂ ਇਹਦੇ ਕਰਕੇ। ਮੈਂ ਸ਼ੁਰੂ 'ਚ ਐਗਜ਼ਾਮਪਲ ਦਿੱਤੀ ਸੀ, ਇੱਕ ਝੂਠਾ ਡੇਰਾ, ਇੱਕ ਰਾਧਾ ਸਵਾਮੀ ਡੇਰਾ, ਨਿਰੰਕਾਰੀ, ਇਹ ਤਿੰਨ ਵੱਡੇ ਮਤ ਉੱਥੇ ਆਲਰੇਡੀ ਨਿਕਲ ਚੁੱਕੇ ਨੇ। ਉਸ ਤੋਂ ਬਾਅਦ ਆਸ਼ੂਦੇਵ ਹੋ ਗਿਆ, ਜਾਂ ਪੰਜਾਬ ਦੇ ਵਿੱਚ ਹੋਰ ਕਈ ਬਾਬੇ ਹੋ ਗਏ ਜਿਨ੍ਹਾਂ ਦੇ ਆਪਣੇ ਧਰਮ ਹੋ ਗਏ। ਤੁਸੀਂ ਉੱਥੇ ਜਾ ਕੇ ਜਦੋਂ ਸੰਗਤ ਦੇਖਦੇ ਹੋ, ਹਜ਼ਾਰਾਂ ਦੀ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਜਿਹੜੇ ਹੈਗੇ ਆ ਉਹ ਕਨਵਰਟ ਹੋ ਰਹੇ ਨੇ, ਉਹ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਰਹੇ ਨੇ, ਸਿਰਫ ਇਸੇ ਵਜ੍ਹਾ ਕਰਕੇ ਕਿ ਅਸੀਂ ਉਹਨਾਂ ਨੂੰ ਤੋੜ ਕੇ ਸਿੱਟ ਰਹੇ ਹਾਂ, ਅਸੀਂ ਉਹਨਾਂ ਨੂੰ ਨਾਲ ਨਹੀਂ ਲਾ ਰਹੇ, ਅਸੀਂ ਉਹਨਾਂ ਨੂੰ ਜੋੜ ਨਹੀਂ ਰਹੇ, ਅਸੀਂ ਤੋੜਨ ਦਾ ਕੰਮ ਕਰ ਰਹੇ ਹਾਂ। ਔਰ ਦੂਸਰੇ ਲੋਕ, ਉਹ ਟੁੱਟੇ ਹੋਏ ਲੋਕਾਂ ਦੇ ਵਿੱਚੋਂ ਜਿਹੜੇ ਕਮਜ਼ੋਰ ਲੋਕ ਹੈਗੇ ਆ, ਉਹਨਾਂ ਨੂੰ ਆਪਣੇ ਨਾਲ ਜੋੜ ਰਹੇ ਨੇ। ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਇਹ ਜਿਹੜੀ ਪੋਲੀਟੀਕਲ ਤੌਰ ਦੇ ਉੱਪਰ ਔਰ ਧਰਮ ਪਰਿਵਰਤਨ ਦੇ ਤੌਰ ਦੇ ਉੱਪਰ ਇੱਕ RSS ਦਾ ਏਜੰਡਾ ਹੈਗਾ, ਪਲੀਜ਼ ਇਹਦੇ ਉੱਪਰ ਬਿਲਕੁਲ ਧਿਆਨ ਨਾ ਦੇਣ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਅਸੀਂ ਜੰਮੇ ਸਿੱਖਾਂ, ਅਸੀਂ ਸਿੱਖਾਂ, ਪਲੀਜ਼ ਸਾਨੂੰ ਤੋੜ ਕੇ ਸਿੱਟਿਆ ਨਾ ਜਾਵੇ।
ਔਰ ਤੁਹਾਡੇ ਤੋੜਨੇ ਦੇ ਨਾਲ ਜਿਹੜੇ ਦਿਲੋਂ ਸਿੱਖ ਨੇ ਉਹ ਟੁੱਟ ਵੀ ਨਹੀਂ ਜਾਣਗੇ, ਪਰ ਜਿਹੜੇ ਕਮਜ਼ੋਰ ਲੋਕ ਹੈਗੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਨਾ ਕਿਸੇ ਲਾਲਚ ਵਸ ਜਾਂ ਕਿਸੇ ਸਿੰਪਥੀ ਦੇ ਵਸ ਆਪਣੇ ਨਾਲ ਕੋਈ ਜੋੜ ਸਕਦਾ, ਕਿਰਪਾ ਕਰਕੇ ਕੁਝ ਇਹੋ ਜਿਹਾ ਰਵੱਈਆ ਅਪਣਾਓ ਕਿ ਜਿਹੜੇ ਟੁੱਟਦੇ ਹੋਏ ਭਰਾ ਨੇ ਉਹਨਾਂ ਭਰਾਵਾਂ ਨੂੰ ਆਪਣੇ ਨਾਲ ਰੱਖੋ। ਹਰਪ੍ਰੀਤ ਜੀ ਮੈਂ ਬਸ ਅਖੀਰਲੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਨਹੀਂ ਪਲੀਜ਼ ਇਹ ਮੁੱਦਾ ਇਦਾਂ ਦਾ ਕਿ ਮੈਨੂੰ ਬਾਰ-ਬਾਰ ਵਿੱਚ ਅੱਜ ਬੋਲਣਾ ਪੈ ਰਿਹਾ ਹੈ। ਕਾਸ਼ ਮੈਂ ਇਹ ਸੋਚਦਾ ਹਾਂ ਤੇ ਜਦੋਂ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਕਾਸ਼ ਗੁਰੂ ਸਾਹਿਬ ਇਹ ਗੱਲ ਕਹਿ ਦਿੰਦੇ ਕਿ ਦਿਲ ਦੀ ਸਿੱਖੀ ਹੀ ਜ਼ਰੂਰੀ ਹੈਗੀ ਆ, ਦੂਸਰੀ ਸਿੱਖੀ ਦੀ ਜ਼ਰੂਰਤ ਨਹੀਂ, ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਕਿ ਅਸੀਂ ਦਿਲੋਂ ਸਿੱਖ ਹੈਗੇ ਆ, ਬਾਹਰੋਂ ਨਹੀਂ ਹੈਗੇ, ਤੇ ਫਿਰ ਕੀ ਹੋਇਆ? ਮੈਂ ਫਿਰ ਕੀ ਹੋਇਆ ਲਫ਼ਜ਼ ਨਹੀਂ ਵਰਤਿਆ ਸੰਦੀਪ ਜੀ। ਮੈਂ ਤਾਂ ਦੁਨੀਆ ਦੀ ਗੱਲ ਕੀਤੀ, ਮੈਂ ਤਾਂ ਤੁਹਾਡੀ ਗੱਲ ਹੀ ਨਹੀਂ ਕੀਤੀ। ਨਾ ਸਿੱਟੋ ਨਾਲ ਰਲਾ ਲਓ। ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਕਰ ਮੈਂ ਤੁਹਾਡੀ ਗੱਲ ਬਿਲਕੁਲ ਨਹੀਂ ਗੱਲ ਕੀਤੀ, ਮੈਂ ਤੁਹਾਡੀ ਬਿਲਕੁਲ ਨਹੀਂ ਗੱਲ ਕੀਤੀ, ਮੈਂ ਆਪਣੇ ਸੋ ਕਿ ਨਾਮ ਹੈ ਸੋ ਦਿਲੋਂ ਸਿੱਖੀ ਆ ਤੇ ਕਿ ਨਾ ਬਾਹਰਲੇ ਤੌਰ ਤੇ ਸਿੱਖੀ ਦੋਨੋਂ ਹੀ ਜ਼ਰੂਰੀ ਨੇ। ਇੱਦਾਂ ਦਾ ਰਸਤਾ ਹੀ ਨਹੀਂ ਹੈਗਾ ਕਿ ਇੱਕ ਚੀਜ਼ ਖਾ ਲਈ ਤੇ ਦੂਜੀ ਨਹੀਂ ਖਾਧੀ ਤੇ ਕੰਮ ਸਰ ਜੂਗਾ। ਜਿੱਥੇ ਤੱਕ ਦੂਸਰਾ ਮੁੱਦਾ ਸੀਗਾ ਕਿ ਕਨਵਰਜਨ ਦਾ, ਦੇਖੋ ਕਨਵਰਜਨ ਦੇ ਉੱਤੇ ਕੋਈ ਡਿਬੇਟ ਮੈਨੂੰ ਲੱਗਦਾ ਹੈ ਕਿ ਹੈ ਹੀ ਨਹੀਂ ਹੈ। ਕ੍ਰਿਸਚੀਅਨਿਟੀ ਦੇ ਵਿੱਚ ਕਨਵਰਜਨਸ ਹੋ ਰਹੀਆਂ ਨੇ, ਕੁਝ ਲੋਕਾਂ ਨੂੰ ਉਸ ਪ੍ਰੋਬਲਮਸ ਹੋਣਗੀਆਂ, ਕਈ ਬੰਦੇ ਕਹਿੰਦੇ ਹੋਣਗੇ ਗਲਤ ਆ, ਪਰ ਮੈਂ ਇਹ ਗੱਲ ਬਹੁਤ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਗਰ ਜ਼ਬਰਦਸਤੀ ਕਨਵਰਜਨ ਨਹੀਂ ਹੋ ਰਹੀ ਆ, ਅਗਰ ਲਾਲਚਮਈ ਕਨਵਰਜਨ ਨਹੀਂ ਹੋ ਰਹੀ ਹੈ ਤੇ ਮੈਂ ਉਹਦੇ ਅਗੇਂਸਟ ਨਹੀਂ, ਇਹ ਮੇਰੇ ਪਰਸਨਲ ਵਿਚਾਰ ਨੇ। हाँ बट अगर क्या नाम है जबरदस्ती ते पैसे ਜਾਂ ਕਿਸੇ ਲਾਲਚ ਦੀ ਕਨਵਰਜਨ ਹੋਵੇ ਉਹਦੇ ਜ਼ਰੂਰ ਮੈਂ ਅਗੇਂਸਟ ਹਾਂ। ਸੋ ਇਸ ਚੀਜ਼ ਨੂੰ ਕਨਵਰਜਨ ਨੂੰ ਕੋਈ ਬਹੁਤ ਮਾੜੀ ਚੀਜ਼ ਨਹੀਂ ਸਮਝਿਆ ਜਾ ਸਕਦਾ। ਹਰ ਬੰਦੇ ਕੋਲੇ ਹੱਕ ਆ ਆਪਣਾ ਧਰਮ ਚੂਜ਼ ਕਰਨ ਦਾ। ਅਖੀਰ ਦਿਲਰਾਜ ਜੀ ਪਲੀਜ਼, ਓਨਲੀ ਦਿਲਰਾਜ ਜੀ, ਜੇ ਹੋਰ ਕੋਈ ਬੋਲੇ ਤਾਂ ਮੈਨੂੰ ਆਪਰੇਟਰ ਨੂੰ ਕਹਿ ਕੇ ਮਿਊਟ ਹੀ ਕਰਾਉਣਾ ਪਊਗਾ। ਗੋ ਹੈਡ ਦਿਲਰਾਜ ਜੀ। ਹਰਪ੍ਰੀਤ ਜੀ ਆਖਰੀ 2 ਮਿੰਟ ਲਵਾਂਗਾ ਬਸ। 2 ਮਿੰਟ ਦਿਲਰਾਜ, 30 ਸੈਕਿੰਡ। ਚਲੋ 30 ਸੈਕਿੰਡ ਲੈਣਾ। ਮੈਂ ਲਾਸਟ ਵਿੱਚ ਜਾਂਦੇ ਜਾਂਦੇ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਆ ਉਹਨਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਹਾਰ ਨਹੀਂ ਪਾਉਣਾ ਚਾਹੀਦਾ ਸਿੱਖਾਂ ਦੇ ਵਿੱਚ। ਤੇ ਦੂਜੇ ਪਾਸੇ ਹਰ ਉਹ ਬੰਦਾ ਜਿਹੜਾ ਇਹ ਮੇਰਾ ਸ਼ੋਅ ਸੁਣ ਰਿਹਾ, ਚਾਹੇ ਉਹ ਸਹਿਜਧਾਰੀ ਹੈ ਚਾਹੇ ਅੰਮ੍ਰਿਤਧਾਰੀ ਹੈ, ਜੇ ਸਹਿਜਧਾਰੀ ਹੈ ਤੇ ਉਹਨੂੰ ਇਹ ਸੋਚਣਾ ਚਾਹੀਦਾ ਕਿ ਇੱਕ ਸਿਰਫ ਵੋਟਿੰਗ ਰਾਈਟ ਦੇ ਨਾਲ ਕੋਈ ਸਿੱਖ ਨਹੀਂ ਬੰਦਾ, ਨਾ ਹੀ ਕੋਈ ਪਤੀਤ ਬਣ ਜਾਂਦਾ ਹੈਗਾ ਵਾ, ਨਾ ਹੀ ਕੋਈ ਸਹਿਜਧਾਰੀ ਬਣ ਜਾਂਦਾ ਹੈਗਾ। ਤੇ ਸਾਨੂੰ ਵੀ ਸੋਚਣਾ ਚਾਹੀਦਾ ਕਿ ਜੇ ਵੋਟ ਦਿੰਦੇ ਆ ਵੈਲ ਐਂਡ ਗੁੱਡ, ਜੇ ਨਹੀਂ ਵੀ ਦਿੰਦੇ ਤੇ ਤਾਂ ਵੀ ਮੈਂ ਨਹੀਂ ਸਮਝਦਾ ਉਹਦੇ ਨਾਲ ਵੋਟ ਤੇ ਦਿਲਾਜੇ ਸੀ ਮੰਗਦੇ ਨਹੀਂ। ਹਰ ਉਹ ਬੰਦੇ ਨੂੰ ਸੋਚਣਾ ਪੈਣਾ ਵਾ, ਹਰ ਉਹ ਬੰਦੇ ਨੂੰ ਸਮਝਣਾ ਪੈਣਾ ਵਾ ਕਿ ਅਸਲੀ ਸਿੱਖ ਕੌਣ ਹੈ। ਸੰਦੀਪ ਜੀ ਨੇ ਕੁਲਵੀਰ ਜੀ ਤੇ ਇੱਕ ਟੌਂਟ ਕਰਦਿਆਂ ਕਿਹਾ ਕਿ ਸਿਰਫ ਅੰਦਰੋਂ ਦਿਲੋਂ ਸਿੱਖੀ ਨਹੀਂ ਚਾਹੀਦੀ, ਉੱਤੋਂ ਵੀ ਸਿੱਖੀ ਚਾਹੀਦੀ ਹੈ। ਉਦਾਂ ਹੀ ਇੱਕ ਹੋਰ ਚੀਜ਼ ਹੋ ਸਕਦੀ ਹੈ ਕਿ ਉੱਤੋਂ ਸਿੱਖੀ ਨਹੀਂ ਚਾਹੀਦੀ, ਦਿਲੋਂ ਵੀ ਸਿੱਖੀ ਚਾਹੀਦੀ ਹੈਗੀ ਹੈ। ਮੈਂ ਤਾਂ ਦੋਵੇਂ ਕਹੀਆਂ ਨਾਲ ਦੀਆਂ ਨਾਲ ਹੀ। ਹਾਂ ਇਹੀ ਗੱਲ ਮੈਂ ਕਹੀ ਸੀ ਜੀ। ਬਾਹਰਲੀ ਸਿੱਖੀ ਤਾਂ ਤੁਸੀਂ ਚੈੱਕ ਕਰ ਲੈਂਦੇ ਹੋ ਦਿਲਰਾਜ ਜੀ, ਅੰਦਰਲੀ ਸਿੱਖੀ ਚੈੱਕ ਕਰ ਲਓ ਕਿਹੜਾ ਮੀਟਰ ਆ। ਹੁਣ ਦੱਸੋ ਕਿਹੜਾ ਲਿਆਈਏ, ਉਹੀ ਮੇਰੇ ਤੌਰ ਤੇ ਪੁੱਛਣਾ। ਮੈਂ ਕਹਿੰਦਾ ਲਾਓ ਮੱਕਰ ਤੋਂ ਲਾਓ, ਬਾਦਲ ਤੋਂ ਲਾਓ, ਜਿਹੜੇ ਆਪਣੇ ਥਰਮਾਮੀਟਰ ਨੇ। ਮੈਨੂੰ ਅਖੀਰ ਚ ਕਹਿਣਾ ਪਊਗਾ ਕਿ we can debate anyway. Thank you for joining me, Sandeep ji, Kulveer ji, Sabdesh ji, Jarman ji, Dilraj ji, thank you for joining. ਸੰਦੀਪ ਜੀ ਦਾ ਖਾਸ ਸ਼ੁਕਰੀਆ। ਵਿਚਾਰੇ ਇਕੱਲੇ ਹੀ ਇੱਕ ਸਾਈਡ ਸੀ ਪਰ ਉਹ ਲੱਗੇ ਰਹੇ ਤੇ ਆਪਣੇ ਆਪ ਨੂੰ ਡਿਫੈਂਡ ਕਰਦੇ ਰਹੇ। ਉਹਦੇ ਨਾਲ ਹੀ ਜਿਹੜਾ ਦਰਸ਼ਕਾਂ ਨੇ ਕਾਲਾਂ ਕੀਤੀਆਂ ਜਾਂ ਜਿਹੜੇ ਦਰਸ਼ਕਾਂ ਨੇ ਸਾਡਾ ਸ਼ੋਅ ਦੇਖਿਆ ਉਹਦਾ ਸਭ ਦਾ ਵੀ ਧੰਨਵਾਦ। ਸ਼ੋਅ ਦੇ ਦੌਰਾਨ ਜੇ ਸਾਡੇ ਕੋਈ ਵੀ ਪੈਨਲਿਸਟ ਕੋਲ ਗਲਤੀ ਨਾਲ ਵੀ ਕੋਈ ਗੱਲ ਕਹੀ ਗਈ ਹੋਵੇ, ਮੈਂ ਤੁਹਾਡੇ ਤੋਂ ਮਾਫੀ ਮੰਗਦਾ ਜੀ ਤੁਹਾਨੂੰ ਹਰਟ ਕੀਤੀ ਹੋਵੇ। ਸਾਡਾ ਕਿਸੇ ਦਾ ਵੀ ਕਿਸੇ ਦੀ ਵੀ ਰਿਲੀਜੀਅਸ ਫੀਲਿੰਗ ਨੂੰ ਹਰਟ ਕਰਨ ਦਾ ਜਾਂ ਕੋਈ ਵੀ ਫੀਲਿੰਗ ਨੂੰ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀ। ਇੱਕ ਪੋਲੀਟੀਕਲ ਡਿਬੇਟ ਸੀ। ਮੈਂ ਫਿਰ ਤੋਂ ਡਿਬੇਟ ਦੱਸਦਾ, ਡਿਬੇਟ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਹਿੰਦੂ ਜਥੇਬੰਦੀਆਂ ਨੇ ਉਹ ਸਿੱਖਾਂ ਨੂੰ ਜਿਨ੍ਹਾਂ ਨੂੰ ਸਹਿਜਧਾਰੀ ਕਹਿ ਕੇ ਵੋਟ ਪਾਉਣ ਦਾ ਹੱਕ ਛੀਨ ਲਿਆ ਗਿਆ ਵਾ, ਉਹਨਾਂ ਨੂੰ ਪ੍ਰਭਾ ਕੇ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਸਾਡਾ ਡਿਬੇਟ ਦਾ ਵਿਸ਼ੇ ਸੀ। ਜੇ ਅਸੀਂ ਦੇਖੀਏ ਪੋਲੀਟੀਕਲ ਮੂਵ ਆ, ਪੋਲੀਟੀਕਲ ਪਾਰਟੀਆਂ ਆਪਣੇ ਫਾਇਦੇ ਵਾਸਤੇ ਕਰਦੀਆਂ ਨੇ ਤੇ ਜੇ ਸਾਡੀ ਸਿੱਖ ਕੌਮ ਨੂੰ ਭਾਵੇਂ ਸਹਿਜਧਾਰੀਆਂ ਭਾਵੇਂ ਅੰਮ੍ਰਿਤਧਾਰੀਆਂ 'ਚ ਹੋਰ ਕਿਸ ਤਰੀਕੇ ਨਾਲ ਵੰਡਿਆ ਜਾਊਗਾ, ਸਾਡਾ ਨੁਕਸਾਨ ਹੀ ਹੋਊਗਾ। ਕੁਲਵੀਰ ਜੀ ਨੇ ਤੁਹਾਨੂੰ ਕਈ ਉਦਾਹਰਨਾਂ ਦਿੱਤੀਆਂ ਡੇਰਾਵਾਦ ਦੀਆਂ ਜੋ ਪੰਜਾਬ ਪ੍ਰਫੁੱਲਿਤ ਨੇ। ਜੇ ਤੁਸੀਂ ਡਰੱਗਸ ਨਾਲ ਵੀ ਪੰਜਾਬ 'ਚ ਦੁਖੀ ਜੋ, ਜੇ ਤੁਸੀਂ ਕਰਜ਼ਿਆਂ ਨਾਲ ਵੀ ਪੰਜਾਬ ਦੁਖੀ ਜੋ, ਡੇਰਾਵਾਦ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਪੰਜਾਬ 'ਚ ਫਲ ਫੁੱਲ ਰਹੀ ਹੈ। ਸਾਨੂੰ ਇਹ ਸੋਚਣਾ ਚਾਹੀਦਾ ਅਸੀਂ ਸਾਰਿਆਂ ਨੂੰ ਇਕੱਠੇ ਕਿੱਦਾਂ ਰੱਖੀਏ। ਹੋ ਸਕਦਾ ਮੈਂ ਵੀ ਸ਼ੋਅ ਕਰਦਾ ਕੋਈ ਤੁਹਾਡੀ ਗਲਤ ਗੱਲ ਕਹਿਤੀ ਹੋਵੇ, ਮੈਂ ਵੀ ਤੁਹਾਡੇ ਤੋਂ ਸਮਾਂ ਮੰਗਦਾ ਵਾਂ। ਇਹਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਧੰਨਵਾਦ।